ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ, ਜਿਹਦੇ ਵਿੱਚ ਮੈਂ ਤੇ ਪਰਮਵੀਰ ਬਾਠੂਰੀ ਆਪ ਜੀ ਦੇ ਨਾਲ ਹੁੰਦੇ ਆ। ਖਬਰਾਂ ਜਿਹੜੀਆਂ ਹੁੰਦੀਆਂ ਨੇ, ਜੋ ਕੁਝ ਵੀ ਘਟਦਾ ਵਾਪਰਦਾ ਉੱਤੇ ਸਾਂਝਾ ਕਰੀਦਾ ਹੀ ਹੈ। ਨਾਲ ਉਹਦੇ ਆਸੇ-ਪਾਸੇ ਦੇ ਕਈ ਫੈਕਟਰ ਹੁੰਦੇ ਨੇ ਜਿਹੜੇ ਕਿ ਆਮ ਤੌਰ ਤੇ ਹਵਾ 'ਚ ਜ਼ਰੂਰ ਹੁੰਦੇ ਨੇ, ਪਰ ਉਹਨਾਂ ਨੂੰ ਕਈ ਵਾਰ ਸਮਝਣਾ ਥੋੜ੍ਹਾ ਜਿਹਾ ਔਖਾ ਹੁੰਦਾ। ਸੋ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਬਾਰੇ ਵੀ ਗੱਲਬਾਤ ਹੋ ਜਾਵੇ। ਅੱਜ ਫਿਰ ਆਪਣੇ ਨਾਲ ਪਰਮਵੀਰ ਬਾਠੂਰੀ ਨੇ ਫਿਰ ਤਾਰ ਪਾ ਕੇ ਜੋੜਿਆ। ਬੰਦੇ ਨੂੰ ਕਰੀਏ ਕੀ ਯਾਰ, ਬੰਦਾ ਹੁਣ ਪਹੁੰਚ ਤੋਂ ਬਾਹਰ ਰਹਿੰਦਾ। ਕੀ ਹਾਲ ਨੇ ਬਾਠ ਸਾਹਿਬ? ਸੰਧਾਲੀਆ ਸਾਹਿਬ ਚੜ੍ਹਦੀ ਕਲਾ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਸਿਹਤਾਂ ਵੱਲ ਨੇ? ਸੀਤਾਂ ਵੱਲ ਨੇ ਮਹਾਰਾਜ, ਕਿਰਪਾ ਤੁਹਾਡੀ ਦਇਆ। ਜਿਹੜੀ ਦਵਾਈ ਗੋਲੀ ਤੁਸੀਂ ਕਹੀ ਉਹ ਖਾਣ ਲੱਗ ਪਿਆ ਮੈਂ ਵੀ। ਬਸ ਕੁਛ ਨਹੀਂ ਕਰਨਾ, ਕਰੇਲੇ ਜਿਹੜੇ ਆ ਨਾ ਭਰ ਕੇ ਬਣਾਉਣੇ ਆ ਤੇ ਖਾਣ ਤੋਂ ਪਹਿਲਾਂ ਧਾਗਾ ਲਾ ਲੈਣਾ। ਇੰਨਾ ਗੱਲ ਦਾ ਜ਼ਰੂਰ ਖਿਆਲ ਰੱਖਣਾ, ਕਿਉਂਕਿ ਕਈ ਵਾਰੀ ਉਹ ਵੀ ਨਾਲ ਹਰਾ ਜਿਹਾ ਹੋਇਆ ਹੁੰਦਾ ਤੇ ਪਤਾ ਨਹੀਂ ਲੱਗਦਾ। ਵਾਕਈ ਧਾਗੇ ਵਾਲੇ ਕਰੇਲੇ। ਚਲੋ ਖੈਰ, ਇੱਕ ਗੱਲ ਤੇ ਮੈਂ ਸੋਚਦਾ ਨਾ ਕਹੀਏ ਨਾ ਵੀ ਕੁਛ ਚੀਜ਼ਾਂ ਤੇ ਐਸੀਆਂ ਜਿਹੜੀਆਂ ਮਤਲਬ ਮੈਨੂੰ ਲੱਗਦਾ ਹੁੰਦਾ ਸੀ ਵੀ ਪਹਿਲਾਂ, ਹੁਣ ਜਿੱਦਾਂ ਕਰੇਲਿਆਂ ਦੀ ਆਪਾਂ ਗੱਲ ਕਰੀਏ, ਹੋ ਸਕਦਾ ਕਿਸੇ ਪਤਾ ਲੱਗ ਯਾਰ ਕਿਹੜੀ ਗੱਲ ਕਰਨ ਲੱਗ ਪਈ। ਤੁਸੀਂ ਦੇਖੋ ਵੀ ਕਰੇਲਾ ਪਹਿਲਾਂ ਉਹਨੂੰ ਛਿੱਲਣਾ, ਫਿਰ ਛਿੱਲ ਕੇ ਉਹਨੂੰ ਥੋੜ੍ਹਾ ਜਿਹਾ ਪਾੜ ਕੇ ਵਿੱਚੋਂ ਫਿਰ ਮਸਾਲਾ ਜਿਹਾ ਭਰਨਾ, ਫਿਰ ਭਰ ਕੇ ਉਹਨੂੰ ਦੁਬਾਰਾ ਧਾਗੇ ਨਾਲ ਉਹ ਸੰਭਾਲ ਕੇ ਜੇ ਫਿਰ ਰੱਖਣਾ, ਫਿਰ ਹੌਲੀ ਹੌਲੀ ਉਹਨੂੰ ਬਣਾਉਣਾ। ਮੈਨੂੰ ਲੱਗਦਾ ਹੁੰਦਾ ਵੀ ਉਹ ਉਦੋਂ ਕਿਤੇ ਇੱਦਾਂ ਤਾਂ ਨਹੀਂ ਸੀ ਵੀ ਯਾਰ ਆਪਣੇ ਪੰਜਾਬ ਵਾਲੀਆਂ ਮਾਈਆਂ ਬੀਬੀਆਂ ਕੋਲ ਵੀ ਟਾਈਮ ਹੁੰਦਾ ਹੈ ਖੁੱਲ੍ਹਾ ਜਿਹਾ ਅਤੇ ਆਪਾਂ ਰੈਸਪੀਆਂ ਵੀ ਉੱਦਾਂ ਦੀਆਂ ਬਣਾਉਣ ਲੱਗ ਪਏ ਹਾਂ। ਹੁਣ ਤਾਂ ਮੈਨੂੰ ਲੱਗਦਾ ਹੁੰਦਾ ਵੀ ਅਗਲਾ ਕਹਿੰਦਾ ਵੀ ਬਣਿਆ ਬੱਤਰਾ ਜਿਹਾ ਲੈ ਆਓ ਸੌਦਾ, ਜੇ ਬਹੁਤੀ ਗੱਲ ਕਰੇਲਾ ਲਿਆਉਣਾ ਵੀ ਤਾਂ ਵੱਢ ਕੇ ਐਂ ਗਾਜਰਾਂ ਨੂੰ ਵਿੱਚ ਸੁੱਟ ਲਓ, ਆਪੇ ਅੰਦਰ ਹੀ ਆਣਾ, ਕੋਈ ਨਹੀਂ ਕੜੱਤਣ ਚਾਹੀਦੀ ਹੈ। ਸੰਧਾਲੀਆ ਸਾਹਿਬ ਅੱਗੇ ਬੀਬੀਆਂ ਰਸੋਈ ਦੇ ਕੰਮ 'ਚ ਸੁੱਖ ਲੈਂਦੀਆਂ ਸੀ। ਉਹਨਾਂ ਨੂੰ ਚੰਗਾ ਲੱਗਦਾ ਸੀ ਕਿ ਭਾਈ ਅਸੀਂ ਕੋਈ ਚੀਜ਼ ਬਣਾਉਣੀ ਹੈ, ਬਣਾ ਕੇ ਪਰੋਸਣੀ ਹੈ। ਉਹ ਰਸੋਈ ਦੇ ਕੰਮ ਨੂੰ ਕੰਮ ਨਹੀਂ ਸੀ ਸਮਝਦੀਆਂ। ਹੁਣ ਵੀ ਮੈਂ ਨਹੀਂ ਕਹਿੰਦਾ ਸਾਰੀਆਂ ਕੰਮ ਸਮਝਣ ਲੱਗ ਪਈਆਂ। ਹੁਣ ਚਲੋ ਬਾਹਰ ਕੰਮ ਕਰਨਾ ਹੁੰਦਾ, ਬੀਬੀਆਂ ਦਫ਼ਤਰ ਜਾਂਦੀਆਂ, ਬੀਬੀਆਂ ਬੰਦੇ ਦੇ ਬਰਾਬਰ ਕੰਮ ਕਰਦੀਆਂ। ਉਹਨਾਂ ਦੇ ਕੋਲੇ ਸਮੇਂ ਦੀ ਘਾਟ ਆ, 20 ਚੀਜ਼ਾਂ ਨੇ। ਪਰ ਜਿਨ੍ਹਾਂ ਦੇ ਕੋਲੇ ਸਮਾਂ ਹੈਗਾ ਵੀ ਹੈ, ਉਹਨਾਂ ਬੀਬੀਆਂ ਦੇ ਵਿੱਚੋਂ ਵੀ ਇੱਕ ਵੱਡਾ ਵਰਗ ਇੱਦਾਂ ਦਾ, ਉਹ ਜਿਹੜੇ ਕਹਿੰਦੇ ਕਿ ਭਾਈ ਛੇਤੀ ਛੇਤੀ ਕੀ ਬਣਦਾ ਉਹ ਮੰਗਾ ਲਓ, ਬਣਾ ਲਓ, ਬਾਹਰੋਂ ਮੰਗਾ ਲਓ, ਜਾਂ ਬਹੁਤਾ ਲੰਬਾ ਸਮਾਂ ਨਾ ਕਿਸੇ ਚੀਜ਼ ਦੇ ਉੱਤੇ ਲੱਗੇ। ਅੱਗੇ ਇਹ ਵੀ ਹੁੰਦਾ ਸੀ ਨਾ ਕਿ ਅੱਗੇ ਜੇ ਬੀਬੀਆਂ ਰਸੋਈ ਦਾ ਕੰਮ ਕਰਦੀਆਂ ਸੀ, ਦਾਲ ਬਣਾਉਂਦੀਆਂ ਸੀ, ਆਟਾ ਗੁੰਨਦੀਆਂ ਸੀ, ਰੋਟੀ ਪਕਾਉਂਦੀਆਂ ਸੀ, ਉਹਨਾਂ ਦਾ ਧਿਆਨ ਦਾਲ ਬਣਾਉਣ 'ਚ, ਰੋਟੀ ਪਕਾਉਣ 'ਚ। ਆ ਜਿਹੜੇ ਆਪਾਂ ਗੱਲ ਕੀਤੀ ਹੈ ਸਿੱਧੇ ਤੌਰ ਦੇ ਉੱਤੇ ਕਿ ਧਾਗਾ ਬੰਨਣਾ ਹੁੰਦਾ ਸੀ, ਉਹ ਧਾਗਾ ਬੰਨਣ ਦੇ ਉੱਤੇ ਕੇਂਦਰਿਤ ਹੁੰਦਾ ਸੀ। ਹੁਣ ਇੱਕ ਪਾਸੇ ਤਾਂ YouTube ਲੱਗਾ ਹੁੰਦਾ, ਦੂਜੇ ਪਾਸੇ ਲੁੱਡੋ ਚੱਲਦੀ ਹੁੰਦੀ ਹੈ ਮੋਬਾਈਲ ਦੇ ਉੱਤੇ ਹੀ, ਤੀਜੇ ਪਾਸੇ ਫੋਨ ਕਿਸੇ ਪਾਸੇ ਲੱਗਾ ਹੁੰਦਾ, ਤਾਂ ਫਿਰ ਮਾੜਾ ਮੋਟਾ ਲੂਣ ਮਸਾਲਾ ਮਿਰਚ ਘੱਟ ਹੀ ਜਾਣਾ ਹੁੰਦਾ ਨਾ ਕਿਤੇ ਨਾ ਕਿਤੇ ਉਹ ਜਿਹੜਾ ਵਿੱਚ ਰਸ ਇੱਕ ਪਾਉਣਾ ਹੁੰਦਾ, ਉਹ ਰਸ ਤੋਂ ਵਾਂਝੀ ਰਹਿ ਜਾਂਦੀ ਹੈ ਰੋਟੀ। ਥੋੜ੍ਹੀ ਜਿਹੀ ਸਮੱਸਿਆ ਤਾਂ ਪੈਦਾ ਹੋਈ ਹੈ ਜੀ। ਮੈਂ ਸੋਚਦਾ ਨਾ ਮੋਬਾਇਲ ਬੋਲਦਾ ਨਹੀਂ ਗਾ, ਜੇ ਕਿਤੇ ਮੋਬਾਇਲ ਬੋਲੇ ਨਾ, ਇਹਨਾਂ ਦੇ ਵੀ ਕਿਤੇ ਆਪਸ 'ਚ ਕੋਈ ਪਾਰਟੀ ਪੂਰਟੀ ਹੋਵੇ, ਕਿਤੇ ਇਕੱਠੇ ਬਹਿ ਕੇ ਸਲਾਹਾਂ ਕਰਦੇ ਹੋਣ, ਇਹਨਾਂ ਦੇ ਦੁੱਖ ਬੜੇ ਹੋਣੇ ਆ। ਕਿਸੇ ਨੇ ਆਖਣਾ ਵੀ ਭਾਜੀ ਮੈਂ ਬੜਾ ਤੰਗ ਆ, ਮੇਰੇ ਦੇ ਮੂੰਹ 'ਚ ਹਲਦੀ ਰਹਿੰਦੀ ਜਦੋਂ ਮਰਜ਼ੀ ਵੇਖ ਲਓ, ਪਤਾ ਕੋਈ ਨਹੀਂ, ਬਸ ਜਦੋਂ ਵੇਖ ਲਓ ਵੀ ਉਦੋਂ ਮੈਨੂੰ ਲਾਇਆ ਹੁੰਦਾ ਨਾਲੇ ਇੱਕ ਪਾਸੇ ਤੇ ਦੂਜੇ ਪਾਸੇ ਕਦੀ ਹਲਦੀ ਵਾਲਾ, ਕਦੀ ਮਿਰਚ ਵਾਲਾ, ਕਦੀ ਮਸਾਲੇ ਵਾਲਾ ਹੱਥ, ਕਦੀ ਉਂਗਲ ਐਂ ਨੂੰ, ਕਦੀ ਆਉਣ ਨੂੰ ਜਾਂਦੀ ਹੁੰਦੀ ਹੈ। ਜੇ ਕੋਈ ਦੂਜਾ ਆਖੇ, ਮੰਨ ਲਓ ਕਿਸੇ ਕੋਈ ਨਿਆਣੇ ਕੋਲ ਰਹਿੰਦਾ, ਉਹਨਾਂ ਨੇ ਜੀ ਮੈਨੂੰ ਤਾਂ ਪਤਾ ਨਹੀਂ ਸ਼ੂਗਰ ਹੀ ਕਰ ਦੇਣੀ ਇਹਨਾਂ ਨੇ, ਜਦੋਂ ਵੇਖ ਲਓ ਚਾਕਲੇਟ ਨਹੀਂ ਲਿਬੜਾ ਰਹਿੰਦਾ ਮੈਂ, ਹੋਰ ਕੁਛ ਹੋਵੇ ਨਾ ਹੋਵੇ, ਤੇ ਟੌਫੀਆਂ ਵਾਲੀਆਂ ਲਾਲਾਂ ਹੀ ਡਿੱਗੀਆਂ ਹੁੰਦੀਆਂ ਉੱਤੇ, ਹੈ ਨਾ। ਸੋ ਫੋਨ ਵੀ ਅਜੇ ਬੋਲਦਾ ਨਹੀਂ ਗਾ, ਜਿੱਦਣ ਕਿਤੇ ਬੋਲਣ ਲੱਗ ਪਿਆ ਤੇ ਇਹਨੇ ਸ਼ਿਕਾਇਤਾਂ ਤਾਂ ਬਹੁਤ ਲਾਉਣੀਆਂ ਵੈਸੇ। ਨਹੀਂ, ਸ਼ਿਕਾਇਤਾਂ ਪੂਰੀਆਂ ਲੱਗਣੀਆਂ। ਸੰਧਾਲੀਆ ਸਾਹਿਬ ਕੱਲ੍ਹ ਅਸੀਂ ਦੇਖੋ, ਅਸੀਂ ਬੀਬੀਆਂ ਦੇ ਵਿੱਚ ਨੁਕਸ ਨਹੀਂ ਕੱਢਦੇ ਭਾਈ, ਬੀਬੀਆਂ ਦੇ ਕਰਕੇ ਸਾਰਾ ਕੁਛ ਹੈ। ਕੱਲ੍ਹ ਕਿਸੇ ਸੱਜਣ ਨੇ ਸੰਧਾਲੀਆ ਸਾਹਿਬ ਇੱਕ ਚੁਟਕਲਾ ਸੁਣਾਇਆ, ਚੁਟਕਲਾ ਬੜਾ ਕਮਾਲ ਦਾ ਨਿਕਲਿਆ ਜੀ। ਤੇ ਮੈਨੂੰ ਨਹੀਂ ਪਤਾ ਤੁਹਾਡੇ ਤੇ ਢੁਕਦਾ ਕਿ ਕਿਹਦੇ ਤੇ ਢੁਕਦਾ, ਪਰ ਬਹੁਤਿਆਂ ਤੇ ਢੁਕਦਾ ਹੋਣਾ। ਉਹ ਕਹਿੰਦੇ ਜੀ ਕਿ ਬੀਬੀਆਂ ਤੋਂ ਬੰਦੇ ਡਰਦੇ ਤਾਂ ਹੁੰਦੇ ਹੀ ਆ, ਕੋਈ ਬੋਲੇ ਨਾ ਬੋਲੇ। ਉਹ ਕਹਿੰਦੇ ਜੀ ਇੱਕ ਵਾਰੀ ਕਿੰਨੇ ਬੰਦੇ ਬੈਠੇ ਸੀ, ਤਾਂ ਜਿਹੜਾ ਬੰਦਾ ਮਾਈਕ ਤੇ ਸੀਗਾ ਤੇ ਉਹ ਕਹਿੰਦਾ ਜੀ ਜਿਹੜੇ ਘਰੋਂ ਡਰਦੇ ਆ ਉਹ ਸੱਜੇ ਪਾਸੇ ਹੋ ਜਾਓ। ਉਹਨੇ ਫਿਰ ਦੂਜੇ ਨੇ ਕਿਹਾ ਜਿਹੜੇ ਘਰੋਂ ਡਰਦੇ ਆ ਉਹ ਸੱਜੇ ਪਾਸੇ ਹੋ ਜਾਓ। ਇੱਕ ਬੰਦੇ ਨੂੰ ਛੱਡ ਕੇ ਸੰਧਾਲੀਆ ਸਾਹਿਬ ਸਾਰੇ ਹੀ ਸੱਜੇ ਪਾਸੇ ਹੋ ਗਏ, ਇੱਕ ਨਹੀਂ ਹੋਇਆ। ਤੇ ਉਹਨੂੰ ਜਦੋਂ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਨਹੀਂ ਘਰੋਂ ਡਰਦੇ, ਕਹਿੰਦੇ ਨਹੀਂ ਜੀ ਮੇਰੀ ਘਰ ਵਾਲੀ ਨੇ ਕਿਹਾ ਸੀਗਾ ਕਿ ਜਿੱਥੇ 4 ਬੰਦੇ ਇਕੱਠੇ ਹੋਣ ਤਾਂ ਉਧਰਲੇ ਪਾਸੇ ਨਹੀਂ ਜਾਣਾ। ਹੁਣ ਦੇਖੋ ਆਪਾਂ ਬਿਲਕੁਲ ਨਹੀਂ ਏਦਾਂ ਕਹਿੰਦੇ ਕਿ ਹਿਸਾਬ ਕਿਤਾਬ ਜਿਹਾ ਕਹਿਣ ਦਾ ਪਾਵਾ ਵੀ ਜੋ ਬਣਦਾ ਠੀਕ ਹੀ ਹੈ ਜੀ, ਸਵਾਦ ਬੜਾ ਹੁੰਦਾ। ਹਾਂ, ਨਹੀਂ ਆ ਦੇਖੋ ਨਾ, ਅਖੀਰ ਤੇ ਜਿਹੜਾ ਨਤੀਜਾ ਨਿਕਲਦਾ ਨਾ ਉਹ ਸਹੀ ਕੱਢਿਆ ਤੁਸੀਂ। ਮੈਨੂੰ ਵੀ ਲੱਗਾ ਹੈ ਵੀ ਆਪਾਂ ਕਿਹੜੀ ਚੀਜ਼ ਸ਼ੁਰੂ ਕਰ ਲਈ ਆ ਤੇ ਹੁਣ ਇਕੱਠੀ ਕਿੱਦਾਂ ਕਰਨੀ ਆ। ਤੁਸੀਂ ਠੀਕ ਇਕੱਠੀ ਕੀਤੀ ਵੀ ਹਾਂ ਵੀ ਐਵੇਂ ਰੌਲਾ ਰੱਪਾ ਜਿਹਾ ਪੈਂਦਾ, ਇੱਦਾਂ ਦੀ ਗੱਲ ਕੋਈ ਨਹੀਂ ਹੈਗੀ।
ਅੱਛਾ ਚਲੋ ਇੱਕ ਚੀਜ਼ ਆ ਵੀ ਆਪਾਂ ਹੁਣ ਹੜ੍ਹਾਂ ਦੀ ਗੱਲ ਤੇ ਅੱਜ ਕਰਾਂਗੇ ਬਾਅਦ ਚ, ਪਰ ਉਦੋਂ ਪਹਿਲਾਂ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਵਾਪਰੀ ਆ ਦੇਸ਼ ਦੇ ਵਿੱਚ ਉਹ ਵੀ ਇੱਕੋ ਦਿਨ ਵਾਪਰੀ, ਐਂ ਜਿੱਦਾਂ ਲੀਕ ਖਿੱਚ ਕੇ ਤੇ ਕੁਛ ਤਰ੍ਹਾਂ ਇੱਕ ਪਾਸੇ ਕੁਛ ਤਰ੍ਹਾਂ ਦੂਜੇ ਪਾਸੇ ਹੋ ਗਈਆਂ। ਤੇ ਦਾਅਵੇ ਦੋਵਾਂ ਦੇ ਇਹ ਆ ਵੀ ਦੇਖਿਓ ਹੁਣ ਦੇਸ਼ ਅਸੀਂ ਤਬਦੀਲ ਕਰ ਦੇਣਾ। ਹੁਣ ਮੈਨੂੰ ਨਹੀਂ ਸਮਝ ਆਈ ਵੀ ਚਲੋ ਜਿੱਦਾਂ ਕੁਰਸੀਆਂ ਬਦਲੀਆਂ ਉਹਨਾਂ ਨੇ ਆਪਸ 'ਚ ਜਾਂ ਯਾਰੀਆਂ ਬਦਲੀਆਂ ਉਹਦੇ ਨਾਲ ਦੇਸ਼ ਕਿੱਦਾਂ ਤਬਦੀਲ ਹੋਣਾ, ਪਰ ਜੇ ਉਹਨਾਂ ਨੇ ਕੀਤਾ ਜਾਂ ਕੁਛ ਹੋਇਆ ਤੇ ਫਿਰ ਉੱਤੇ ਗੱਲ ਤੇ ਕਰਨੀ ਪਊਗੀ ਕਿ ਨਹੀਂ? ਨਹੀਂ 100% ਦੀ ਗੱਲ ਕਰਨੀ ਪਊਗੀ ਸੰਧਾਲੀਆ ਸਾਹਿਬ। 3 ਮਹੀਨੇ ਪਹਿਲਾਂ ਤੱਕ ਅਪ੍ਰੈਲ 2023 ਤੱਕ ਕੋਈ ਰੌਲਾ ਹੀ ਨਹੀਂ ਸੀ। ਠੀਕ ਹੈ, ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ, ਲੋਕ ਜਿਹਨੂੰ ਪਸੰਦ ਕਰਨਗੇ ਵੋਟਾਂ ਪਾ ਦੇਣਗੇ, ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣਗੇ, ਦੇਸ਼ ਦੀ ਸੱਤਾ ਸੌਂਪ ਦੇਣਗੇ। ਪਰ ਕਿਸੇ ਨੂੰ ਵੀ ਇਹ ਨਹੀਂ ਸੀ ਪਤਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਪੱਟਾਂ ਤੇ ਮਾਰ-ਮਾਰ ਥਾਪੀਆਂ ਆਪਣੇ ਨੀਲ ਪਾਈ ਜਾਂਦੀਆਂ ਕਿ ਲੈ ਸਰਕਾਰ ਵਾਲੀ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਕਿ ਅਸੀਂ ਕੰਮ ਹੀ ਇੰਨਾ ਵਧੀਆ ਕੀਤਾ, ਲੋਕਾਂ ਨੇ ਸਰਕਾਰ ਸਾਡੀ ਬਣਾਉਣੀ ਹੈ। ਠੀਕ ਹੈ, ਕਾਂਗਰਸ ਪਾਰਟੀ ਵਾਲੇ ਤੇ ਵਿਰੋਧੀ ਕਹਿੰਦੇ ਸੀ ਕਿ ਲੋਕ ਸਰਕਾਰ ਤੋਂ ਤੰਗ ਬੜੇ ਨੇ, ਤੁਸੀਂ ਦੇਖੋ ਨਾ ਲਾ ਕੇ ਉਹ ਮਾਰਨੇ ਆ। ਦੋਏ ਤਰ੍ਹਾਂ ਦੀਆਂ ਗੱਲਾਂ ਇਹ ਲੱਗਦੀਆਂ ਸੀ ਕਿ ਭਾਈ ਇਹਨਾਂ ਨੂੰ ਕਿਸੇ ਇੱਕ ਦੀ ਲੋੜ ਹੀ ਨਹੀਂ ਹੋਰ ਦੀ, ਆਪਣੇ ਆਪ ਹੀ ਇਹਨਾਂ ਨੇ ਚੱਲ ਜਾਣਾ ਕੰਮ। ਪਰ ਅੱਜ ਇਹ ਗੱਲ ਠੀਕ ਹੈ ਤੁਹਾਡੀ ਕਿ ਅਖਬਾਰਾਂ ਦੇ ਵਿੱਚ ਵੱਡੀਆਂ ਖਬਰਾਂ ਬਣ ਗਈਆਂ, ਸੁਰਖੀਆਂ ਲੱਗੀਆਂ ਹੋਣੀਆਂ, ਵੱਡੀਆਂ ਵੱਡੀਆਂ ਮੀਟਿੰਗਾਂ ਦੀਆਂ, ਬਹੁਤ ਸਾਰੇ ਲੀਡਰ ਇੱਕੋ ਥਾਂ ਦੇ ਉੱਤੇ ਖੜਿਆਂ ਦੀਆਂ ਫੋਟੋ ਛਪਣੀਆਂ, ਕਿਉਂਕਿ ਸਭ ਤੋਂ ਪਹਿਲਾਂ ਭਾਜਪਾ ਵਿਰੋਧੀ ਪਾਰਟੀਆਂ ਨੇ ਇੱਕ ਮੀਟਿੰਗ ਕੀਤੀ ਕਿ ਅਸੀਂ ਭਾਜਪਾ ਨੂੰ ਗੱਦੀਆਂ ਲਾਉਣਾ, ਬਾਕੀ ਕੋਈ ਨਹੀਂ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀਆਂ ਸਹਿਯੋਗੀ ਧਿਰਾਂ ਦੀ ਮੀਟਿੰਗ ਕੀਤੀ ਹੈ ਕਿ ਭਾਈ ਅਸੀਂ ਗੱਦੀ ਤੇ ਬਹਿਣਾ, ਬਾਕੀ ਕੋਈ ਨਹੀਂ। ਦੇਸ਼ ਦੇ ਜਿਹੜੇ ਲੋਕ ਨੇ ਉਹਨੂੰ ਤੁਸੀਂ 140 ਕਰੋੜ ਕਹਿ ਲਓ, 135 ਕਰੋੜ ਕਹਿ ਲਓ, 145 ਕਰੋੜ ਕਹਿ ਲਓ, ਜਿੰਨੇ ਵੀ ਨੇ, ਮੈਨੂੰ ਉਹਨਾਂ ਦੀ ਗੱਲ ਕਿਤੋਂ ਨਹੀਂ ਜਾਪੀ। ਪਰ ਇੱਕ ਗੱਲ ਪੱਕੀ ਹੋ ਗਈ ਹੈ ਕਿ ਅਪ੍ਰੈਲ ਮਈ 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ, ਜਿਨ੍ਹਾਂ ਦੇ ਲਈ ਪੌਣੇ ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ, ਸੰਧਾਲੀਆ ਸਾਹਿਬ ਉਹਦੇ ਲਈ ਜੋੜ ਤੋੜ, ਉਹਦੇ ਲਈ ਗੁਣਾ ਘਟਾਓ, ਉਹਦੇ ਲਈ ਜਗਾੜ ਜਗੂੜ ਹੋਣੇ ਸ਼ੁਰੂ ਹੋ ਗਏ ਆ। ਜਿੱਦਾਂ ਕਈ ਵਾਰੀ ਬੀਬੀਆਂ ਕਹਿੰਦੀਆਂ ਹੁੰਦੀਆਂ ਨਾ ਕਿ ਥੋੜੀਆਂ ਜਿਹੀਆਂ ਭਿੰਡੀਆਂ ਉਤਰੀਆਂ ਇੱਕ ਡੰਗ ਦੀਆਂ, ਚਲੋ ਭਿੰਡੀਆਂ ਤਾਂ ਥੋੜੀਆਂ, ਥੋੜ੍ਹਾ ਜਿਹਾ ਗੰਢੇ ਹੋਰ ਪਾ ਲਓ, ਗੰਢਿਆਂ ਦੇ ਨਾਲ ਥੋੜ੍ਹਾ ਜਿਹਾ ਹੋਰ ਉਰਾ ਪਰਾ ਜਿਹਾ ਕਰ ਲਓ, ਨਾਲ ਥੋੜ੍ਹਾ ਜਿਹਾ ਲੱਸੀ ਦੇ ਵਿੱਚ ਲੂਣ ਪਾ ਕੇ ਖੱਟਾ ਬਣਾ ਲਓ। ਅੱਜ ਰਾਤ ਦਾ ਡੰਗ ਸਰ ਜਾਵੇ ਤੇ ਸਵੇਰੇ ਫਿਰ ਕੋਈ ਗੱਲ ਨਹੀਂ, ਕੱਲ੍ਹ ਦੀ ਜਿਹੜੀ ਦਾਲ ਪਈ ਆ ਉਹਨੂੰ ਆਟੇ 'ਚ ਪਾ ਕੇ ਗੁੰਨ ਕੇ ਉਹਦੀਆਂ ਰੋਟੀਆਂ ਪਕਾ ਲਾਂਗੇ, 2 ਡੰਗ ਨਿਬੜ ਗਏ। ਇਸ ਕਰਕੇ ਹਾਲ ਦੀ ਘੜੀ ਜਗਾੜ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਏ ਧਿਰਾਂ ਅਸੀਂ ਕਹਿੰਦੇ ਕਿ ਤੁਸੀਂ ਸਫਲ ਹੋ ਭਾਈ। ਨਾ ਭਾਜਪਾ ਫੇਲ ਹੈ, ਨਾ ਕਾਂਗਰਸ ਤੇ ਉਹਦੀਆਂ ਜਿਹੜੀਆਂ ਸਾਥੀ ਧਿਰਾਂ ਉਹ ਫੇਲ ਨੇ, ਤੁਸੀਂ ਦੋਏ ਪਾਸ ਹੋ। ਕਿਉਂਕਿ ਜਦੋਂ ਪਟਨਾ ਸਾਹਿਬ ਦੇ ਵਿੱਚ ਸਭ ਤੋਂ ਪਹਿਲੀ ਮੀਟਿੰਗ ਹੋਈ ਸੀ ਭਾਜਪਾ ਵਿਰੋਧੀ ਪਾਰਟੀਆਂ ਦੇ ਲਈ, ਜਿਹਦੇ ਲਈ ਸਭ ਤੋਂ ਵੱਧ ਉਦਮ ਕੀਤਾ ਸੀ ਨਿਤਿਸ਼ ਕੁਮਾਰ ਨੇ, ਉਹਦੇ ਵਿੱਚ 17 ਸਿਆਸੀ ਪਾਰਟੀਆਂ ਸੰਧਾਲੀਆ ਸਾਹਿਬ ਸ਼ਾਮਲ ਹੋਈਆਂ ਸੀ, 10 ਜਮਾ 7 ਬਰਾਬਰ 17। ਪਰ ਹੁਣ ਜਦੋਂ ਦੁਬਾਰਾ ਮੀਟਿੰਗ ਹੋਈ ਹੈ ਬੰਗਲੌਰ ਦੀ ਧਰਤੀ ਤੇ, ਉਹ ਵੀ 2 ਦਿਨ ਦੀ, ਜਿਹਦੇ ਤੋਂ ਪਹਿਲਾਂ ਰੋਟੀ ਪਾਣੀ ਕਹਿੰਦੇ ਜੀ ਬੜਾ ਸੋਹਣਾ ਖਿਲਾਇਆ ਬੀਬੀ ਸੋਨੀਆ ਗਾਂਧੀ ਨੇ, ਉਸ ਮੀਟਿੰਗ ਦੇ ਵਿੱਚ ਇਹਨਾਂ ਭਾਜਪਾ ਵਿਰੋਧੀ ਪਾਰਟੀਆਂ ਦੀ ਗਿਣਤੀ 17 ਤੋਂ ਵੱਧ ਕੇ 26 ਹੋ ਗਈ। ਜਾਣੀ ਕਿ 9 ਨਵੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਭਾਜਪਾ ਵਿਰੋਧੀ ਗੱਠਜੋੜ ਦੇ ਵਿੱਚ ਸ਼ਾਮਲ ਹੋ ਗਈਆਂ। ਤੇ ਜਿਸ ਗੱਲ ਦਾ ਸਭ ਤੋਂ ਵੱਡਾ ਸੰਕਟ ਸੀ ਕਿ ਕੀ ਲਗਾਤਾਰ ਦੂਸਰੀ ਮੀਟਿੰਗ ਦੇ ਵਿੱਚ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਸਟੇਜ ਸਾਂਝੀ ਕਰਨਗੇ, ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਜੇ ਆਮ ਆਦਮੀ ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਵੀ ਹੋ ਗਈ ਤਾਂ ਕੀ ਬਾਅਦ ਵਿੱਚ ਇਕੱਠਿਆਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਉਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ? ਕਿਉਂਕਿ ਜਦੋਂ ਪਟਨਾ ਸਾਹਿਬ ਦੇ ਵਿੱਚ ਮੀਟਿੰਗ ਸੀ ਤੇ ਉਦੋਂ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਨਾਲ ਲੈ ਕੇ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ, ਪਰ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਚਲੇ ਗਿਆ ਸੀ। ਤੇ ਜਾਂਦਿਆਂ 2 ਪੱਤਰਕਾਰਾਂ ਨੂੰ ਕਹਿ ਗਿਆ ਕਿ ਜੇ ਤਾਂ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਆਰਡੀਨੈਂਸ ਦਾ ਵਿਰੋਧ ਕਰਨ ਦਾ ਐਲਾਨ ਕਰਦੀ ਹੈ ਕਿ ਅਸੀਂ ਖਿਲਾਫ ਵੋਟਾਂ ਪਾਵਾਂਗੇ ਰਾਜ ਸਭਾ ਲੋਕ ਸਭਾ 'ਚ, ਫਿਰ ਤਾਂ ਅਸੀਂ ਵਿਰੋਧੀਆਂ ਦੀ ਬੈਠਕ ਦੇ ਵਿੱਚ ਆਉਣਾ, ਨਹੀਂ ਤਾਂ ਨਹੀਂ ਆਉਣਾ। ਅੱਕ ਚੱਬਦਿਆਂ ਕਾਂਗਰਸ ਨੂੰ ਦਿੱਲੀ ਤੇ ਪੰਜਾਬ ਦੀਆਂ ਇਕਾਈਆਂ ਦਾ ਵਿਰੋਧ ਦਰਕਨਾਰ ਕਰਕੇ ਇਹ ਕਹਿਣਾ ਪੈ ਗਿਆ ਸੀ ਕਿ ਭਾਈ ਅਸੀਂ ਆਰਡੀਨੈਂਸ ਦਾ ਵਿਰੋਧ ਕਰਾਂਗੇ। ਸਿੱਟਾ ਇਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਸ਼ਾਮਿਲ, ਬੀਬੀ ਸੋਨੀਆ ਗਾਂਧੀ ਸ਼ਾਮਿਲ, ਮਲਿਕ ਅਰਜੁਨ ਖੜਗੇ ਸ਼ਾਮਿਲ, ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਸ਼ਾਮਿਲ। ਇਸ ਮੀਟਿੰਗ ਦੇ ਵਿੱਚ ਉਧਵ ਠਾਕਰੇ ਤੇ ਸ਼ਰਦ ਪਵਾਰ ਸ਼ਾਮਿਲ, ਨਾਲ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੁਲੇ ਆਈ, ਉਮਰ ਅਬਦੁੱਲਾ ਤੇ ਬੀਬੀ ਮਹਿਬੂਬਾ ਮੁਫਤੀ ਵੀ ਪਹੁੰਚੇ। ਉਧਰਲੇ ਪਾਸੇ ਨਿਤਿਸ਼ ਕੁਮਾਰ ਨੇ ਤੇ ਨਾਲ ਤੇਜਸਵੀ ਯਾਦਵ ਨੇ ਆਉਣਾ ਹੀ ਸੀ, ਤਾਂ ਫਿਰ ਨਾ ਕਾਹਨੂੰ ਕਰਨੀ ਸੀ ਮੁਲਾਇਮ ਸਿੰਘ ਯਾਦਵ ਦੇ ਪੁੱਤ ਅਖਿਲੇਸ਼ ਯਾਦਵ ਨੇ, ਅਗਲੇ ਵੀ ਆ ਗਏ। ਇਹਦੇ ਤੋਂ ਬਿਨਾਂ ਕਾਮਰੇਡਾਂ ਦੀਆਂ ਸਾਰੀਆਂ ਧਿਰਾਂ ਦੇ ਬੰਦੇ ਵੀ ਆਏ। ਕਾਂਗਰਸ ਪਾਰਟੀ ਦਾ ਮੈਂ ਜ਼ਿਕਰ ਕਰ ਲਿਆ, ਤਾਮਿਲਨਾਡੂ ਦਾ ਮੁੱਖ ਮੰਤਰੀ ਸਟਾਲਿਨ ਸਾਹਿਬ ਵੀ ਆਏ। ਸੋ ਬਹੁਤ ਸਾਰੇ ਲੀਡਰ, ਮਮਤਾ ਬੈਨਰਜੀ
ਨੂੰ ਆਪਾਂ ਭੁੱਲ ਕਿਵੇਂ ਸਕਦੇ ਹਾਂ। ਉਹ ਸਾਰੇ ਲੀਡਰ ਉੱਥੇ ਆਪਣੇ ਗਿਣਤੀ ਕੁੱਲ 26 ਹੋ ਗਈ ਤੇ ਇਹਨਾਂ ਨੇ ਉੱਥੇ ਕਹਿ ਦਿੱਤਾ ਕਿ ਭਾਈ ਦੇਖੋ ਸਾਡੇ ਵਿੱਚ ਡਿਫਰੈਂਸਸ ਬਹੁਤ ਨੇ, ਮਤਭੇਦ ਬਹੁਤ ਨੇ, ਅਸੀਂ ਬਿਲਕੁਲ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ। ਪਰ ਇਹਦੇ ਬਾਵਜੂਦ ਵੀ ਮਲਿਕਾਰਜੁਨ ਖੜਗੇ ਸਾਹਿਬ ਨੇ ਮੋਰਚਾ ਸਾਂਭ ਕੇ ਕਿਹਾ ਕਿ CBI ਤੇ ED ਦੀ ਦੁਰਵਰਤੋਂ ਹੋ ਰਹੀ ਹੈ, ਉਸ ਦੁਰਵਰਤੋਂ ਕਰਕੇ ਲੋਕਤੰਤਰ ਖਤਮ ਹੋ ਰਿਹਾ ਹੈ ਤੇ ਅਸੀਂ ਭਾਜਪਾ ਦੇ ਹੱਥੋਂ ਲੋਕਤੰਤਰ ਨੂੰ ਬਚਾਉਣ ਦੇ ਲਈ ਇਕਮੁੱਠ ਹੋ ਕੇ ਅਗਲੀਆਂ ਲੋਕ ਸਭਾ ਚੋਣਾਂ ਲੜਾਂਗੇ ਤੇ ਅਗਲੀ ਮੀਟਿੰਗ ਮੁੰਬਈ ਦੇ ਵਿੱਚ। ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਵੀ ਜਿਹੜੀ ਚੀਜ਼ ਦਾ ਆਪਾਂ ਅੰਦਾਜ਼ਾ ਲਾਉਂਦੇ ਸੀ ਨਾ ਉਦਣ ਵੀ ਯਾਰ ਇਹ ਇਕੱਠੇ ਹੋ ਜਾਣਗੇ ਕਿਸੇ ਤਰ੍ਹਾਂ, ਉਹ ਹੌਲੀ ਹੌਲੀ ਚਲੋ ਜਿਵੇਂ ਕਿਵੇਂ ਵੀ ਲਾ ਕੇ ਤੇ ਇਕੱਠੇ ਹੋ ਗਏ। ਪਰ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਵੀ ਜਦੋਂ ਨਤੀਸ਼ ਕੁਮਾਰ ਹੋਰਾਂ ਚੱਲਣਾ ਸ਼ੁਰੂ ਕੀਤਾ ਸੀ ਯਾਰ ਇਕੱਠੇ ਹੋ ਜਾਓ ਕੋਈ ਗੱਲ ਕਰਨੀ ਪੈਣੀ ਹੈ, ਫਿਰ ਹੌਲੀ ਹੌਲੀ ਆਰਡੀਨੈਂਸ ਆ ਗਿਆ ਤੇ ਕੇਜਰੀਵਾਲ ਸਾਹਿਬ ਨੇ ਮੁਲਾਕਾਤਾਂ ਸ਼ੁਰੂ ਕਰਤੀਆਂ ਵੀ ਯਾਰ ਇਕੱਠੇ ਹੋਣਾ ਪੈਣਾ, ਆਪਾਂ ਨੂੰ ਉੱਦਾਂ ਹੱਲ ਕੋਈ ਨਹੀਂ। ਉਨੀ ਦੇਰ ਤੱਕ ਲੱਗਦਾ ਸੀ ਵੀ ਆਸੇ-ਪਾਸੇ ਤੁਰੇ ਫਿਰਦੇ ਨੇ। ਜੇ ਆਪਾਂ ਮੁੱਖ ਪਾਰਟੀ ਦੀ ਗੱਲ ਕਰੀਏ ਕਾਂਗਰਸ, ਪਤਾ ਨਹੀਂ ਵਿੱਚ ਆਵੇ ਇਹਨਾਂ ਦੇ ਨਾ ਆਵੇ, ਪਰ ਜਦੋਂ ਜਾਪਿਆ ਵੀ ਹੁਣ ਕਾਂਗਰਸ ਪਾਰਟੀ ਵਾਲ ਨੂੰ ਲੱਗਾ ਵੀ ਯਾਰ ਇਕੱਲਿਆਂ ਸਾਡੀ ਗੱਲ ਨਹੀਂ ਬਣਨੀ, ਬਾਕੀ ਤਰ੍ਹਾਂ ਇਕੱਠੀਆਂ ਹੋਈ ਜਾਂਦੀਆਂ ਤੇ ਚਲੋ ਕਾਂਗਰਸ ਪਾਰਟੀ ਵੀ ਉਹਦੇ 'ਚ ਸ਼ਾਮਲ ਹੋ ਗਈ। ਤੇ ਜਦੋਂ ਆਪਾਂ ਕੁਰਸੀਆਂ ਨੂੰ ਦੇਖਦੇ ਹਾਂ ਬੈਠਿਆਂ ਤੇ ਮਲਿਕਾਰਜੁਨ ਖੜਗੇ ਸਾਹਿਬ ਨੂੰ ਵਿਚਾਲੇ ਪਾਉਂਦੇ ਨੇ ਅਗਲੇ ਕਾਂਗਰਸ ਪਾਰਟੀ ਵਾਲੇ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਨਤੀਸ਼ ਕੁਮਾਰ ਵਾਲੇ ਪਾਸਿਓਂ ਜਾਂ ਕੇਜਰੀਵਾਲ ਵਾਲੇ ਪਾਸਿਓਂ ਜਾਂ ਸ਼ੁਰੂ 'ਚ ਮਮਤਾ ਬੈਨਰਜੀ ਵਾਲੇ ਪਾਸਿਓਂ ਇਹ ਇਕੱਠ ਦੀ ਗੱਲ ਸ਼ੁਰੂ ਹੋਈ ਸੀ ਤੇ ਇਕੱਠ ਦੀ ਗੱਲ ਭਾਵੇਂ ਉਹ ਆਪਸ 'ਚ ਕਰਦੇ ਰਹੇ, ਪਰ ਅਖੀਰ ਇਕੱਠੇ ਹੋਣ ਲੱਗਿਆਂ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਵਿਚਾਲੇ ਰੱਖਣਾ ਪਿਆ ਤੇ ਬਾਕੀ ਤਰ੍ਹਾਂ ਉਹਨਾਂ ਦੇ ਨਾਲ ਜੁੜ ਗਈਆਂ। ਹੁਣ ਨਾਂ ਉਹਨਾਂ ਨੇ ਬੜਾ ਵੱਖਰਾ ਰੱਖ ਲਿਆ। ਤੁਸੀਂ ਦੇਖੋ ਪਹਿਲਾਂ ਜਿਹੜਾ ਇਹ ਗੱਠਜੋੜ ਹੁੰਦਾ ਸੀ ਇੰਡੀਆ ਤੇ UPA, ਮੇਰਾ ਖਿਆਲ ਉਹਦਾ ਨਾਂ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਕਰਕੇ ਸੀਗਾ, ਜਿਹੜਾ UPA ਸੀਗਾ ਉਹਨੂੰ ਹੁਣ ਬਦਲ ਕੇ ਇੰਡੀਆ ਕਰ ਦਿੱਤਾ। ਹੁਣ ਦੇਖੋ ਵੀ ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਇਨਕਲੂਸਿਵ ਅਲਾਇੰਸ, ਤੇ ਇਹਨੂੰ ਜਿੱਦਾਂ ਮਮਤਾ ਬੈਨਰਜੀ ਨੇ ਆਖਿਆ ਵੀ ਇਹਨੂੰ ਕੋਈ ਜਿਹੜਾ ਉਹ ਲੌਂਗ ਫਾਰਮ ਦੇ ਵਿੱਚ ਜਾਂ ਵੱਡੀ ਫਾਰਮ 'ਚ ਨਾ ਪੜ੍ਹਿਓ, ਇਹਨੂੰ ਸ਼ਾਰਟ ਫਾਰਮ 'ਚ ਪੜ੍ਹਨਾ ਤੇ ਸ਼ਾਰਟ ਫਾਰਮ 'ਚ ਇਹਦਾ ਨਾਮ ਬਣਦਾ ਇੰਡੀਆ। ਤੇ ਫਿਰ ਉਹਨਾਂ ਨੇ ਕਿਹਾ ਕਿ BJP ਹੁਣ ਇੰਡੀਆ ਨੂੰ ਟੱਕਰ ਦੇਊਗੀ, BJP ਹੁਣ ਇੰਡੀਆ ਦਾ ਵਿਰੋਧ ਕਰੂਗੀ, ਹੁਣ ਇੰਡੀਆ ਦਿਖਾਊਗਾ BJP ਨੂੰ ਕਿ BJP ਨੇ ਕੀ ਕੁਛ ਕੀਤਾ। ਸੋ ਜਿੱਦਾਂ ਉਹਨਾਂ ਨੇ ਇੱਕ ਤੇ ਸ਼ਬਦ ਵਧੀਆ ਘੜ ਲਿਆ ਕਿ ਜਿਹੜਾ ਮੁਕਾਬਲਾ ਜਦੋਂ ਹੋਵੇ, ਜਦੋਂ ਨਾਅਰੇ ਬਣ, ਜਦੋਂ ਆਪਸ ਦੇ ਵਿੱਚ ਟੱਕਰ ਹੋਵੇ ਜਾਂ ਇਲੈਕਸ਼ਨ ਦੀਆਂ ਕੰਪੇਨਸ ਚੱਲਣ ਤੇ ਉਦੋਂ ਬਿਆਨਾਂ ਦੇ ਵਿੱਚ ਵਾਹਵਾ ਵਜ਼ਨ ਹੋਵੇ ਵੀ ਜਦੋਂ ਆਪਾਂ ਇੱਦਾਂ ਜੇ ਗੱਲ ਕਰੀਏ ਕਿ ਲੋਕੋ ਤੁਸੀਂ ਇੰਡੀਆ ਨੂੰ ਚੁਣਨਾ ਹੈ ਕਿ NDA ਨੂੰ ਚੁਣਨਾ ਹੈ, ਤੇ ਉਦੋਂ ਲੋਕਾਂ ਨੂੰ ਲੱਗੇ ਵੀ ਹਾਂ ਯਾਰ NDA ਜਾਂ BJP ਨੇ, ਆਪਾਂ ਤਾਂ ਇੰਡੀਆ ਦੇ ਨਾਲ ਆ। ਤੇ ਇੰਡੀਆ ਉਹਨਾਂ ਨੇ ਆਪਣੀ ਇਸ ਜਿਹੜੀ ਕਹਿ ਲਓ ਬਣੀ ਆ ਨਵੀਂ ਗੱਠਜੋੜ ਨਵੀਂ ਕਮੇਟੀ, ਉਹਦਾ ਨਾਂ ਰੱਖ ਲਿਆ। ਪਰ ਮੈਂ ਇੱਕ ਗੱਲ ਸੋਚਦਾ ਸੀ ਵੀ ਜਿਸ ਹਿਸਾਬ ਨਾਲ ਇਹ ਬੰਦੇ ਹੁਣ ਹੌਲੀ ਹੌਲੀ ਇਕੱਠੇ ਹੋ ਰਹੇ ਆ ਜਾਂ ਇਹਨਾਂ ਨੂੰ ਜਾਪਦਾ ਵੀ ਅਸੀਂ ਚਲੋ UPA ਤੋਂ ਹੁਣ ਇੰਡੀਆ ਨਾਂ ਰੱਖ ਲਿਆ, ਉਹ ਸਾਰੇ ਬੰਦੇ ਕਿੰਨੇ ਕੁ ਚਿਰ ਤੱਕ ਇਕੱਠੇ ਰਹਿਣਗੇ? ਕਿਉਂਕਿ ਜਿਹੜਾ ਇੱਕ ਸਵਾਲ ਸੀ ਆਪਣੇ ਮਨਾਂ 'ਚ ਵੀ ਆਉਂਦਾ ਸੀ, ਸਾਰਿਆਂ ਦੇ ਮਨਾਂ 'ਚ ਆਉਂਦਾ ਸੀ, ਤੇ ਮਲਿਕਾਰਜੁਨ ਖੜਗੇ ਸਾਹਿਬ ਨੂੰ ਪੁੱਛ ਵੀ ਲਿਆ ਵੀ ਮਹਾਰਾਜ ਇਕੱਠੇ ਤੇ ਹੋ ਗਏ ਆ ਤੁਸੀਂ, ਤੇ ਤੁਹਾਡਾ ਕਨਵੀਨਰ ਕੌਣ ਆ, ਤੁਹਾਡਾ ਮੁਖੀ ਕੌਣ ਆ, ਕੱਲ੍ਹ ਨੂੰ ਚਿਹਰਾ ਕਿਹੜਾ ਤੁਹਾਡੇ ਗੱਠਜੋੜ ਦਾ? ਜੇ ਮੰਨ ਲਓ ਇੱਕ ਪਾਸੇ ਮੋਦੀ ਸਾਹਿਬ ਹੋਣਗੇ ਤੇ ਤੁਹਾਡੇ ਵੱਲੋਂ ਕਿਹੜਾ? ਉਹ ਕਹਿੰਦੇ ਦੇਖੋ ਜੀ ਗੱਲ ਆ ਵੀ 11 ਬੰਦੇ ਚੁਣ ਲੈਣੇ ਆ ਤੇ 11 ਬੰਦੇ ਡਿਸਾਈਡ ਕਰਨਗੇ ਵੀ ਸਾਡਾ ਮੁਖੀ ਕਿਹੜਾ ਹੋਊਗਾ, ਕਨਵੀਨਰ ਕਿਹੜਾ ਹੋਊਗਾ। ਮੈਂ ਕੁਦਰਤੀ ਸੋਚਦਾ ਵੀ ਯਾਰ 26 ਪਾਰਟੀਆਂ ਤੇ 26 ਚੋਂ ਪਹਿਲੀ ਗੱਲ ਤੇ 11 ਕਿਹੜੀਆਂ ਪਾਰਟੀਆਂ ਦੇ ਚੁਣਨਗੇ? ਰੇੜਕਾ ਦੇ ਇੱਥੇ ਪੈ ਜਾਣਾ, ਉਦੋਂ ਬਾਅਦ 11 ਚੋਂ ਇੱਕ ਲੱਭਣਾ ਹੋਰ ਵੀ ਔਖਾ। ਇਹ ਗੱਲ ਸੰਧਾਲੀਆ ਸਭ ਤੁਹਾਡੀ ਠੀਕ ਹੈ। ਪਹਿਲੀ ਗੱਲ ਕਿ ਤਾਲਮੇਲ ਕਮੇਟੀ ਤਾਂ ਬਣਾਉਣੀ ਪਊ, ਜੇ ਤਾਲਮੇਲ ਕਮੇਟੀ ਨਾ ਬਣਾਈ ਤਾਂ ਫਿਰ ਔਖਾ ਹੋ ਜਾਣਾ। ਤੇ 11 ਮੈਂਬਰ ਚਲੋ ਔਖੇ ਸੌਖੇ ਹੋ ਕੇ ਕੁਝ ਇੱਕ ਧਿਰਾਂ ਜਿਹੜੀਆਂ ਨੇ ਉਹ ਕੌੜਾ ਕੁੱਟ ਭਰ ਲੈਣ ਕਿ ਭਾਈ ਚਲੋ ਸਾਡਾ ਬੰਦਾ ਨਾ ਵੀ ਲਿਆ ਤੇ ਆਹ ਬੰਦੇ ਸਾਡੇ ਹੀ ਨੇ। ਪਰ ਇਹਨਾਂ ਦੇ ਲਈ ਮੈਨੂੰ ਲੱਗਦਾ ਕਿ ਨਾ ਤਾਂ ਚੇਅਰਪਰਸਨ ਬਣਾਉਣਾ ਔਖਾ ਹੋਣਾ, ਨਾ ਤਾਲਮੇਲ ਕਮੇਟੀ ਬਣਾਉਣੀ ਔਖੀ ਹੋਣੀ ਆ। ਜਿੱਥੇ ਜਾ ਕੇ ਰਫੜ ਪੈਣਾ ਮੈਂ ਉਧਰ ਚੱਲਦਾ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਾਰਜ ਫਰਨਾਂਡez ਨੂੰ NDA ਦਾ ਚੇਅਰਪਰਸਨ ਬਣਾਇਆ ਗਿਆ ਸੀ, ਉਹਨੂੰ ਕਿਹੜਾ ਪ੍ਰਧਾਨ ਮੰਤਰੀ ਬਣਾਤਾ। UPA ਦੀ ਚੇਅਰਪਰਸਨ ਬੀਬੀ ਸੋਨੀਆ ਗਾਂਧੀ ਸੀ, ਉਹ ਕਿਹੜਾ ਪ੍ਰਧਾਨ ਮੰਤਰੀ ਬਣ ਗਈ। ਇਸ ਕਰਕੇ ਇਹਨਾਂ ਗੱਠਜੋੜਾਂ ਦਾ ਮੁਖੀ ਹੋਣ ਦਾ ਮਤਲਬ ਇਹ ਨਹੀਂ ਕਿ ਜੇ ਇਹ ਗੱਠਜੋੜ ਜਿੱਤਦੇ ਆ ਤਾਂ ਫਿਰ ਜਿਹੜਾ ਬੰਦਾ ਇਸ ਗੱਠਜੋੜ ਦਾ ਮੁਖੀ ਹੋਏਗਾ ਉਹੀ ਦੇਸ਼ ਦਾ ਮੁਖੀ ਵੀ ਹੋਏਗਾ। ਇਸ ਕਰਕੇ ਕੋਈ ਬਹੁਤਾ ਵੱਡਾ ਮਸਲਾ ਨਹੀਂ। ਪਰ ਦੂਸਰੇ ਪਾਸੇ ਸੀਟ ਸ਼ੇਅਰਿੰਗ ਸਭ ਤੋਂ ਵੱਡੀ ਗੱਲ, ਸੀਟ ਸ਼ੇਅਰਿੰਗ ਕਿ ਸੀਟਾਂ ਦੀ ਵੰਡ ਕਿਵੇਂ ਕੀਤੀ ਜਾਣੀ ਆ। ਮੈਂ ਫੇਰ ਦੱਸਦੇ ਹਾਂ ਕਿ ਇਹ ਗੱਠਜੋੜ ਇਸ ਤਰ੍ਹਾਂ ਦਾ ਨਹੀਂ ਕਿ ਇੱਕ ਪਾਰਟੀ ਦੂਸਰੀ ਪਾਰਟੀ ਦੇ ਉਮੀਦਵਾਰਾਂ ਦਾ ਪ੍ਰਚਾਰ ਕਰੇ, ਬਿਲਕੁਲ ਨਹੀਂ। ਇਹ ਗੱਠਜੋੜ ਇਸ ਕਰਕੇ ਕੀਤਾ ਗਿਆ ਕਿ ਭਾਈ ਜਿਹੜੀ ਸੀਟ ਦੇ ਉੱਤੇ ਇੱਕ ਧਿਰ ਮਜ਼ਬੂਤ ਹੈ, ਘੱਟੋ ਘੱਟ ਦੂਸਰੀ ਧਿਰ ਜਿਹੜੀ ਭਾਜਪਾ ਦੇ ਵਿਰੋਧ ਦੇ ਵਿੱਚ ਹੀ ਖਲੋਤੀ ਹੈ, ਉਸ ਸੀਟ ਦੇ ਉੱਤੇ ਆਪਣਾ ਉਮੀਦਵਾਰ ਨਾ ਖੜਾ ਕਰੇ। ਇੱਕ ਸਿੱਧਾ ਗੱਠਜੋੜ ਹੁੰਦਾ, ਦੂਸਰੀ ਸੀਟ ਸ਼ੇਅਰਿੰਗ ਹੈ। ਇਹ ਗੱਠਜੋੜ ਜਿਹੜਾ ਦਾ ਨਾਮ ਇੰਡੀਆ ਦਿੱਤਾ ਗਿਆ, ਜਿਹਦੇ ਉੱਤੇ
ਮੈਨੂੰ ਲੱਗਦਾ ਕਿ ਲੋਕਾਂ ਦਾ ਧਿਆਨ ਕੇਂਦਰਿਤ ਕਰਨਾ ਥੋੜ੍ਹਾ ਜਿਹਾ ਸੁਖਾਲਾ ਹੋ ਜੂ। ਇੱਕ ਇਹ ਵੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਇੱਕ ਰਾਸ਼ਟਰਵਾਦ ਦੀ ਰਾਜਨੀਤੀ ਕਰਦੀ ਹੈ ਕਿ ਭਾਈ ਇੱਕ ਨੇਸ਼ਨ ਹੈ, ਨੇਸ਼ਨ ਨੂੰ ਅੱਗੇ ਰੱਖ ਕੇ ਚੱਲਦੀ ਹੈ, ਇਹਨਾਂ ਨੇ ਇੰਡੀਆ ਨਾਂ ਵੀ ਇਸ ਕਰਕੇ ਚੁਣਿਆ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਉਸ ਹਮਲੇ ਦੀ ਘਾਟ ਕੀਤੀ ਜਾ ਸਕੇ। ਦੂਸਰਾ, ਸੀਟ ਸ਼ੇਅਰਿੰਗ ਦੇ ਮੁੱਦੇ ਤੇ ਪੰਗਾ ਕੀ ਪੈਣਾ। ਮੈਂ 4 ਸੂਬਿਆਂ ਦੀ ਐਗਜ਼ਾਮਪਲ ਦਿੰਨਾ ਸੰਧਾਲੀਆ ਸਾਹਿਬ। ਹੁਣ ਜੰਮੂ ਕਸ਼ਮੀਰ ਦੇ ਵਿੱਚ 6 ਸੀਟਾਂ ਨੇ। ਨੈਸ਼ਨਲ ਕਾਨਫਰੰਸ ਦਾ ਆਗੂ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਕਹੂਗਾ ਅਸੀਂ 6 ਦੀਆਂ 6 ਲੜਨੀਆਂ। ਉੱਥੇ ਮਹਿਬੂਬਾ ਮੁਫਤੀ ਜਿਹੜੀ ਕਿ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਹੈ, ਉਹ ਵੀ ਆਖੂਗੀ ਕਿ ਅਸੀਂ 6 ਦੀਆਂ 6 ਲੜਨੀਆਂ। ਕਾਂਗਰਸ ਕਹੂਗੀ 3 ਤਾਂ ਸਾਡੀਆਂ ਬਣਦੀਆਂ। ਇਸ ਹਿਸਾਬ ਨਾਲ ਸੀਟਾਂ ਚਾਹੀਦੀਆਂ 15 ਪਰ ਹੈਗੀਆਂ 6। ਪੱਛਮੀ ਬੰਗਾਲ ਤੁਹਾਨੂੰ ਲੈ ਕੇ ਚੱਲਦਾ। ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਵੀ ਹੈ, ਤ੍ਰਿਣਮੂਲ ਕਾਂਗਰਸ ਵੀ ਹੈ, ਉੱਥੇ ਖੱਬੇ ਪੱਖੀ ਧਿਰਾਂ ਵੀ ਨੇ। ਇਹ ਤਿੰਨੇ ਹੀ ਧਿਰਾਂ ਭਾਜਪਾ ਵਿਰੋਧੀ ਗੱਠਜੋੜ ਦੇ ਵਿੱਚ ਸ਼ਾਮਿਲ ਨੇ। ਇਹਨਾਂ ਤਿੰਨਾਂ ਹੀ ਧਿਰਾਂ ਨੇ ਹੁਣ ਕਾਮਰੇਡ ਕਹਿਣਗੇ ਜੀ ਸਾਡਾ ਤਾਂ ਇੱਥੇ ਸਭ ਤੋਂ ਲੰਬਾ ਸਮਾਂ ਰਾਜ ਰਿਹਾ, ਸਾਨੂੰ ਅੱਧੀਆਂ ਸੀਟਾਂ ਚਾਹੀਦੀਆਂ। ਕਾਂਗਰਸ ਆਖੂਗੀ ਕਿ ਸਾਨੂੰ ਦੱਸ ਤਾਂ ਦਿਓ। ਤੇ ਮਮਤਾ ਬੈਨਰਜੀ ਤੁਹਾਨੂੰ ਕੀ ਲੱਗਦਾ ਕਿ ਇੱਕ ਵੀ ਸੀਟ, ਇੱਕ ਸਿੰਗਲ ਸੀਟ ਵੀ ਉਹਨਾਂ ਪਾਰਟੀਆਂ ਦੇ ਲਈ ਛੱਡਣ ਨੂੰ ਤਿਆਰ ਹੋਊ? ਕਿਉਂਕਿ ਹੋਰ ਕਿਸੇ ਸੂਬੇ 'ਚੋਂ ਤੁਹਾਨੂੰ ਕੁਝ ਲੱਭਣਾ ਨਹੀਂ। ਪੰਜਾਬ ਆ ਜਾਓ, ਪੰਜਾਬ ਦੇ ਵਿੱਚੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਏ ਧਿਰਾਂ ਉਹਦੇ ਵਿੱਚ ਸ਼ਾਮਿਲ ਹੈ। ਇਸੇ ਕਰਕੇ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧ ਕਰਦੇ ਸੀ ਕਿ ਭਾਈ ਕਿਸੇ ਵੀ ਉਸ ਗੱਠਜੋੜ ਦੇ ਵਿੱਚ ਨਾ ਜਾਓ ਜਿੱਥੇ ਆਮ ਆਦਮੀ ਪਾਰਟੀ ਹੋਵੇ। ਇਹਨਾਂ ਨੇ ਸਾਡਾ ਇੱਥੇ ਕੰਮ ਬੜਾ ਖਰਾਬ ਕੀਤਾ। ਪੰਜਾਬ ਦੀਆਂ 13 ਸੀਟਾਂ ਨੇ। ਹੁਣ ਆਮ ਆਦਮੀ ਪਾਰਟੀ ਆਖੂਗੀ ਕਿ ਸਾਡੇ 92 ਜਿੱਤੇ ਆ ਭਾਈ, ਅਸੀਂ 11 ਜਾਂ 12 ਸੀਟਾਂ ਤੇ ਲੜਾਂਗੇ, ਇੱਕ ਲੈ ਲਓ। ਤੇ ਕਾਂਗਰਸ ਪਾਰਟੀ ਆਖੂਗੀ ਸਾਡੇ 7-8 ਮੈਂਬਰ ਪਾਰਲੀਮੈਂਟ ਨੇ, ਘੱਟੋ ਘੱਟ ਸਿਟਿੰਗ ਐਮਪੀ ਵਾਲੀਆਂ ਤਾਂ ਸੀਟਾਂ ਸਾਨੂੰ ਦਿਓ। ਜਾਨੀ ਇੰਡੀਆ ਗੱਠਜੋੜ ਦਾ ਚੇਅਰਪਰਸਨ ਕੌਣ ਹੋਏਗਾ? ਤਾਲਮੇਲ ਕਮੇਟੀ ਦੇ ਵਿੱਚ 11 ਬੰਦੇ ਕਿਹੜੇ ਹੋਣਗੇ? ਸੰਧਾਲੀਆ ਸਾਹਿਬ ਸ਼ਾਇਦ ਮੇਰੇ ਵਾਂਗੂ ਕੌੜਾ ਘੁੱਟ ਭਰੇ ਹੀ ਲੈਣ, ਪਰ ਇਧਰਲੇ ਪਾਸੇ ਸੀਟ ਸ਼ੇਅਰਿੰਗ ਵਾਲੇ ਮੁੱਦੇ ਦੇ ਉੱਤੇ ਤੁਹਾਡੇ ਵਾਂਗੂ ਕੌੜਾ ਘੁੱਟ ਭਰਿਆ ਨਹੀਂ ਜਾਣਾ। ਦਿੱਲੀ 'ਚ ਵੀ ਤਾਂ ਇਹ ਕੁਛ ਹੀ ਹੋਣਾ। ਸੀਟਾਂ 7 ਨੇ, ਨਾ ਕਾਂਗਰਸ ਦੇ ਕੋਲ ਕੋਈ ਆ ਤੇ ਨਾ ਆਪ ਦੇ ਕੋਲ, ਤੇ ਦੋਏ ਤਰ੍ਹਾਂ ਕਹਿਣਗੇ ਰਾਜਧਾਨੀ ਥੋੜ੍ਹੇ ਛੱਡਣੀ ਆ, ਹੋਰ ਜੋ ਮਰਜ਼ੀ ਛਡਾ ਲਓ। ਨਹੀਂ, ਦੇਖੋ ਕਾਰਨ ਇਹ ਆ ਵੀ ਇਹ ਨਾ ਬੜੀ ਜਿਸ ਤਰ੍ਹਾਂ ਦੀ ਚੀਜ਼ ਅੱਜ ਬਣਾ ਕੇ ਪੇਸ਼ ਕੀਤੀ ਗਈ ਆ, ਤੇ ਬਹੁਤਾ ਕਰਕੇ ਜਿਹੜੀਆਂ ਧਿਰਾਂ ਇਸ ਗੱਠਜੋੜ 'ਚ ਸ਼ਾਮਲ ਨੇ ਉਹਨਾਂ ਨੂੰ ਵੀ ਲੱਗਦਾ ਵੀ ਅਸੀਂ ਕੁਛ ਨਾ ਕੁਛ ਬਣਾ ਲਿਆ। ਇਹ ਉੱਦਾਂ ਹੀ ਆ ਜਿੱਦਾਂ ਵੀ ਵਾਹਵਾ ਦਿਨਾਂ ਦਾ ਬੰਦਾ ਲੱਗਾ ਹੋਵੇ ਵੀ ਯਾਰ ਕਿਸੇ ਪਾਸੇ ਗੱਲ ਬਣ ਨਹੀਂ ਡਈ, ਅਖੀਰ ਰਿਸ਼ਤਾ ਸਿਰੇ ਚੜ੍ਹ ਜੇ ਤੇ ਉਧਰੋਂ ਵੀ ਹਾਂ ਹੋ ਜੇ, ਉਧਰੋਂ ਵੀ ਹਾਂ ਹੋ ਜੇ, ਪਰ ਗਰਾਰੀ ਅਜੇ ਵਿਚੋਲੇ ਤੇ ਫਸੀ ਹੋਵੇ ਵੀ ਯਾਰ ਚਲੋ ਵਿਚੋਲੇ ਨਾਲ ਗੱਲ ਨਿਬੇੜਦੇ ਆ ਵੀ ਗਾਂਹ ਕਿੱਦਾਂ ਚੱਲਣਾ। ਅਜੇ ਮੈਨੂੰ ਲੱਗਦਾ ਉੱਦਾਂ ਜਿਹਦੀ ਹਾਂ ਹੋਈ ਆ, ਤੇ ਇਹੋ ਜਿਹੇ ਜਿਹੜੇ ਕੱਚ ਘਰੜ ਜਿਹੇ ਰਿਸ਼ਤੇ ਹੁੰਦੇ ਆ ਉਹ ਕਿੰਨੇ ਕੁ ਪੂਰੇ ਚੜ੍ਹਦੇ ਹੁੰਦੇ ਆ ਆਪਾਂ ਸਾਰਿਆਂ ਨੂੰ ਪਤਾ। ਹੁਣ ਇਹਦੇ 'ਚ ਇੱਕ ਗੱਲ ਤੁਸੀਂ ਦੇਖੋ ਬਿਆਨਾਂ ਦੀ। ਹੁਣ ਜੇ ਆਪਾਂ ਬਾਕੀ ਸਾਰੀਆਂ ਚੀਜ਼ਾਂ ਤੋਂ ਹਟ ਕੇ ਥੋੜ੍ਹਾ ਜਿਹਾ ਪਹਿਲਾਂ ਪੰਜਾਬ ਵਾਲੇ ਪਾਸੋਂ ਜਿਹੜੇ 2 ਬਿਆਨ ਆ ਗਏ ਨੇ ਆਪਾਂ ਉਹਨਾਂ ਦਾ ਜ਼ਿਕਰ ਕਰ ਲਈਏ। ਇੱਕ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਬਿਆਨ ਆ, ਉਹ ਕਹਿੰਦੇ ਯਾਰ ਕੋਈ ਇਹਨੂੰ ਇਹ ਨਾ ਸਮਝੇ ਵੀ ਅਸੀਂ ਬੜਾ ਸਮਰਥਨ ਕਰ ਲਿਆ, ਸਾਡਾ ਬੜਾ ਗੱਠਜੋੜ ਹੋ ਗਿਆ, ਇੱਦਾਂ ਦੀ ਗੱਲ ਕੋਈ ਨਹੀਂ ਹੈਗੀ। ਅਸੀਂ ਸਿਰਫ ਆਰਡੀਨੈਂਸ ਦੇ ਮੁੱਦੇ ਦੇ ਉੱਪਰ ਸਮਰਥਨ ਦਿੱਤਾ, ਸੀਟਾਂ ਸੂਟਾਂ ਸ਼ੇਅਰ ਕਰਨ ਵਾਲੀ ਕੋਈ ਗੱਲਬਾਤ ਨਹੀਂ ਹੈਗੀ। ਉਹ ਸਾਡੀ ਵਿਰੋਧੀ ਪਾਰਟੀ ਆ ਤੇ ਸਾਡੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ। ਹੁਣ ਮੈਂ ਸੋਚਦਾ ਸੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਇੱਥੇ ਆਪਣੇ ਹਿਸਾਬ ਨਾਲ ਬਿਆਨ ਦੇਈ ਜਾਂਦੇ ਨੇ। ਹੁਣ ਪੰਜਾਬ ਦੀਆਂ ਜੇ ਸੀਟਾਂ ਦੀ ਗੱਲ ਕਰੀਏ 13 ਸੀਟਾਂ ਦੇ ਹਿਸਾਬ ਨਾਲ ਬਿਆਨ ਦੇਈ ਜਾਂਦੇ ਨੇ। ਉੱਧਰ ਜੇ ਖੜਗੇ ਸਾਹਿਬ ਦਾ ਆਪਾਂ ਜ਼ਿਕਰ ਕਰ ਲਈਏ ਜਾਂ ਸੋਨੀਆ ਗਾਂਧੀ ਹੋਰਾਂ ਦਾ ਜ਼ਿਕਰ ਕਰ ਲਈਏ, ਉਹ ਪੂਰੇ ਭਾਰਤ ਦੀਆਂ ਜਿਹੜੀਆਂ ਸੀਟਾਂ ਨੇ 550 ਤੋਂ ਉੱਪਰ ਦੀਆਂ ਲਾਗੇ ਬਣੇ ਉਹਨਾਂ ਦੀਆਂ ਗੱਲਾਂ ਕਰੀ ਜਾਂਦੇ। ਹੁਣ ਕਹਿਣ ਤੋਂ ਭਾਵ ਇਹ ਕਿ ਵੀ ਜਿੱਥੇ ਜਿੱਥੇ ਆਪਾਂ ਪਹਿਲਾਂ ਸ਼ੱਕ ਜ਼ਾਹਰ ਕੀਤਾ ਸੀਗਾ ਉਹ ਚੀਜ਼ ਹੋਣ ਵੀ ਲੱਗ ਪਈ। ਇਹ ਚੀਜ਼ ਦਾ ਫਿਕਰ ਬਾਜਵਾ ਸਾਹਿਬ ਨੂੰ ਸੀਗਾ, ਇਸ ਕਰਕੇ ਉਹਨਾਂ ਨੇ ਆਪਣੇ ਵੱਲੋਂ ਬਿਆਨ ਦੇ ਦਿੱਤਾ। ਪਰ ਹੁਣ ਗੱਲ ਇਹ ਆ ਵੀ ਨਬਜ਼ ਤੇ ਜਾਖੜ ਸਾਹਿਬ ਨੂੰ ਪਤਾ ਨਾ, ਕਿਉਂਕਿ ਇਸੇ ਪਾਰਟੀ 'ਚੋਂ ਰਹੇ, ਤੇ ਉਹਨਾਂ ਨੇ ਬਿਆਨ ਦੇਣਾ ਸ਼ੁਰੂ ਵੀ ਕਰ ਦਿੱਤਾ। ਉਹ ਕਹਿੰਦੇ ਆਹ ਲਓ ਜੀ ਕਮਾਲ ਹੋ ਗਈ ਏ। ਹੁਣ ਕਾਂਗਰਸ ਪਾਰਟੀ ਜਿਹੜੀ ਉਹ ਕਲੀਅਰ ਕਰ ਦੇਵੇ ਵੀ ਉਹ ਸਰਕਾਰੀ ਧਿਰ ਆ ਪੰਜਾਬ 'ਚ ਕਿ ਵਿਰੋਧੀ ਧਿਰ ਆ, ਕਿਉਂਕਿ ਗੱਠਜੋੜ ਤੇ ਤੁਹਾਡਾ ਹੋ ਗਿਆ। ਹੁਣ ਇਹਦਾ ਜਵਾਬ ਕੀ ਦੇਣਗੇ? ਰੌਲਾ ਤੇ ਆ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਏਬੀ ਟੀਮਾਂ ਵਾਲਾ ਰੌਲਾ ਬਹੁਤ ਚੱਲਦਾ। ਸਾਨੂੰ ਤਾਂ ਵੈਸੇ ਪਤਾ ਨਹੀਂ ਅੰਦਰ ਖਾਤੇ ਗੁੱਝਾ ਜਾਂ ਕੌਣ ਕਿਹਦੇ ਨਾਲ ਰਲਿਆ, ਪਰ ਅੱਗੇ ਰੌਲਾ ਪੈਂਦਾ ਹੁੰਦਾ ਸੀ ਭਾਜਪਾ ਤੇ ਆਪ ਇੱਕ ਨੇ ਜੀ, ਆਪ ਭਾਜਪਾ ਦੀ ਬੀ ਟੀਮ ਆ, ਬੜਾ ਚਰਚਾ ਚੱਲਦਾ ਹੁੰਦਾ ਸੀ, ਕਾਂਗਰਸੀ ਕਹਿੰਦੇ ਹੁੰਦੇ ਸੀ ਨਾ। ਹੁਣ ਜਾਖੜ ਸਾਹਿਬ ਨੂੰ ਮੌਕਾ ਮਿਲ ਗਿਆ, ਅਗਲੇ ਤੱਤੇ ਪ੍ਰਧਾਨ ਬਣੇ ਆ ਪੰਜਾਬ ਦੇ ਹੱਕ ਦੇ ਵਿੱਚ। ਉਹਨਾਂ ਨੇ ਚੰਡੀਗੜ੍ਹ ਵਾਲੇ ਮੁੱਦੇ ਤੇ ਸਟੈਂਡ ਵੀ ਲਿਆ, ਤੇ ਉਹਨਾਂ ਨੇ ਤਾਂ ਹੁਣ ਹਰ ਜਗ੍ਹਾ ਜਾ ਕੇ ਇਹੀ ਕਹਿਣਾ। ਦੇਖੋ ਗੱਲ ਇਸ ਤਰ੍ਹਾਂ ਕਿ ਕਰਨਾ ਕੀ ਹੈ, ਉੱਪਰਲੇ ਪਾਸੇ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ, ਉੱਥੇ ਆਪ ਤੇ ਕਾਂਗਰਸ ਵਾਲੇ ਇਕੱਠੇ ਬੈਠੇ ਹੁੰਦੇ ਆ। ਇੱਥੇ ਤੁਸੀਂ ਵੇਖੋ ਕਿ ਸਾਰੇ ਜਣੇ ਆਪਸ ਦੇ ਵਿੱਚ ਰਲ ਮਿਲ ਕੇ ਜਿਹੜਾ ਉਹ ਗੇਮ ਖੇਡੀ ਜਾਂਦੇ ਆ। ਪੰਜਾਬ ਦੇ ਵਿੱਚ ਇੱਕ ਦੂਸਰੇ ਨੂੰ ਜਿਹੜੀਆਂ
ਉਹ ਗਾਲਾਂ ਕੱਢੀ ਜਾਂਦੇ ਆ। ਇਸ ਕਰਕੇ ਹਾਲਾਤ ਬੜੇ ਅਜੀਬੋ-ਗਰੀਬ ਨੇ। ਹੁਣ ਉਹ ਕਹੀ ਜਾਂਦੇ ਆ ਸਾਰਾ ਕੁਝ, ਪਰ ਜਾਖੜ ਸਾਹਿਬ ਨੇ ਜਿਹੜਾ ਹਮਲਾ ਕੀਤਾ, ਇਹ ਹਮਲਾ ਅਕਾਲੀਆਂ ਨੇ ਵੀ ਕੀਤਾ। ਉਹ ਕਹਿੰਦੇ ਜੀ ਵੇਖ ਲਿਆ ਪੰਜਾਬ ਦੇ ਲੋਕੋ, ਆ ਵੇਖੋ ਜਿਹੜੇ ਪਹਿਲੇ ਨੰਬਰ ਤੇ ਲਿਆਂਦੇ ਸੀ ਉਹ ਦੂਜੇ ਨੰਬਰ ਵਾਲਿਆਂ ਨਾਲ ਉੱਥੇ ਰਲ ਕੇ ਬੈਠੇ ਆ। ਜਾਣੀ ਹੁਣ ਭਾਜਪਾ ਤੇ ਅਕਾਲੀ ਦਲ ਨੂੰ ਸੰਧਾਲੀਆ ਸਾਹਿਬ ਇੱਕ ਮੌਕਾ ਮਿਲ ਗਿਆ, ਤੇ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਕੋਈ ਮੌਕਾ ਵੀ ਛੱਡਦਾ ਹੁੰਦਾ, ਕੋਈ ਢਿੱਲਾ ਵੀ ਪੈਂਦਾ ਹੁੰਦਾ। ਤੇ ਠੀਕ ਹੈ, ਉੱਪਰਲੇ ਪਾਸੇ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਹੋਊਗੀ, ਉੱਪਰਲੇ ਪਾਸੇ ਉਹਨਾਂ ਨੂੰ ਸਿਆਸੀ ਤੌਰ ਤੇ ਫਾਇਦੇ ਦਿਸਦੇ ਹੋਣਗੇ, ਪਰ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੰਜਾਬ 'ਚ ਭੋਰਾ ਜਵਾਬ ਦੇਣਾ ਔਖਾ ਜ਼ਰੂਰ ਹੋ ਜਾਣਾ ਹੀ। ਇਹਦੇ 'ਚ ਨਾ ਆਪਾਂ ਇੱਕ ਚੀਜ਼ ਹੋਰ ਐਡ ਕਰੀਏ। ਮੈਨੂੰ ਜੋ ਲੱਗਦਾ, ਹੋ ਸਕਦਾ ਮੈਂ ਗਲਤ ਹਾਂ, ਪਰ ਤੁਸੀਂ ਇਹਨਾਂ ਨੇ ਭਵਿੱਖਬਾਣੀ ਕਰਦਾ ਕਰ, ਕੁਛ ਪਤਾ ਨਹੀਂ ਹੁੰਦਾ, ਕਿਸੇ ਵੇਲੇ ਸੱਚੀ ਵੀ ਹੋ ਜਾਂਦੀ। ਪਰ ਪਤਾ ਨਹੀਂ, ਮੈਨੂੰ ਇਹ ਜਾਪਦੀ ਹੈ ਗੱਲ ਵੀ ਅਜੇ ਨਾ 2024 ਦੀਆਂ ਇਲੈਕਸ਼ਨਾਂ ਬੜੀ ਦੂਰ ਨੇ, ਤੇ ਉਦੋਂ ਪਹਿਲਾਂ ਕੁਝ ਕੁ ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਆ, ਤੇ ਉਹਨਾਂ ਸੂਬਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਪਰ ਜਿੰਨੀਆਂ 26 ਪਾਰਟੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਦਾ ਆਪਸ 'ਚ ਸਿੱਧਾ ਟਕਰਾਅ ਵੀ ਹੈਗਾ। ਹੁਣ ਗੱਲ ਇਹ ਆ ਵੀ ਕੀ 2024 ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਜੇ ਇਹਨਾਂ ਨੂੰ ਜਾਪਦਾ ਵੀ ਅਸੀਂ ਇਕੱਠੇ ਹਾਂ, ਅਸੀਂ ਇੱਕ ਸਹੁਰੇ ਹਾਂ, ਅਸੀਂ ਭਾਰਤ ਬਚਾਉਣਾ, ਜਾਂ ਅਸੀਂ ਬੀਜੇਪੀ ਤੋਂ ਦੇਸ਼ ਨੂੰ ਬਚਾਉਣਾ, ਲੋਕਤੰਤਰ ਨੂੰ ਬਚਾਉਣਾ, ਜਾਂ ਇੰਡੀਆ ਜਿਹੜਾ ਕਿ ਨਵੇਂ ਗੱਠਜੋੜ ਦਾ ਨਾਂ ਰੱਖ ਲਿਆ, ਇਹਦੀ ਸਰਕਾਰ ਬਣਾਉਣੀ ਆ, ਤੇ ਉਹਦੇ ਲਈ ਉਹ ਜਿਹੜੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ ਉਹਦੇ ਵਿੱਚ ਕੀ ਹੋਊਗਾ? ਹੁਣ ਉਹ ਇੱਕ ਵੱਡਾ ਸਵਾਲ ਹੋਣਾ। ਤੇ ਮੈਨੂੰ ਬਹੁਤਾ ਕਰਕੇ ਇਹ ਜਾਪਦਾ ਵੀ ਹੋ ਸਕਦਾ ਇੱਕ 'ਚ ਨਾ ਪਵੇ, ਦੂਸਰੇ 'ਚ ਰੇੜਕਾ ਪੈ ਜਾਣਾ, ਦੂਸਰੇ 'ਚ ਨਾ ਪਿਆ ਤੇ ਤੀਸਰੇ 'ਚ ਰੇੜਕਾ ਪੈ ਜਾਣਾ, ਕਿਉਂਕਿ 26 ਪਾਰਟੀਆਂ ਨੇ, ਤੇ 26 ਦੇ ਵਿੱਚੋਂ 2-3 ਪਾਰਟੀਆਂ ਦਾ 3-4 ਸਟੇਟਾਂ ਦੇ ਵਿੱਚ ਤੇ ਸਿੱਧਾ ਸਾਹਮਣਾ। ਇਹ ਉੱਦਾਂ ਹੀ ਜਿੱਦਾਂ ਆਪਾਂ ਪੰਜਾਬ ਦੀ ਉਦਾਹਰਨ ਦੇ ਲਈਏ ਵੀ ਮੰਨ ਲਓ ਕੱਲ੍ਹ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ, ਤੇ ਅੱਜ ਉੱਪਰ ਜੇ ਅਲਾਇੰਸ ਹੋ ਗਿਆ ਤੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ, ਫਿਰ ਕੀ ਗੱਲ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਖੜੇ ਨਹੀਂ ਕਰਨਗੇ ਬੰਦੇ? ਸੋ ਇਹ ਮੈਨੂੰ ਜਾਪਦਾ ਵੀ ਇੱਕ ਵਿੱਚ ਪ੍ਰੀਖਿਆ ਦੀ ਘੜੀ ਹੋ ਜਾਣੀ ਆ। ਦੂਜੀ ਚੀਜ਼ ਮੈਨੂੰ ਲੱਗਦਾ ਹੈ ਕਿ ਆਪੋ ਆਪਣੇ ਮਫਾਦ ਵੀ ਹੈਗੇ ਆ। ਹੁਣ ਜੇ ਆਪਾਂ ਮਫਾਦਾਂ ਦੀ ਗੱਲ ਕਰੀਏ, ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਤੇ ਉਹਨਾਂ ਦੇ ਲਈ ਸਭ ਤੋਂ ਵੱਡਾ ਮਫਾਦ ਤੇ ਆਹੀ ਹੈ ਨਾ ਵੀ ਜਿਹੜਾ ਆਰਡੀਨੈਂਸ ਆਇਆ ਜੀ, ਇਹਦਾ ਕੀ ਕਰਨਾ। ਹਾਲਾਂਕਿ ਸੁਪਰੀਮ ਕੋਰਟ ਵਾਲੇ ਪਾਸਿਓਂ ਇੱਕ ਕੇਸ ਦੇ ਵਿੱਚ ਰਾਹਤ ਸੀਗੀ, ਪਰ ਜਿਹੜਾ ਅਸਲ ਮੁੱਦਾ ਹੈ ਕਿ ਵੀ ਇਹਨਾਂ ਦੇ ਕੋਲ ਹੱਕ ਹਕੂਕ ਆਉਂਦੇ ਨੇ ਪੂਰੇ ਕਿ ਨਹੀਂ ਆਉਂਦੇ। ਉਹ ਜਿਹੜਾ ਆਰਡੀਨੈਂਸ ਹੈ ਉਹ ਕਿਤੇ ਪੱਕਾ ਪਰਮਾਨੈਂਟ ਤਾਂ ਨਹੀਂ ਬਣ ਜਾਂਦਾ। ਇਸ ਕਰਕੇ ਵਿਰੋਧ ਦੇ ਵਿੱਚ ਬੰਦੇ ਚਾਹੀਦੇ ਆ, ਤੇ ਵਿਰੋਧ ਦੇ ਵਿੱਚ ਜਿਹੜੀਆਂ 26 ਪਾਰਟੀਆਂ ਨੇ, ਇਹ ਆਪਣੇ ਬੰਦੇ ਚਲੋ ਕਹਿ ਦੇਣਗੇ ਵੀ ਹਾਂਜੀ ਅਸੀਂ ਵਿਰੋਧ ਕਰ ਦਿੰਦੇ ਹਾਂ ਜੀ, ਚਲੋ ਠੀਕ ਹੈ, ਅਸੀਂ ਤੁਹਾਡੇ ਨਾਲ ਆ। ਪਰ ਜੇ ਉਸ ਵਿਰੋਧ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਗਿਆ, ਫਿਰ ਤੇ ਅਗਲੇ ਕਹਿਣਗੇ ਵੀ ਆਪਾਂ ਜੁੜੇ ਰਹਿੰਦੇ। ਤੇ ਜੇ ਮੰਨ ਲਓ ਵੀ ਉਨੇ ਕੁ ਬੰਦਿਆਂ ਦੇ ਨਾਲ ਗੱਲ ਨਾ ਬਣੀ, ਅਗਲਿਆਂ ਦੀ ਉੱਥੇ ਨਾ ਰੋਕ ਲੱਗ ਸਕੀ, ਤੇ ਫਿਰ ਉਹ ਸਮਾਂ ਲੰਘਣ ਤੋਂ ਬਾਅਦ ਕੀ 2024 ਦੀਆਂ ਇਲੈਕਸ਼ਨਾਂ ਗਾਂਹ ਜਨਵਰੀ-ਫਰਵਰੀ ਤੱਕ ਜਾਂਦਿਆਂ ਤੱਕ ਇਹਨਾਂ ਨੂੰ ਜਾਪੂਗਾ ਵੀ ਯਾਰ ਹੁਣ ਇਸ ਅਲਾਇੰਸ ਦੇ ਵਿੱਚ ਰਹਿਣ ਦੀ ਲੋੜ ਹੈ ਕਿ ਨਹੀਂ ਲੋੜ? ਕਿਉਂਕਿ ਇਹ ਨਹੀਂ ਆਪਾਂ ਕਹਿ ਸਕਦੇ ਵੀ ਚੋਣਾਂ 15 ਦਿਨਾਂ ਨੂੰ ਨੇ, ਜਾਂ ਪਰਸੋਂ ਜਿਹੜਾ ਚੋਣ ਜ਼ਾਬਤਾ ਲੱਗ ਜਾਣਾ ਤੇ ਹੁਣ ਇਹ ਜਿਹੜਾ ਗੱਠਜੋੜ ਬਣ ਗਿਆ ਤਾਂ ਫਿਕਸ ਹੋ ਗਿਆ, ਬਸ ਹੁਣ ਹੋਰ ਕੁਝ ਹੋਣਾ ਹੀ ਨਹੀਂ। ਅਜੇ ਮੈਨੂੰ ਲੱਗਦਾ ਵੀ ਫੇਜ਼ ਕਈ ਆਉਣੇ ਆ, ਚੁਣੌਤੀਆਂ ਕਈ ਨੇ, ਤੇ ਉਦੋਂ ਤੱਕ ਹਰੇਕ ਪੋਲੀਟੀਕਲ ਪਾਰਟੀ ਨੇ ਆਪਣੀ ਜਮ੍ਹਾਂ ਘਟਾਓ ਵੱਖਰੀ ਕਾਪੀ ਤੇ ਕਰਨੀ ਹੈ। ਆਪਾਂ ਅਗਲੇ ਪਾਸੇ ਨੂੰ ਤੁਰਨਾ ਬੀਜੇਪੀ ਵਾਲੀ ਮੀਟਿੰਗ ਵੱਲ ਨੂੰ, ਪਰ ਮੈਂ ਦੱਸ ਦਿਆਂ ਕਿ ਜੇ ਰਫੜ ਪਿਆ ਤਾਂ ਸਿਰਫ 2 ਪਾਰਟੀਆਂ ਦਾ ਪੈਣਾ, ਉਹ ਕਾਂਗਰਸ ਤੇ ਆਪ ਦਾ। ਮੱਧ ਪ੍ਰਦੇਸ਼ ਦੀਆਂ ਚੋਣਾਂ ਨੇ, ਛੱਤੀਸਗੜ੍ਹ ਦੇ ਵਿੱਚ ਵੋਟਾਂ ਨੇ, ਤੇ ਰਾਜਸਥਾਨ ਦੇ ਵਿੱਚ ਵੀ ਚੋਣਾਂ ਦਾ ਕੰਮ ਜਿਹੜਾ ਅਗਲੇ ਪਾਸੇ ਨੂੰ ਤੁਰਿਆ। ਮੱਧ ਪ੍ਰਦੇਸ਼ ਦੇ ਵਿੱਚ ਇਸ ਕਰਕੇ ਕੰਮ ਠੰਡਾ ਰਹਿ ਜਾਊਗਾ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ। ਉੱਥੇ ਕਾਂਗਰਸ ਨੇ ਵੀ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨਾ, ਤੇ ਆਮ ਆਦਮੀ ਪਾਰਟੀ ਨੇ ਵੀ ਖਿਲਾਫ ਪ੍ਰਚਾਰ ਕਰਨਾ। ਹੋਰ ਕੋਈ ਧਿਰ ਜਿਹੜੀ ਕਿ ਭਾਜਪਾ ਵਿਰੋਧੀ ਗੱਠਜੋੜ ਦੇ ਵਿੱਚ ਹਿੱਸੇਦਾਰ ਹੋਵੇ ਤੇ ਉਹ ਮੱਧ ਪ੍ਰਦੇਸ਼ ਦੇ ਵਿੱਚ ਚੋਣ ਲੜੇ, ਐਸੀ ਗੱਲ ਨਹੀਂ। ਸੋ ਮੱਧ ਪ੍ਰਦੇਸ਼ ਦੇ ਵਿੱਚ ਹੋ ਸਕਦਾ ਕਿ ਕਾਟੋ ਕਲੇਸ਼ ਘੱਟ ਪਵੇ, ਪਰ ਰਾਜਸਥਾਨ ਦੇ ਵਿੱਚ ਪੂਰਾ ਪਊਗਾ। ਹੁਣ ਰਾਜਸਥਾਨ ਦੇ ਵਿੱਚ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਰੈਲੀਆਂ ਕਰਕੇ ਆਏ ਆ, ਤੇ ਰੈਲੀਆਂ ਰਾਜਸਥਾਨ ਦੇ ਖਿਲਾਫ ਤਾਂ ਨਹੀਂ ਕਰਕੇ ਆਏ, ਉੱਥੋਂ ਦੀ ਸਰਕਾਰ ਦੇ ਖਿਲਾਫ ਕਰਕੇ ਆਏ ਆ। ਸਰਕਾਰ ਕਿਹਦੀ ਹੈ? ਅਸ਼ੋਕ ਗਹਿਲੋਤ ਦੀ। ਅਸ਼ੋਕ ਗਹਿਲੋਤ ਕੌਣ ਹੈ? ਕਾਂਗਰਸ ਦਾ ਲੀਡਰ ਹੈ, ਤੇ ਕਾਂਗਰਸ ਦੇ ਨਾਲ ਹੀ ਉਹ ਗੱਠਜੋੜ ਹੈ। ਮੈਂ ਫਿਰ ਕਹਿਣਾ ਕਿ ਬਿਲਕੁਲ ਵੀ ਕਿਸੇ ਧਿਰ ਨੇ ਇਸ ਗੱਠਜੋੜ ਦੇ ਵਿੱਚ ਇਹ ਨਹੀਂ ਕਿਹਾ ਕਿ ਅਸੀਂ ਇੱਕ ਦੂਸਰੇ ਦੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹਾਂ। ਕਿਸੇ ਨੇ ਬਿਲਕੁਲ ਵੀ ਇਹ ਨਹੀਂ ਕਿਹਾ ਕਿ ਅਸੀਂ ਆਹ ਕਰ ਦੇਣਾ ਇਕੱਠੇ ਹੋ ਕੇ। ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਗੱਠਜੋੜ ਕਰਨਾ ਹੈ ਤੇ ਅਸੀਂ ਇੱਕ ਦੂਜੇ ਲਈ ਪ੍ਰਚਾਰ ਕਰਨਾ। ਪਰ ਇੱਕੋ ਹੀ ਗੱਲ ਕਿ ਅਸੀਂ ਬੀਜੇਪੀ ਤੇ ਮੋਦੀ ਸਾਹਿਬ ਨੂੰ ਹਰਾਉਣਾ ਹੈ। ਹੁਣ ਰਾਜਸਥਾਨ ਦੇ ਵਿੱਚ ਜਾ ਕੇ ਜਦੋਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਪ੍ਰਚਾਰ ਕਰਨਗੇ, ਇਹੀ ਕਹਿਣਗੇ ਨਾ ਗਹਿਲੋਤ ਸਾਹਿਬ ਨੇ ਰਾਜਸਥਾਨ ਲੁੱਟ ਲਿਆ, ਗਹਿਲੋਤ ਸਾਹਿਬ ਨੇ ਖਾ ਲਿਆ, ਗਹਿਲੋਤ ਸਾਹਿਬ ਦੀ ਸਰਕਾਰ ਲਾਓ। ਤੇ ਉੱਥੇ ਕੀ ਸੀਟ ਸ਼ੇਅਰਿੰਗ ਹੁੰਦੀ ਹੈ? ਬਿਲਕੁਲ ਨਹੀਂ ਹੋਣੀ। ਰਾਜਸਥਾਨ ਦੇ ਵਿੱਚ ਕਾਂਗਰਸ ਪਾਰਟੀ ਨੇ ਮੰਨਣਾ ਹੀ ਨਹੀਂ, ਕਿਉਂਕਿ ਉਹਨੂੰ ਲੱਗਦਾ ਸਾਡੀ ਸਰਕਾਰ ਹੈ, ਸਾਡੀ ਫਿਰ ਬਣ ਜਾਣੀ ਹੈ। ਪਰ ਉੱਥੇ ਕਿੰਨਾ ਕੁ ਵੱਡੀ ਪੱਧਰ ਦੇ ਉੱਤੇ ਪ੍ਰਚਾਰ ਆਮ ਆਦਮੀ ਪਾਰਟੀ ਕਰਦੀ ਹੈ, ਕਿੰਨੇ ਕੁ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੀ ਹੈ। ਤੇ ਜੇ ਤਾਂ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਚੰਗੀ ਰਹੀ ਤਾਂ ਸੰਧਾਲੀਆ ਸਾਹਿਬ ਇਹਨਾਂ ਦਾ ਗੱਠਜੋੜ ਦੇ ਅੰਦਰ ਵੀ ਪ੍ਰਭਾਵ ਮਜ਼ਬੂਤ ਹੋਣਾ ਤੇ ਸੀਟ ਸ਼ੇਅਰਿੰਗ ਵਾਲੇ ਮੁੱਦੇ ਦੇ ਉੱਤੇ ਵੀ ਮਜ਼ਬੂਤ ਹੋ ਜੂ। ਪਰ ਜੇ ਉੱਥੇ ਆਪਸ ਦੇ ਵਿੱਚ ਇਹਨਾਂ ਦਾ ਕੁੰਡਾ ਬਹੁਤਾ ਭਿੜ ਗਿਆ
ਤਾਂ ਫਿਰ ਹੋ ਸਕਦਾ ਕਿ ਇੱਕ ਧਿਰ ਗੱਠਜੋੜ ਦੇ ਵਿੱਚੋਂ ਬਾਹਰ ਵੀ ਆ ਜਾਏ। ਬਹੁਤੀ ਆਸ ਹੈ ਕਿ ਅੰਤ ਦੇ ਵਿੱਚ ਜਾ ਕੇ, ਆਖਰੀ ਸਮੇਂ ਦੇ ਉੱਤੇ ਜਾ ਕੇ ਆਮ ਆਦਮੀ ਪਾਰਟੀ ਪੈਰ ਪਿਛਾਂ ਖਿੱਚ ਸਕਦੀ ਹੈ, ਲੋਕਾਂ ਨੂੰ ਇਹ ਦੱਸਣ ਦੇ ਲਈ ਕਿ ਅਸੀਂ ਇਦਾਂ ਦੇ ਲੋਕਾਂ ਨਾਲ ਨਹੀਂ ਬਹਿਣਾ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹੋਆ। ਬਸ ਆਹੀ ਇੱਕ ਚੱਕਰ ਆ। ਬਾਕੀ ਚਲੋ ਅਜੇ ਆਪਾਂ ਇਦਾਂ ਨਾ ਕਰੀਏ, ਉਹਨਾਂ ਦੀਆਂ ਤਾਂ ਅਜੇ ਚਾਨਣੀਆਂ ਵੀ ਲੱਗੀਆਂ ਯਾਰ, ਅਜੇ ਮੇਜ਼ਾਂ ਤੋਂ ਅਗਲੇ ਕੱਪੜੇ ਵੀ ਨਹੀਂ ਚੁੱਕੇ, ਅਜੇ ਤੇ ਚਟਨੀ ਵਾਲੇ ਡੂੰਘੇ ਵੀ ਉੱਥੇ ਪਏ ਹੋਣੇ ਤੇ ਆਪਾਂ ਹੁਣੇ ਆਖੀਆਂ ਨੇ ਵੀ ਇਹ ਗੱਠਜੋੜ ਬਹੁਤਾ ਚੱਲਣਾ ਨਹੀਂ। ਪਰ ਚਲੋ ਖੈਰ, ਜੋ ਲੱਗਦਾ ਹੁੰਦਾ ਆਪਣਾ ਕੰਮ ਆ ਵੀ ਉਸ ਚੀਜ਼ ਦੇ ਉੱਪਰ ਵਿਚਾਰ ਚਰਚਾ ਕਰ ਲੈਣੀ। ਹੁਣ ਆਪਾਂ ਇੱਕ ਬੇਨਤੀ ਇਹ ਵੀ ਕਰ ਦਈਏ ਵੀ ਜਿਹੜੇ 26 ਦੇ 26 ਦਲ ਨੇ, ਜੇ ਇਹਨਾਂ ਦੀਆਂ ਆਪਾਂ ਲੋਕ ਸਭਾ ਦੇ ਵਿੱਚ ਮੈਂਬਰੀ ਦੀ ਗੱਲ ਕਰੀਏ ਤਾਂ ਸਿਰਫ 50% ਐਸੇ ਦਲ ਨੇ ਜਿਨ੍ਹਾਂ ਦੀਆਂ ਉੱਥੇ ਵਾਕਈ ਸੀਟਾਂ ਹੈਗੀਆਂ ਨੇ। ਬਾਕੀ ਜਿਹੜੇ 50% ਨੇ ਉਹਦਾ ਉੱਥੇ ਲੋਕ ਸਭਾ ਦੇ ਵਿੱਚ ਕੋਈ ਮੈਂਬਰ ਹੈ ਨਹੀਂਗਾ। ਹੁਣ ਜੇ ਆਪਾਂ ਦੂਸਰਾ ਜਿਹੜਾ ਕਿ NDA ਹੈ ਗੱਠਜੋੜ, ਜਿਹੜਾ ਕਿ ਪੁਰਾਣਾ ਗੱਠਜੋੜ ਸੀਗਾ UPA ਦੇ ਖਿਲਾਫ, ਹਾਲਾਂਕਿ UPA ਨੇ ਆਪਣਾ ਨਾਮ ਬਦਲ ਲਿਆ, ਪਾਰਟੀਆਂ ਨਵੀਆਂ ਵਿੱਚ ਐਂਟਰ ਕਰ ਗਈਆਂ। ਉਹਦੇ 'ਚ NDA ਦੀ ਵੀ ਮੀਟਿੰਗ ਹੁੰਦੀ ਆ ਤੇ NDA ਦੀ ਮੀਟਿੰਗ ਦੇ ਵਿੱਚ 20 ਨਵੇਂ ਦਲ ਜਿਹੜੇ ਨੇ ਉਹ ਸ਼ਾਮਲ ਹੁੰਦੇ ਆ। ਹੁਣ ਦਾਅਵਾ ਜਿਹੜਾ ਉਹ ਕਹਿੰਦੇ ਸਾਡੇ ਕੋਲੇ 38 ਨੇ, ਇੱਕ ਪਾਸੇ 26 ਨੇ ਇੰਡੀਆ ਵਾਲਿਆਂ ਦੇ ਕੋਲ, ਕਾਂਗਰਸ ਪਾਰਟੀ ਦੇ ਨਾਲ ਜਿਹੜੀਆਂ ਪਾਰਟੀਆਂ ਜੁੜੀਆਂ ਨੇ, ਭਾਜਪਾ ਦੇ ਨਾਲ ਜਿਹੜੀਆਂ ਜੁੜੀਆਂ ਨੇ, ਹੁਣ ਸਾਰੀਆਂ ਪਾ ਕੇ ਉਹ ਕਹਿੰਦੇ 38 ਦਲ ਨੇ ਸਾਡੇ ਕੋਲੇ। ਹੁਣ 38 ਪਾਰਟੀਆਂ ਦਾ ਗੱਠਜੋੜ ਬਣ ਚੁੱਕਾ ਤੇ ਉਹਦਾ ਨਾਂ ਹੈ NDA। ਤੇ ਉਹਨਾਂ ਨੇ ਦਾਅਵਾ ਇਹ ਕਰ ਦਿੱਤਾ, ਉਹ ਕਹਿੰਦੇ ਵੀ ਬਸ ਪਰਵਾਹ ਨਹੀਂ ਕਰਨੀ, ਹੁਣ ਤੇ ਤੁਸੀਂ ਮੰਨ ਕੇ ਚੱਲੋ ਵੀ ਹਮ ਹੀ ਹਮ ਹੈ, ਹੋਰ ਕੋਈ ਹੈ ਹੀ ਨਹੀਂ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਉਹ ਇੰਡੀਆ ਗਰੁੱਪ ਵਾਲਿਆਂ ਦੀ ਮੀਟਿੰਗ ਹੋਈ ਹੈ ਭਾਜਪਾ ਵਿਰੋਧੀਆਂ ਦੀ, ਉਹਦੇ ਤੇ ਇੱਕ ਟਿੱਪਣੀ ਕੀਤੀ। ਉਹ ਕਹਿੰਦੇ ਜੀ ਦੇਖੋ, ਭ੍ਰਿਸ਼ਟ ਲੋਕਾਂ ਦਾ ਸੰਮੇਲਨ ਹੋ ਰਿਹਾ, ਜੇਲੋਂ ਆਏ ਲੋਕਾਂ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਗਿਆ ਤੇ ਦੇਸ਼ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ। ਹੋ ਸਕਦਾ ਸੰਧਾਲੀਆ ਸਾਹਿਬ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਹ ਆਖ ਦਿੰਦੀ ਕਿ ਨਾ ਸਾਨੂੰ ਕੋਈ ਫਰਕ ਨਹੀਂ ਹੈ, ਜੋ ਕਰਦੇ ਆ ਇਹਨਾਂ ਨੂੰ ਕਰਨ ਦਿਓ। ਫਰਕ ਹੈਗਾ। ਅੱਗੇ NDA ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀਆਂ ਕਿੰਨੀਆਂ ਕਮੇਟੀਆਂ ਹੋਈਆਂ? 22-23 ਸਾਲ ਹੋ ਗਏ ਇਸ ਗੱਠਜੋੜ ਨੂੰ ਬਣੇ ਨੂੰ। ਜਦੋਂ ਦੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ ਪਿਛਲੇ 9 ਸਾਲ ਤੋਂ, ਤੁਸੀਂ ਕਿੰਨੀ ਕੁ ਵਾਰ ਇਹ ਖਬਰਾਂ ਸੁਣੀਆਂ ਕਿ NDA ਦੀ ਬੈਠਕ ਹੋਈ ਹੈ, ਉਹਦੇ ਵਿੱਚ ਨਵੇਂ ਗੱਠਜੋੜ ਦੇ ਵਿੱਚ ਹਾਂਡੀ ਸ਼ਾਮਲ ਕੀਤੇ ਗਏ ਆ? ਤੁਸੀਂ ਬਹੁਤ ਘੱਟ ਸੁਣਿਆ ਹੋਵੇਗਾ। ਇਹਦਾ ਮਤਲਬ ਹੈ ਕਿ ਭਾਜਪਾ ਗੰਭੀਰਤਾ ਨਾਲ ਲੈ ਰਹੀ ਹੈ। ਇਹ ਜਿਹੜੀਆਂ 26 ਸਿਆਸੀ ਪਾਰਟੀਆਂ, 17 ਤੋਂ ਵੱਧ ਕੇ ਗਿਣਤੀ ਜਿਹਨਾਂ ਦੀ 26 ਹੋਈ ਹੈ, ਉਹ ਭਾਜਪਾ ਨੂੰ ਗੱਦੀ ਤੋਂ ਲਾਉਣ ਦਾ ਇੱਕ ਨੁਕਾਤੀ ਏਜੰਡਾ। ਜੇ ਤੁਸੀਂ ਆਖੋ ਕਿ ਜਿਹੜੀ ਪਟਨਾ ਸਾਹਿਬ ਦੇ ਵਿੱਚ ਤੇ ਬੰਗਲੌਰ ਦੇ ਵਿੱਚ ਮੀਟਿੰਗ ਹੋਈ ਹੈ, ਉਹਦੇ ਵਿੱਚ ਭਾਰਤ ਦੀ ਖੇਤੀਬਾੜੀ ਦੇ ਸੁਧਾਰ, ਭਾਰਤ ਦੀ ਅਰਥ ਵਿਵਸਥਾ ਦੇ ਉੱਤੇ ਚਰਚਾ ਕੀਤੀ ਗਈ ਹੋਵੇ, ਭਾਰਤ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਤੇ ਚਰਚਾ ਕੀਤੀ ਗਈ ਹੋਵੇ, ਕਦੇ ਵੀ ਨਹੀਂ, ਕਿਸੇ ਵੀ ਨਹੀਂ ਕੀਤੀ। ਉਹ ਤੇ ਇੱਕ ਨੁਕਾਤੀ ਨੁਕਤਾ ਹੈ ਕਿ ਭਾਈ ਪਹਿਲਾਂ ਇਕੱਠੇ ਹੋ ਕੇ ਚੋਣਾਂ ਲੜੀਏ, ਭਾਰਤੀ ਜਨਤਾ ਪਾਰਟੀ ਨੂੰ ਹਰਾਈਏ, ਬਾਕੀ ਚੀਜ਼ਾਂ ਬਾਅਦ ਚ ਦੇਖਾਂਗੇ। ਤੇ ਇਸ ਗੱਲ ਦੀ ਬਹੁਤ ਗੰਭੀਰਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਅੰਦਰ ਚਰਚਾ ਹੋ ਰਹੀ ਹੈ। ਨਹੀਂ ਤਾਂ ਉਧਰ ਉਹਨਾਂ ਦੀ ਬੰਗਲੌਰ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਦਿੱਲੀ ਦੇ ਵਿੱਚ NDA ਦੀ ਬੈਠਕ ਕਿੱਦਾਂ ਹੋ ਗਈ? NDA ਦੀ ਬੈਠਕ ਦੀ ਪ੍ਰਧਾਨਗੀ ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਸਾਹਿਬ ਵੀ ਕਰ ਸਕਦੇ ਸੀ, ਅਮਿਤ ਸ਼ਾਹ ਸਾਹਿਬ ਵੀ ਕਰ ਸਕਦੇ ਸੀ, ਪਰ ਸਿੱਧੇ ਤੌਰ ਤੇ ਕੁਝ ਘੰਟੇ ਪਹਿਲਾਂ ਸਮਾਪਤ ਹੋਈ ਇਸ ਬੈਠਕ ਦੇ ਵਿੱਚ NDA ਦੀ ਪ੍ਰਧਾਨਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਰਦੇ ਆ। ਪ੍ਰਧਾਨਗੀ ਕਰਨ ਤੋਂ ਪਹਿਲਾਂ ਉਹ ਇੱਕ ਟਿੱਪਣੀ ਵੀ ਕਰਦੇ ਆ। ਤੇ ਸਭ ਤੋਂ ਵੱਡੀ ਗੱਲ ਕਿ 38 ਪਾਰਟੀਆਂ ਜਿਨ੍ਹਾਂ ਦਾ ਸੰਧਾਲੀਆ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਉਹ NDA ਦੇ ਵਿੱਚ ਸ਼ਾਮਿਲ ਨੇ, ਉਹਨਾਂ ਦੇ ਵਿੱਚੋਂ 13 ਸਿਆਸੀ ਪਾਰਟੀਆਂ ਐਸੀਆਂ ਨੇ ਜਿਨ੍ਹਾਂ ਦਾ ਲੋਕ ਸਭਾ ਦੇ ਵਿੱਚ ਇੱਕ ਵੀ ਮੈਂਬਰ ਨਹੀਂ। ਉਹਨਾਂ ਦੇ ਵਿੱਚੋਂ ਕਈ ਸਿਆਸੀ ਪਾਰਟੀਆਂ ਐਸੀਆਂ ਨੇ ਜਿਨ੍ਹਾਂ ਦਾ ਪੰਜਾਬੀਆਂ ਨੇ ਕਦੇ ਨਾਂ ਵੀ ਨਹੀਂ ਸੁਣਿਆ ਹੋਣਾ, ਜਿਹੜੀ ਛੋਟੀਆਂ-ਛੋਟੀਆਂ ਪਾਰਟੀਆਂ ਵੀ। ਸੋ ਉਹਨਾਂ ਨੂੰ ਵੀ ਗੱਠਜੋੜ ਦੇ ਵਿੱਚ ਲਿਆਉਣ ਦਾ ਇੱਕ ਮਕਸਦ ਕੀ ਹੋ ਸਕਦਾ, ਕਹਾਣੀ ਕੀ ਹੋ ਸਕਦੀ ਹੈ? ਉਹ ਸਾਰੀਆਂ ਚੀਜ਼ਾਂ ਕਿਵੇਂ ਕਹੀਆਂ ਜਾ ਸਕਦੀਆਂ? ਉਹ ਇਸ ਕਰਕੇ ਕਹੀਆਂ ਜਾ ਸਕਦੀਆਂ ਕਿ ਹਾਲਾਤ ਜੋ ਬਣਦੇ ਆ, ਕਿਉਂਕਿ ਜੇ ਭਾਜਪਾ ਚੁੱਪ ਕਰਕੇ ਬੈਠੀ ਰਹਿੰਦੀ ਤਾਂ ਵਿਰੋਧੀ ਪਾਰਟੀਆਂ ਦੇ 26-27 ਪਾਰਟੀਆਂ ਦੇ ਗੱਠਜੋੜ ਨੇ ਇਹ ਕਹਿਣਾ ਸੀ ਕਿ ਦੇਖੋ ਜੀ, ਭਾਜਪਾ ਇੱਕ ਪਾਸੇ ਹੈ, ਭਾਜਪਾ ਵਿਰੋਧੀ ਸਾਰੀਆਂ ਧਿਰਾਂ ਲੋਕਤੰਤਰ ਨੂੰ ਬਚਾਉਣ ਦੇ ਲਈ ਇੱਕ ਪਾਸੇ ਹੋ ਗਈਆਂ, ਇਸ ਕਰਕੇ ਅਸੀਂ ਹੁਣ ਆਹ ਕੁਝ ਕਰਨ ਜਾ ਰਹੇ ਹਾਂ। ਪਰ ਭਾਜਪਾ ਨੇ ਇਹ ਕਹਿ ਕੇ ਕਿ ਸਾਡੇ ਕੋਲੇ ਤਾਂ ਉਹਨਾਂ ਤੋਂ ਵੀ 12 ਵੱਧ ਸਿਆਸੀ ਪਾਰਟੀਆਂ ਨੇ, ਉਹ ਇੱਕ ਛੋਟਾ ਗੱਠਜੋੜ ਹੈ। ਲੋਕਾਂ ਦੇ ਸਾਹਮਣੇ ਜਿਹੜਾ ਇੱਕ ਲਹਿਰ ਜੀ ਬਣਾਉਣ ਦਾ ਵਿਰੋਧੀ ਪਾਰਟੀਆਂ ਦਾ ਯਤਨ ਸੀ, ਇੱਕ ਤਾਂ ਉਹਨੂੰ ਖੁੰਡਾ ਕਰਨ ਦਾ ਯਤਨ ਕੀਤਾ, ਦੂਸਰਾ ਬਿਹਾਰ, UP ਤੇ ਮਹਾਰਾਸ਼ਟਰ ਦੇ ਉੱਤੇ ਖਾਸ ਫੋਕਸ ਰਿਹਾ। ਹੁਣ ਜਿਹੜੇ ਬੰਦੇ ਸੰਧਾਲੀਆ ਸਾਹਿਬ ਸ਼ਾਮਲ ਹੋ ਰਿਹਾ, ਅਜੀਤ ਪਵਾਰ ਦਾ ਗੁੱਟ ਆ ਗਿਆ, ਉਹ ਪ੍ਰਫੁੱਲ ਪਟੇਲ ਜਿਹੜੇ 15 ਕੁ ਦਿਨ ਪਹਿਲਾਂ ਸ਼ਰਦ ਪਵਾਰ ਦੇ ਨਾਲ ਪਟਨੇ ਵਾਲੀ ਮੀਟਿੰਗ ਦੇ ਵਿੱਚ ਭਾਜਪਾ ਵਿਰੋਧ ਦੇ ਵਿੱਚ ਸ਼ਾਮਲ ਹੋਣ ਗਿਆ ਸੀ, ਉਹ ਪ੍ਰਫੁੱਲ ਪਟੇਲ ਅਜੀਤ ਪਵਾਰ ਦੇ ਨਾਲ ਭਾਜਪਾ ਵਾਲੀ ਮੀਟਿੰਗ ਦੇ ਵਿੱਚ ਅੱਜ ਬੈਠੇ ਸੀ। ਦੂਸਰਾ ਏਕਨਾਥ ਸ਼ਿੰਦੇ ਵਾਲੇ ਵੀ ਆਏ ਸੀ, ਦੋਨੋਂ ਮਹਾਰਾਸ਼ਟਰ ਤੋਂ ਗਰੁੱਪ ਆ ਗਏ। ਫਿਰ ਉਧਰਲੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਦੇ ਪੈਰੀਂ ਹੱਥ ਲਾਇਆ ਰਾਮ ਵਿਲਾਸ ਪਾਸਵਾਨ ਦੇ ਪੁੱਤ ਚਿਰਾਗ ਪਾਸਵਾਨ ਨੇ, ਭੁਪਿੰਦਰ ਕੁਸ਼ਵਾਹਾ ਵੀ ਬਿਹਾਰ ਤੋਂ ਆਏ, ਇਸੇ ਤਰੀਕੇ ਜੀਤਨ ਰਾਮ ਮਾਂਝੀ ਵੀ ਬਿਹਾਰ ਤੋਂ ਆਏ,
ਇਹਦਾ ਮਤਲਬ ਹੈ ਕਿ ਬਿਹਾਰ ਦੀਆਂ ਸੀਟਾਂ ਜਿੱਤਣ ਦਾ ਵੀ ਪੂਰਾ ਇਰਾਦਾ, ਉੱਤਰ ਪ੍ਰਦੇਸ਼ ਦੇ ਉੱਤੇ ਵੀ ਫੋਕਸ ਰੱਖਿਆ, 3 ਸਿਆਸੀ ਪਾਰਟੀਆਂ ਛੋਟੀਆਂ ਉੱਥੋਂ ਲਿਆਂਦੀਆਂ। ਸੋ ਕੁੱਲ ਮਿਲਾ ਕੇ ਮਹਾਰਾਸ਼ਟਰ, ਬਿਹਾਰ ਤੇ ਉੱਤਰ ਪ੍ਰਦੇਸ਼ 150 ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਇਹਨਾਂ 3 ਸੂਬਿਆਂ ਤੋਂ ਬਣਦੀਆਂ। ਉਹਨਾਂ 3 ਸੂਬਿਆਂ ਦੀਆਂ ਸਿਆਸੀ ਪਾਰਟੀਆਂ ਨੂੰ ਐਨਡੀਏ ਗੱਠਜੋੜ ਦੇ ਵਿੱਚ ਸ਼ਾਮਲ ਕਰਕੇ ਇੱਕ ਤਰ੍ਹਾਂ ਦੇ ਨਾਲ ਭਾਜਪਾ ਨੇ ਸਿੱਧਾ ਸੰਕੇਤ ਦੇਤਾ ਕਿ ਠੀਕ ਹੈ, ਹਿਮਾਚਲ ਦੀਆਂ 4 ਸਾਡੇ ਹਿੱਸੇ ਆਉਣ ਨਾ ਆਉਣ, ਜਿਹੜੀਆਂ ਕਰਨਾਟਕ ਦੀਆਂ 29 ਨੇ ਸਾਡੇ ਕੋਲ, ਉਹਦੇ ਵਿੱਚੋਂ ਭਾਵੇਂ ਕੁਝ ਥੋੜੀਆਂ ਆਉਣ, ਅਸੀਂ ਉਹ ਘਾਟਾ ਸਾਰਾ ਇੱਥੋਂ ਪੂਰਾ ਕਰਕੇ ਤਾਂ ਸਰਕਾਰ ਬਣਾਉਣ ਦਾ ਯਤਨ ਕਰਨਾ ਹੈ। ਸੋ ਦੇਖਦੇ ਹਾਂ ਕਿ ਦੋਵੇਂ ਤਰ੍ਹਾਂ ਦੇ ਵਿਚਾਲੇ ਦੌੜ ਲੱਗ ਗਈ। ਮਾਰਚ, ਅਪ੍ਰੈਲ, ਮਈ ਦੇ ਵਿੱਚ ਪੈਣੀਆਂ ਵੋਟਾਂ ਕਿ ਕੀ ਇਹ ਗੱਠਜੋੜਨ ਦਾ ਸਿਲਸਿਲਾ ਕੁਰਸੀ ਤੱਕ ਮੋਦੀ ਸਾਹਿਬ ਨੂੰ ਹੀ ਰੱਖੂਗਾ ਜਾਂ ਫਿਰ ਵਿਰੋਧੀ ਪਾਰਟੀਆਂ ਵੀ ਥੋੜਾ ਜਿਹਾ ਨੇੜੇ ਟੁੱਕਣਗੀਆਂ। ਇਹ ਵਾਕਈ ਬੜੀ ਹੈਰਾਨੀ ਵਾਲੀ ਗੱਲ ਹੈ। ਹੋ ਸਕਦਾ ਕੋਈ ਬੰਦਾ ਆਖੇ ਯਾਰ ਤੁਸੀਂ ਅੱਜ ਇਸੇ ਮਸਲੇ ਦੇ ਉੱਪਰ ਬੜਾ ਟਾਈਮ ਕਿਉਂ ਲਾਈ ਜਾਂਦੇ। ਅਸੀਂ ਇਸ ਕਰਕੇ ਲਾ ਰਹੇ ਹਾਂ ਕਿਉਂਕਿ ਹੁਣ 2024 ਦੀਆਂ ਇਲੈਕਸ਼ਨਾਂ ਦਾ ਲਗਭਗ ਮੁੱਢ ਵੱਜ ਗਿਆ। ਜਦੋਂ ਆਪਾਂ ਆਮ ਤੌਰ ਤੇ ਕਈ ਵਾਰ ਪੁਰਾਣੇ ਸੀਰੀਅਲਾਂ ਦੇ ਵਿੱਚ ਨਹੀਂ ਵੇਖਦੇ ਹੁੰਦੇ ਵੀ ਇੱਕ ਵੱਡਾ ਸਾਰਾ ਕੈਮਰਾ ਸ਼ਾਟ ਉੱਪਰ ਦੀ ਜਾਂਦਾ ਹੁੰਦਾ, ਲਾਈਨ ਬੰਨ੍ਹ ਕੇ ਇੱਧਰ ਸਿਪਾਹੀ ਖਲੋਤੇ ਹੁੰਦੇ, ਲਾਈਨ ਬੰਨ੍ਹ ਕੇ ਉੱਧਰ ਸਿਪਾਹੀ ਖਲੋਤੇ ਹੁੰਦੇ ਆ, ਫਿਰ ਵਿੱਚ ਕਲੋਜ਼ਅਪ ਜਾਂਦੇ ਹੁੰਦੇ ਆ ਵੀ ਇੱਕ ਰੱਥ ਦੇ ਉੱਪਰ ਕਿਹੜਾ ਰਾਜਾ ਹੈ, ਫਿਰ ਅਗਲੇ ਰੱਥ ਤੇ ਕਿਹੜਾ ਰਾਜਾ ਹੈ, ਫਿਰ ਮੁੜ ਕੇ ਅਚਾਨਕ ਦੇ ਵਿੱਚ ਇੱਕ ਦੂਜੇ ਨਾਲ ਲੁੱਕ ਐਕਸਚੇਂਜ ਕਰਦੇ ਹੁੰਦੇ ਆ ਵੀ ਉਹ ਵੀ ਹਮਾਰੇ ਸਾਥ ਆ ਗਏ हैं, वो भी हमारे साथ आ गए हैं। ਅੱਜ ਦੇਸ਼ ਦੀ ਰਾਜਨੀਤੀ ਦੇ ਵਿੱਚ ਉਹ ਦੋਵੇਂ ਪਾਸੇ ਸੈਨਾਵਾਂ ਖੜੀਆਂ ਕਰਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਪਾਸੇ ਕਾਂਗਰਸ ਪਾਰਟੀ ਤੇ ਉਹਨਾਂ ਦੇ 25 ਸਹਿਯੋਗੀ ਤੇ ਟੋਟਲ 26, ਦੂਜੇ ਪਾਸੇ ਬੀਜੇਪੀ ਤੇ ਉਹਨਾਂ ਦੇ ਨਾਲ 37 ਸਹਿਯੋਗੀ ਟੋਟਲ 38, ਤੇ ਇਹਨਾਂ ਦੋਨਾਂ ਨੇ ਕਿਹਾ ਕਿ ਆਪਾਂ ਹੁਣ ਇੱਕ ਦੂਸਰੇ ਨਾਲ ਭਿੜ ਕੇ ਦੇਖਣਾ। ਪਰ ਵੈਸੇ ਮੈਂ ਹਿਸਾਬ ਕਿਤਾਬ ਲਾਉਂਦਾ ਸੀ ਜੀ ਮੈਂ ਹਿਸਾਬ ਕਿਤਾਬ ਇੱਕ ਗੱਲ ਕਰਦਾ ਸੀ ਬਾਠ ਸਾਹਿਬ ਕਿ ਹੁਣ ਜੇ ਬੀਜੇਪੀ ਦੀ ਆਪਾਂ ਗੱਲ ਕਰੀਏ, ਬੀਜੇਪੀ ਨੂੰ ਵੈਸੇ ਲੋੜ ਤਾਂ ਹੈ ਨਹੀਂ ਸੀ ਮਤਲਬ ਇੰਨਾ ਕੁਛ ਕਰਨ ਦੀ। ਹੁਣ ਤੁਸੀਂ ਦੇਖੋ ਜੇ ਮੈਂ ਗਲਤ ਨਹੀਂ ਤੇ 301 ਲੋਕ ਸਭਾ ਮੈਂਬਰ ਇਕੱਲੇ ਬੀਜੇਪੀ ਕੋਲ ਨੇ ਤੇ 272 ਦੇ ਤਾਂ ਜਾ ਕੇ ਸਰਕਾਰ ਬਣ ਜਾਂਦੀ ਹੈ। ਉਹਦੇ ਤੋਂ ਵੀ ਕਿਤੇ ਵੱਧ ਉਹ ਇਕੱਲੀ ਪਾਰਟੀ ਬਹੁਮਤ ਲਈ ਫਿਰਦੀ ਹੈ। ਜਿਹੜੇ ਨਾਲ 37 ਜੋੜੇ ਨੇ ਉਹ ਸਿਰਫ ਤੇ ਸਿਰਫ ਸਪੋਰਟਰ ਹੀ ਨੇ, ਉਹ ਵੀ ਹੌਸਲੇ ਨਾਲ ਜੋੜੇ ਨੇ ਵੀ ਕੋਈ ਨਹੀਂ ਆਪਣੇ ਨਾਲ ਬੰਦੇ ਹੈਗੇ ਯਾਰ, ਐਡੀ ਕੋਈ ਗੱਲ ਨਹੀਂ ਹੈਗੀ। ਸੋ ਇੱਥੋਂ ਆਪਾਂ ਅੰਦਾਜ਼ਾ ਲਾਈਏ ਵੀ ਉਹਨਾਂ ਨੂੰ ਨਾ ਲੋੜ ਹੋਣ ਦੇ ਬਾਵਜੂਦ ਵੀ ਅਗਲੇ ਬੰਦੇ ਜੇ ਮਤਲਬ ਠੀਕ ਉਸੇ ਦਿਨ ਮੀਟਿੰਗ ਰੱਖਦੇ ਨੇ, ਉਸੇ ਦਿਨ ਸ਼ਕਤੀ ਪ੍ਰਦਰਸ਼ਨ ਹੁੰਦਾ, ਉਸੇ ਦਿਨ ਬਰਾਬਰ ਤੇ ਮਿਹਣਿਓ ਹੋਇਆ ਜਾਂਦਾ। ਇਹਦਾ ਮਤਲਬ ਇਹ ਹੋ ਗਿਆ ਕਿ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਗਲੇ 1% ਵੀ ਚਾਂਸ ਨਹੀਂ ਲੈਣਾ ਚਾਹੁੰਦੇ ਵੀ ਕੋਈ ਬੰਦਾ ਸਾਨੂੰ ਢਾਲ ਆ ਜੇ। ਸੰਧਾਲੀਆ ਸਾਹਿਬ ਉਹਨਾਂ ਨੂੰ ਪਤਾ ਨਾ ਕਿ ਤੀਸਰੀ ਤੇ ਰਹਿ ਨਹੀਂ, ਇਹ 37 ਬੰਦੇ ਜਾਂ ਤਾਂ ਬੀਜੇਪੀ ਨਾਲ ਹੋਣਗੇ, ਜੇ ਇੱਧਰ ਨਹੀਂ ਹੋਣਗੇ ਤਾਂ ਦੂਜੇ ਪਾਸੇ ਹੋਣਗੇ। ਸੋ ਘੱਟੋ ਘੱਟ ਉਹਨਾਂ ਨੂੰ ਹਾਲ ਦੀ ਘੜੀ ਦੂਸਰੇ ਪਾਸੇ ਜਾਣ ਤੋਂ ਰੋਕਣ ਦੀ ਕਵਾਇਦ ਦਾ ਹਿੱਸਾ ਤਾਂ ਹੈ। ਤੁਸੀਂ ਪੰਜਾਬ ਦੀ ਗੱਲ ਦੇਖੋ, ਬੜਾ ਰੌਲਾ ਪੈਂਦਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਣਾ। ਆਪਾਂ ਵੀ 18 ਤਰੀਕ ਦਾ ਬਾਰ-ਬਾਰ ਜ਼ਿਕਰ ਕਰਦੇ ਸੀ। ਅੱਜ ਐਨਡੀਏ ਦੀ ਬੈਠਕ ਦੇ ਵਿੱਚ ਅਕਾਲੀ ਦਲ ਹੈ, ਪਰ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਨਹੀਂ, ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਅਗਵਾਈ ਵਾਲਾ ਅਕਾਲੀ ਦਲ ਸੰਯੁਕਤ ਹੈ। ਉਹ ਜਿਹੜਾ 38 ਦੀ ਆਪਾਂ ਲਿਸਟ ਬਣਾ ਕੇ ਦੱਸਦੇ ਆ ਨਾ, ਉਹਦੇ ਵਿੱਚ ਪੰਜਾਬ ਤੋਂ ਵੀ ਇੱਕ ਪਾਰਟੀ ਸ਼ਾਮਿਲ ਹੈ, ਅਕਾਲੀ ਦਲ ਸੰਯੁਕਤ, ਸਰਦਾਰ ਸੁਖਦੇਵ ਸਿੰਘ ਢੀਂਡਸਾ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰੀਪਲੇਸ ਹੋਣ ਦੀ ਸੰਭਾਵਨਾ ਤਾਂ ਬਹੁਤੀ ਨਹੀਂ ਹੋਣੀ, ਪਰ ਮੈਂ ਸੋਚਦਾ ਸੀ ਕਿ ਜਾਖੜ ਸਾਹਿਬ ਤਾਂ ਕਹਿੰਦੇ ਆ ਕਿ 13 ਦੀਆਂ 13 ਲੜਨੀਆਂ, ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ, ਤੇ ਫਿਰ ਢੀਂਡਸਾ ਸਾਹਿਬ ਸੰਗਰੂਰ ਵਾਲੀ ਸੀਟ ਦੇ ਉੱਤੇ ਤਾਂ ਮਾੜਾ ਮੋਟਾ ਦਾਅਵਾ ਕਰ ਹੀ ਸਕਦੇ ਨਾ। ਸੋ ਪੰਜਾਬ ਦੇ ਵਿੱਚ ਥੋੜੀ ਜਿਹੀ ਸਥਿਤੀ ਵਿਚਿੱਤਰ ਜ਼ਰੂਰ ਹੋਈ ਪਈ ਹੈ। ਐਵੇਂ ਬਾਠ ਸਾਹਿਬ ਐਵੇਂ ਯਾਰ ਐਵੇਂ ਤੁਸੀਂ ਨਾ ਮਤਲਬ ਬੰਦੇ ਦਾ ਦਿਲ ਤੋੜਦੇ ਹੋ ਨਾ। ਤੁਸੀਂ ਮੈਨੂੰ ਇਹ ਦੱਸੋ ਵੀ ਕੀ ਗੱਲ ਪਹਿਲਾਂ ਉਹਨਾਂ ਨੇ ਜਦ ਲੜ ਕੇ ਰਲ ਕੇ ਆਪਸ ਦੇ ਵਿੱਚ ਕਿਤੇ ਚੋਣਾਂ ਨਹੀਂ ਲੜੀਆਂ? ਕੈਪਟਨ ਸਾਹਿਬ ਦੀ ਤਾਂ ਇੱਕ ਪਾਰਟੀ ਸੀ ਵਿਧਾਨ ਸਭਾ ਦੇ ਵਿੱਚ, ਤੇ ਆਪਾਂ ਨੂੰ ਇਹ ਵੀ ਪਤਾ ਵੀ ਉਹਨਾਂ ਦੇ ਆਪਣੇ ਮੈਂਬਰ ਜਿਹੜੇ ਸੀ ਉਹ ਕਮਲ ਦੇ ਚੋਣ ਨਿਸ਼ਾਨ ਤੇ ਚੋਣ ਲੜੇ ਸੀਗੇ ਉਦੋਂ, ਤੇ ਹੁਣ ਵੀ ਜੇ ਮੰਨ ਲਓ ਐਨਡੀਏ 'ਚ ਸ਼ਾਮਲ ਨੇ, ਇੱਧਰੋਂ ਮੰਨ ਲਓ ਢੀਂਡਸਾ ਸਾਹਿਬ, ਤੇ ਢੀਂਡਸਾ ਸਾਹਿਬ ਦਾ ਅਕਾਲੀ ਦਲ ਜ਼ਰੂਰ ਸ਼ਾਮਲ ਹੈ। ਕੱਲ੍ਹ ਨੂੰ ਅਗਲੇ ਆਖਣਗੇ ਵੀ ਠੀਕ ਹੈ ਯਾਰ ਸੰਗਰੂਰ ਤੋਂ ਭਾਵੇਂ ਢੀਂਡਸਾ ਸਾਹਿਬ ਜਾਂ ਢੀਂਡਸਾ ਸਾਹਿਬ ਦੇ ਪੁੱਤਰ ਨੂੰ ਟਿਕਟ ਦੇ ਦੇਣ ਤੇ ਹੋਣਗੇ ਭਾਵੇਂ ਉਹ ਅਕਾਲੀ ਦਲ ਸੰਯੁਕਤ ਵਾਲੇ ਪਾਸਿਓਂ, ਪਰ ਚੋਣ ਨਿਸ਼ਾਨ ਕੀ ਪਤਾ ਕਮਲ ਦਾ ਫੁੱਲ ਹੋਵੇ। ਫਿਰ ਜਾਖੜ ਸਾਹਿਬ ਦੀ ਗੱਲ ਤੇ ਸਹੀ ਹੋਈ ਨਾ। ਨਹੀਂ ਠੀਕ ਹੈ, ਨਾਲੇ ਉਹ ਜੇ ਅੜਨਗੇ ਕਿ ਨਹੀਂ ਜੀ ਅਸੀਂ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਨੀ है, तो कहेंगे नहीं वो पहले वाले जो अकाली दल वाले थे, शिरोमणि अकाली दल वाले, वो दिल्ली में हमारे चुनाव चिन्ह पर लड़ लेते हैं इलेक्शन। आप देखिए ना, सिरसा साहब बताइए आप इनको। ਉਹਨੇ ਉਹ ਇੰਨਾ ਹਿੰਦੀ 'ਚ ਬੋਲਣ ਦੀ ਲੋੜ ਨਹੀਂ ਪੈਣੀ। ਸਿਰਸਾ ਸਾਹਿਬ ਨੂੰ ਕਹਿਣਾ ਵੀ ਪੰਜਾਬੀ 'ਚ ਫੋਨ ਕਰੋ, ਤੁਸੀਂ ਇਹਨਾਂ ਨੂੰ ਦੱਸੋ। ਮੈਂ ਕਿਹਾ ਮੈਂ ਚਾਚਾ ਜੀ ਆਪ ਲੜਿਆ, ਕਮਾਲ ਕਰਦੇ ਤੁਸੀਂ, ਹੈ ਨਾ, ਬਹੁਤ ਵਧੀਆ ਬੰਦੇ ਨੇ। ਅੱਛਾ ਇੱਕ ਗੱਲ ਹੋਰ ਆ, ਆਪਾਂ ਜ਼ਿਕਰ ਕਰੀਏ, ਦੇਖੋ ਇਹ ਉਹ ਅਲਾਇੰਸ ਹੈ ਜਿਹੜਾ ਕਿ ਆਮ ਤੌਰ 'ਤੇ ਜਦੋਂ ਕਾਗਜ਼ੀ ਪੱਤਰੀਆਂ ਆਪਾਂ ਦੇਖਣਾ ਹੁੰਦਾ, ਕਿਉਂਕਿ ਭਾਰਤ ਦੇ ਆਪਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ, ਚੋਣ ਕਮਿਸ਼ਨ ਦੇ ਕੋਲ ਕੋਈ ਵੀ ਪੋਲੀਟੀਕਲ ਪਾਰਟੀ ਆ ਉਹਦਾ ਉੱਥੇ ਨਾਮ ਵਗੈਰਾ ਦਰਜ ਹੋਣਾ ਚਾਹੀਦਾ, ਚਾਹੇ ਉਹ ਖੇਤਰੀ ਪਾਰਟੀ ਹੈ ਚਾਹੇ ਨੈਸ਼ਨਲ ਪਾਰਟੀ ਹੈ।
ਹੁਣ ਖੇਤਰੀ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉਹਦਾ ਨਾਮ ਦਰਜ ਹੈ, ਦੈਟਸ ਵਾਈ ਉਹਨਾਂ ਦਾ ਨਾਮ ਜਿਹੜਾ ਉੱਥੇ ਆਇਆ ਐਨਡੀਏ ਦੇ ਵਿੱਚ। ਪਰ ਜੇ ਆਪਾਂ ਪੰਜਾਬ ਤੋਂ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਹੋਰ ਕਈ ਧਿਰਾਂ ਨੇ। ਜੇ ਆਪਾਂ ਪਿਛਲੇ ਸਮੇਂ 'ਚ ਜ਼ਿਕਰ ਕੀ, ਜਦੋਂ ਇੱਕ ਦਿਨ ਖਬਰ ਆਈ ਸੀ ਨਾ ਵੀ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ, ਤੇ ਜਿੱਦਣ ਉਹ ਖਬਰ ਚੱਲੀ ਸੀ ਉਸ ਦਿਨ ਬਹੁਤ ਸਾਰੇ ਦਲਾਂ ਵੱਲੋਂ ਹੌਲੀ ਹੌਲੀ ਬਿਆਨ ਆਉਣ ਲੱਗ ਪਏ ਸੀ, ਬੜੀ ਤਰ੍ਹਾਂ ਦੀ ਕਵਾਇਦ ਚੱਲੀ ਸੀ ਐਂਡ ਲਗਭਗ ਉਹਨਾਂ ਸਾਰਿਆਂ ਦੀ ਆਪਸ ਦੇ ਵਿੱਚ ਇੱਕ ਸੁਰ ਹੈਗੀ ਸੀ ਵੀ ਕੋਈ ਗੱਲ ਨਹੀਂ ਜੀ, ਢੀਂਡਸਾ ਸਾਹਿਬ ਦੇ ਨਾਲ ਹੀ ਆ ਜੀ, ਕੋਈ ਗੱਲ ਨਹੀਂ, ਦੇਖਦੇ ਹਾਂ ਜਦੋਂ ਸਮਾਂ ਆ ਗਿਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਰ ਜਦੋਂ ਮੈਂ ਜ਼ਿਕਰ ਕਰਦਾ ਤੁਹਾਡੇ ਦਿਮਾਗ 'ਚ ਕਈ ਚਿਹਰੇ ਆ ਗਏ ਹੋਣੇ ਆ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅੱਜ ਐਨਡੀਏ ਦੇ ਵਿੱਚ ਹੈ, ਉਹ ਸਿਰਫ ਇਸ ਕਰਕੇ ਕਿਉਂਕਿ ਉਹ ਪਾਰਟੀ ਦੇ ਤੌਰ ਤੇ ਦਰਜ ਨੇ। ਬਾਕੀ ਕਈ ਐਸੇ ਚਿਹਰੇ ਵੀ ਨੇ ਜਿਨ੍ਹਾਂ ਦੀ ਅਜੇ ਪਾਰਟੀ ਨਹੀਂ ਹੈ ਜਾਂ ਪਾਰਟੀ ਦੇ ਤੌਰ ਤੇ ਜਿਨ੍ਹਾਂ ਨੇ ਨਾਮ ਦਰਜ ਨਹੀਂ ਕਰਵਾਇਆ, ਉਹ ਵੀ ਸਮਝਿਆ ਜਾਵੇ ਕਿ ਨਾਲ ਹੀ ਨੇ। ਨਹੀਂ, ਜ਼ਰੂਰੀ ਹੈ ਜੀ, ਸਮਝਣਾ ਚਾਹੀਦਾ। ਉਧਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੇ ਕਹਿਤਾ, ਉਹਨਾਂ ਨੇ ਤਾਂ ਢੀਠ ਤੇ ਅਨਪੜ੍ਹ ਸ਼ਬਦ ਤੱਕ ਵਰਤ ਲਏ ਦਿੱਲੀ ਸਰਕਾਰ ਬਾਰੇ, ਕੇਜਰੀਵਾਲ ਸਾਹਿਬ ਬਾਰੇ, ਕਿਉਂਕਿ ਦਿੱਲੀ ਵਾਲਿਆਂ ਨੇ ਕਿਹਾ ਸੀ ਕਿ ਹਥਨੀ ਕੁੰਡ ਬਰਾਜ ਤੋਂ ਪਾਣੀ ਛੱਡ ਦਿੱਤਾ ਗਿਆ ਹਰਿਆਣੇ ਵਾਲਿਆਂ ਵੱਲੋਂ, ਇਸ ਕਰਕੇ ਦਿੱਲੀ ਦੇ ਵਿੱਚ ਹੜ੍ਹ ਆ ਗਏ। ਤੇ ਖੱਟਰ ਸਾਹਿਬ ਕਹਿੰਦੇ ਜੀ ਇਦਾਂ ਦੀ ਗੱਲ ਨਹੀਂ, ਅਸੀਂ ਤਾਂ ਦਿੱਲੀ ਵਾਲਿਆਂ ਨੂੰ ਪੀਣ ਵਾਲਾ ਪਾਣੀ ਵੀ ਭੇਜਦੇ ਹਾਂ। ਉਹ ਕਹਿੰਦੇ ਕੇਜਰੀਵਾਲ ਸਾਹਿਬ ਇੱਕ ਗੱਲ ਕਿਉਂ ਭੁੱਲ ਜਾਂਦੇ ਆ ਕਿ ਯਮੁਨਾ ਉਨੀ ਦਿੱਲੀ ਦੇ ਵਿੱਚ ਨਹੀਂ ਵਗਦੀ ਵਹਿੰਦੀ ਜਿੰਨੀ ਸਾਡੇ ਹਰਿਆਣੇ ਦੇ ਵਿੱਚ ਦੀ ਵਹਿੰਦੀ ਹੈ। ਤੇ ਜੇ ਅਸੀਂ ਹਥਨੀ ਕੁੰਡ ਬਰਾਜ ਤੋਂ ਪਾਣੀ ਛੱਡਾਂਗੇ ਤਾਂ ਜੇ ਦਿੱਲੀ 'ਚ ਹੜ੍ਹ ਆਊਗਾ ਤਾਂ ਹਰਿਆਣੇ 'ਚ ਕਿਹੜਾ ਨਹੀਂ ਆਊਗਾ। ਉਹ ਕਹਿੰਦੇ ਬਿਲਕੁਲ ਗਲਤ ਹੈ, ਇਦਾਂ ਦੀ ਸਿਆਸੀ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ। ਹਰਿਆਣਾ ਬਿਲਕੁਲ ਵੀ ਕਿਸੇ ਦਾ ਨੁਕਸਾਨ ਕਰਕੇ ਨਾ ਪਹਿਲਾਂ ਕਦੇ ਰਾਜ਼ੀ ਸੀ ਤੇ ਨਾ ਹੁਣ ਰਾਜ਼ੀ ਹੈ, ਠੀਕ ਹੈ। ਦੂਸਰਾ, ਫਿਰ ਉਹ ਪੰਜਾਬ ਵਾਲੇ ਪਾਸੇ ਆ ਗਏ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਕਿਹਾ। ਉਹ ਕਹਿੰਦੇ ਮਾਨ ਸਾਹਿਬ ਤੁਸੀਂ ਸੰਵਿਧਾਨਕ ਅਹੁਦੇ ਤੇ ਹੋ, ਤੁਸੀਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਹੋ, ਅਸੀਂ ਤੁਹਾਡੇ ਤੋਂ ਇਦਾਂ ਦੀ ਆਸ ਨਹੀਂ ਰੱਖਦੇ। ਤੇ ਬਾਕੀ ਉਹਨਾਂ ਨੇ ਇੱਕ ਗੱਲ ਕਹੀ, ਕਿਉਂਕਿ ਹਰ ਇੱਕ ਬੰਦਾ ਚੁੰਡੀ ਵੱਢਦਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ, ਕਹਿੰਦੇ ਹਰਿਆਣੇ ਵਾਲੇ ਪਾਣੀ ਮੰਗਦੇ ਆ, ਰਾਜਸਥਾਨ ਵਾਲੇ ਪਾਣੀ ਮੰਗਦੇ ਆ, ਲੈ ਲਓ ਪਾਣੀ ਆਪਣੇ ਹਿੱਸੇ ਦਾ। ਹੁਣ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਦੇ ਕੋਲ ਪਾਣੀ ਕਿਉਂ ਚਾਹੀਦਾ, ਸਾਡਾ ਹੱਕ ਕਿਉਂ ਬਣਦਾ, ਹੜ੍ਹ ਆਏ ਤਾਂ ਨੁਕਸਾਨ ਸਾਡਾ ਹੋਇਆ। ਹੁਣ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ, ਉਹ ਕਹਿੰਦੇ ਜੇ SYL ਬਣੀ ਹੁੰਦੀ, ਸਤਲੁਜ ਯਮੁਨਾ ਲਿੰਕ, ਹਰਿਆਣੇ ਵਾਲਿਆਂ ਤਾਂ ਬਣਾਤੀ ਹੈ, ਪੰਜਾਬ ਵਾਲਿਆਂ ਨਹੀਂ ਬਣਾਈ। ਉਹ ਕਹਿੰਦੇ ਜੇ SYL ਬਣੀ ਹੁੰਦੀ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਇੰਨੀ ਤਬਾਹੀ ਹੋਣੀ ਨਹੀਂ ਸੀ, ਪਾਣੀ ਆਪਣੇ ਆਪ ਲੰਘ ਜਾਣਾ ਸੀ। ਦੂਸਰਾ, ਉਹ ਕਹਿੰਦੇ ਪੰਜਾਬ ਨੇ SYL ਬਣਾਈ ਨਹੀਂ, ਹਰਿਆਣੇ ਦੇ ਵਿੱਚ SYL ਕੰਪਲੀਟ ਹੈ, ਤੇ ਉਸ ਨਹਿਰ ਦੇ ਰਾਹੀਂ ਜਿਹੜੀ ਕੰਪਲੀਟ ਕੀਤੀ ਹੈ ਹਰਿਆਣੇ ਨੇ, ਪੰਜਾਬ ਦਾ ਪਾਣੀ ਉਸ ਨਹਿਰ ਦੇ ਰਾਹੀਂ ਹਰਿਆਣੇ ਦੇ ਵਿੱਚ ਅਪੜਿਆ, ਤੇ ਸਾਡੇ ਦੋ ਜ਼ਿਲ੍ਹੇ ਅੰਬਾਲਾ ਤੇ ਕੁਰਕਸ਼ੇਤਰ ਜਿਹੜੇ ਨੇ ਉਹ ਬੁਰੇ ਤਰੀਕੇ ਹੜ੍ਹਾਂ ਦਾ ਸ਼ਿਕਾਰ ਹੋ ਗਏ। ਉਹ ਕਹਿੰਦੇ ਪੰਜਾਬ ਦੇ ਪਾਣੀ ਨਾਲ ਡੁੱਬੇ ਹਰਿਆਣੇ ਦੇ ਇਲਾਕੇ, ਪਰ ਅਸੀਂ ਇੱਕ ਵਾਰੀ ਵੀ ਤੁਹਾਨੂੰ ਕਿਹਾ ਕਿ ਤੁਹਾਡੇ ਵਾਲੇ ਪਾਣੀ ਨੇ ਸਾਡਾ ਨੁਕਸਾਨ ਕੀਤਾ, ਤੇ ਅਸੀਂ ਤੁਹਾਡਾ ਨੁਕਸਾਨ ਵੀ ਨਹੀਂ ਕੀਤਾ, ਤੁਸੀਂ ਫਿਰ ਵੀ ਕਹੀ ਜਾਂਦੇ ਹੋ ਕਿ ਭਾਈ ਤੁਹਾਡਾ ਨੁਕਸਾਨ ਅਸੀਂ ਕੀਤਾ। ਜਿਸ ਤਰੀਕੇ ਉਹਨਾਂ ਨੇ ਅਨਪੜ੍ਹ ਤੇ ਢੀਠ ਸ਼ਬਦ ਦਿੱਲੀ ਵਾਲਿਆਂ ਲਈ ਵਰਤ ਲਿਆ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਨਸੀਹਤ ਦੇ ਦਿੱਤੀ ਕਿ ਹੜ੍ਹਾਂ ਦੇ ਮੁੱਦੇ ਦੇ ਉੱਤੇ ਰਾਜਨੀਤੀ ਨਾ ਕਰੋ, ਸਗੋਂ SYL ਬਣਾ ਕੇ ਸਾਨੂੰ ਸਾਡਾ ਹੱਕ ਦਿਓ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਹੈ ਕਿ ਹੜ੍ਹਾਂ ਦਾ ਤਾਂ ਪਤਾ ਨਹੀਂ ਕਦੋਂ ਮੁੱਕਣੇ ਹੈ, ਉਹਦਾ ਮੁਆਵਜ਼ਾ ਕਦੋਂ ਮਿਲਣਾ ਹੈ, ਲੋਕਾਂ ਨੂੰ ਰਾਹਤ ਕਦੋਂ ਮਿਲਣੀ ਹੈ, ਬੇਘਰ ਹੋਏ ਲੋਕ ਆਪਣੇ ਘਰਾਂ ਨੂੰ ਕਦੋਂ ਪਰਤਣਗੇ, ਪਰ ਆ ਸਿਆਸੀ ਤੌਰ ਦੇ ਉੱਤੇ ਜਿਹੜਾ ਕੰਮ ਛਿੜ ਪਿਆ, SYL ਫਿਰ ਪਟਾਕਿਆਂ 'ਚ ਆਜੂ। ਮੈਨੂੰ ਲੱਗਦਾ ਵੀ ਇਹ ਗੱਲ ਤੇ ਖੱਟਰ ਸਾਹਿਬ ਨੇ ਛੇੜ ਲਈ ਆ, ਪਰ ਜਿੱਦਾਂ ਮਾਨ ਸਾਹਿਬ ਕੋਲੇ ਕਈ ਤਰ੍ਹਾਂ ਦੇ ਤਰਕ ਹੁੰਦੇ ਨੇ, ਜਾਂ ਗੱਲਾਂ ਦੀ ਆਪਾਂ ਗੱਲ ਕਰੀ ਤੇ ਗੱਲਾਂ ਉਹਨਾਂ ਜਿੰਨੀਆਂ ਕੌਣ ਜੋੜ ਸਕਦਾ। ਉਹ ਕਿਤੇ ਇਹ ਨਾ ਕਹਿਣ ਵੀ SYL ਨਹਿਰ ਨਹੀਂ ਬਣੀ ਸੀ ਤਾਂ ਵੀ ਤੁਹਾਡੇ ਦੋ ਜ਼ਿਲ੍ਹੇ ਡੁੱਬ ਗਏ, ਤੇ ਜੇ ਕਿਤੇ ਬਣੀ ਹੁੰਦੀ ਫਿਰ ਤੁਹਾਡੇ ਹਰਿਆਣੇ ਦਾ ਕੀ ਬਣਦਾ। ਸ਼ੁਕਰ ਕਰੋ ਨਹੀਂ ਬਣੀ, ਇਹ ਅੱਗੇ ਤੋਂ ਬਣਾਉਣੀ ਵੀ ਨਹੀਂ, ਆਪਾਂ ਚਾਹੀਦੀ ਨਹੀਂ ਹੈਗੀ SYL ਨਹਿਰ। ਆ ਤੇ ਬੜੀ ਵਧੀਆ ਗੱਲ ਹੋ ਗਈ, ਕਲੀਅਰ ਹੋ ਗਿਆ ਕੰਮ ਕਿ ਜੇ SYL ਨਹਿਰ ਬਣੀ ਤੇ ਸਗੋਂ ਹੜ੍ਹਾਂ ਦਾ ਖਤਰਾ ਵੱਧ ਜਾਣਾ, ਇਸ ਕਰਕੇ ਇਹਨੂੰ ਆਪਾਂ ਬਿਲਕੁਲ ਨਹੀਂ ਬਣਾਉਣਾ। ਇਹ ਨਾ ਹੋਵੇ ਕਿ ਜਿਹੜਾ ਪਿਛਲੇ ਦਿਨੀ ਚਰਚਾ ਚੱਲਦੀ ਸੀ SYL ਨਹਿਰ ਬਣਾਈ ਜਾਵੇ ਕਿ ਨਾ ਬਣਾਈ ਜਾਵੇ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਵੀ ਕੇਂਦਰ ਸਰਕਾਰ ਨਾਲ ਇਹਨਾਂ ਦਾ ਕੋਈ ਨਾ ਕੋਈ ਬਿਠਾ ਕੇ ਤੇ ਸਮਝੌਤਾ ਕਰਾ ਦੇਵੇ ਤੇ ਦੋਵੇਂ ਰਾਜ ਆਪਸ 'ਚ ਡਿਸਾਈਡ ਕਰ ਲੈਣ ਵੀ ਕੀ ਕਰਨਾ ਆਪਾਂ SYL ਨਹਿਰ ਤੇ। ਉੱਥੇ ਮਾਨ ਸਾਹਿਬ ਅਗਲੀ ਵਾਰਾਂ ਫੇਰ ਫਾਈਲਾਂ ਚੁੱਕੀ ਫਿਰ ਨੂੰ ਆਖਣ ਵੀ ਆਹ ਲਓ ਖੱਟਰ ਸਾਹਿਬ, ਤੁਸੀਂ ਤੇ ਆਪ ਮੰਨਦੇ ਸੀ ਵੀ ਸਾਡੇ ਦੇ ਦੋ ਜ਼ਿਲ੍ਹੇ ਡੁੱਬ ਗਏ ਜੀ, SYL ਨਹਿਰ ਹਾਲਾਂਕਿ ਅੱਧੀ ਪਚੱਧੀ ਬਣੀ ਸੀਗੀ, ਜੇ ਅਸੀਂ ਕਿਤੇ ਪੂਰੀ ਬਣਾਤੀ ਸਾਰਾ ਹਰਿਆਣਾ ਡੁੱਬ ਜਾਣਾ। ਸੋ ਅੰਕੜੇ ਵੀ ਇਹ ਕਹਿੰਦੇ ਨੇ ਵੀ ਇਹ ਕੁਦਰਤੀ ਪ੍ਰਕਿਰਿਆ ਦੇ ਹਿਸਾਬ ਨਾਲ, ਕੁਦਰਤੀ ਰਾਹ ਦੇ ਹਿਸਾਬ ਨਾਲ ਬਿਲਕੁਲ ਨਹੀਂ ਜੋੜਿਆ ਜਾਣਾ ਚਾਹੀਦਾ ਦੋ ਦਰਿਆਵਾਂ ਨੂੰ। ਇਸ ਕਰਕੇ ਸਤਲੁਜ ਸਾਡੇ ਸਭ ਪਾਸੇ ਵਹਿੰਦਾ ਰਹਿਣ ਦਿਓ। ਉਹ ਜਿਹੜਾ SYL ਨਹਿਰ 'ਚ ਪਾਣੀ ਮਾੜਾ ਮੁੜ ਜਾਂਦਾ ਵੀ ਆ, ਕੋਸ਼ਿਸ਼ ਕਰੀਏ ਆਪਾਂ ਉਹ ਵੀ ਬੰਦ ਕਰ ਦਈਏ ਕਿਸੇ ਤਰ੍ਹਾਂ। ਸੰਧਾਲੀਆ ਸਾਹਿਬ, ਤੁਹਾਡੀ ਗੱਲ ਠੀਕ ਹੈ, ਚਲੋ ਦੇਖਦੇ ਆ ਕਿੱਧਰਲੇ ਪਾਸੇ ਨੂੰ ਜਾਂਦਾ, ਪਰ ਇਦਾਂ ਡੁੱਬਦੇ ਹੋਏ ਲੋਕਾਂ ਦੇ ਸਿਰਾਂ ਦੇ ਉੱਤੇ ਖੜ ਕੇ ਦੋਨੇ ਸਿਰ ਧਿਰਾਂ ਜਿਹੜੀਆਂ ਰਾਜਨੀਤੀ ਨਾ ਕਰਨ ਤਾਂ ਚੰਗਾ। ਹੁਣ ਉਧਰ ਥੋੜ੍ਹਾ ਜਿਹਾ ਅਗਲੇ ਪਾਸੇ ਨੂੰ ਚੱਲਦੇ ਆ ਆਪਾਂ ਕਿ ਕਹਾਣੀ ਕਿੱਥੇ ਗਈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ
ਉਹ ਕਹਿੰਦੇ ਜੀ 2.5 ਮਹੀਨੇ ਅਸੀਂ ਕੰਮ ਅਗਲੇ ਪਾਸੇ ਨੂੰ ਤੋਰਿਆ ਸੀ, 2.5 ਮਹੀਨੇ ਪੰਜਾਬ ਨੇ ਕੀਤਾ ਕਿ ਆਪਾਂ ਹੜ੍ਹਾਂ ਵਾਲੇ ਪਾਸੇ ਆਉਣਾ ਅਜੇ। 7:30 ਵਜੇ ਸਵੇਰੇ ਸਰਕਾਰੀ ਦਫ਼ਤਰ ਲੱਗਦੇ ਸੀ ਤਾਂ 2 ਵਜੇ ਛੁੱਟੀ ਹੋ ਜਾਂਦੀ ਸੀ। ਉਹ ਕਹਿੰਦੇ ਬੜਾ ਸਕਸੈਸਫੁਲ ਰਿਹਾ, 25% ਬੱਤੀ ਬਚੀ ਹੈ, ਲੋਕਾਂ ਨੂੰ ਪਰੇਸ਼ਾਨੀ ਕੋਈ ਨਹੀਂ ਹੋਈ, ਲੋਕ ਸਵੇਰੇ ਸਵੇਰੇ ਕੰਮ ਕਰਾ ਕੇ ਮੁੜ ਕੇ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਸੀ, ਸੜਕਾਂ ਦਾ ਟ੍ਰੈਫਿਕ ਘਟ ਗਿਆ, ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਵਕਤ ਬਿਤਾਉਣ ਦਾ ਵੱਧ ਸਮਾਂ ਮਿਲਿਆ। ਸਾਰਿਆਂ ਨੇ ਫੀਡਬੈਕ ਚੰਗੀ ਦਿੱਤੀ ਹੈ, ਜਿਹੜੇ ਕਰਮਚਾਰੀ ਨੇ ਤੇ ਦੂਸਰੇ ਪਾਸੇ ਜਿਹੜੇ ਆਮ ਲੋਕ ਨੇ। ਤੇ ਨਾਲ ਲੱਗਦੇ ਐਲਾਨ ਕਰ ਦਿੱਤਾ, ਉਹ ਕਹਿੰਦੇ ਜੀ ਬਸ ਜਦੋਂ ਕੋਈ ਤਜਰਬਾ ਸਫਲ ਹੋ ਜਾਵੇ ਤਾਂ ਫਿਰ ਸਫਲ ਤਜਰਬੇ ਦਾ ਮਤਲਬ ਹੈ ਕਿ ਭਾਈ ਉਹਨੂੰ ਅੱਗੇ ਵਧਾਉਣਾ ਚਾਹੀਦਾ। ਉਹ ਕਹਿੰਦੇ ਜੀ ਅਗਲੇ ਸਾਲ ਅਸੀਂ ਹੁਣ ਤੋਂ ਹੀ ਦੱਸ ਦਿੰਦੇ ਹਾਂ, ਅਪ੍ਰੈਲ ਮਈ ਜੂਨ ਤੇ ਜੁਲਾਈ, ਜਾਣੀ ਕਿ ਸਾਰਾ ਅਪ੍ਰੈਲ, ਸਾਰੀ ਮਈ, ਸਾਰਾ ਜੂਨ ਤੇ ਸਾਰੀ ਜੁਲਾਈ, 4 ਮਹੀਨੇ ਸਵੇਰੇ 7:30 ਵਜੇ ਸਰਕਾਰੀ ਦਫ਼ਤਰ ਲੱਗਣਗੇ, 2 ਵਜੇ ਛੁੱਟੀ ਹੋ ਜਾਇਆ ਕਰੂ, ਬਿਜਲੀ ਵੀ ਬਚੂ, ਲੋਕ ਵੀ ਖੁਸ਼ ਰਹਿਣਗੇ, ਟ੍ਰੈਫਿਕ ਵੀ ਘਟ ਜੂ। ਕੀ ਆਨੇ ਹੋ? ਦੇਖੋ ਇਹ ਗੱਲ ਬੜੀ ਮੈਨੂੰ ਲੱਗਦਾ ਵੀ ਮੌਕੇ ਦੇ ਉੱਪਰ ਮੁੱਖ ਮੰਤਰੀ ਸਾਹਿਬ ਨੇ ਕੀਤੀ, ਕਿਉਂਕਿ ਜਿੱਦਣ ਉਹ ਚੇਂਜ ਕੀਤਾ ਗਿਆ ਸੀ ਨਾ ਟਾਈਮ, ਕਿ ਦੁਬਾਰਾ 7:30 ਤੋਂ ਜੀ ਉਹੀ ਸਮਾਂ ਜਿਹੜਾ 9 ਵਜੇ ਦਫ਼ਤਰ ਲੱਗਿਆ ਕਰਨਗੇ, ਹੈ ਨਾ, ਉਸੇ ਤਰ੍ਹਾਂ 5 ਵਜੇ ਛੁੱਟੀ ਹੋਇਆ ਕਰੂਗੀ। ਉਹ ਦਿਨ ਵਿੱਚ ਜੇ ਚਰਚਾ ਚੱਲ ਪਈ ਸੀ ਵੀ ਆਹ ਦੇਖਿਆ ਜੀ ਅਖੀਰ ਉਹ ਹੀ ਮੁੜ ਘੁੜ ਕੇ ਉਹੀ ਕੰਮ ਕਰਨਾ ਪਿਆ ਇਹਨਾਂ ਨੂੰ। ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਵੀ ਇਹ ਮਹਾਰਾਜ 7:30 ਵਾਲਾ ਕੋਈ ਇਹ ਕਾਮਯਾਬ ਨਹੀਂ ਹੈਗਾ ਕੰਮ, ਪਰ ਉਦੋਂ ਕਿਸੇ ਨੇ ਮੰਨੀ ਥੋੜ੍ਹਾ, ਸਾਡੀ ਕਿਸੇ ਨੇ ਸੁਣੀ ਥੋੜ੍ਹਾ। ਉਹ ਗੱਲ ਇੱਦਾਂ ਜੇ ਜਾਪੀ ਸੀਗੀ, ਇਹਦਾ ਪ੍ਰਭਾਵ ਜ਼ਰੂਰ ਇਹ ਗਿਆ ਸੀ ਵੀ ਸ਼ਾਇਦ ਇਹ ਜਿਹੜਾ ਤਜਰਬਾ ਉਹ ਬਹੁਤਾ ਸਫਲ ਹੋਇਆ ਨਹੀਂ। ਇਹਦਾ ਮਤਲਬ ਜਿਵੇਂ ਪਹਿਲਾਂ ਚੱਲਦਾ ਸੀ ਉਵੇਂ ਹੀ ਠੀਕ ਸੀਗਾ, ਜਾਂ ਵਿਰੋਧੀ ਪਾਰਟੀਆਂ ਜਿੱਦਾਂ ਪਹਿਲਾਂ ਕਹਿੰਦੀਆਂ ਸੀ ਵੀ ਐਵੇਂ ਹੀ ਟਾਈਮ ਬਦਲੀ ਜਾਂਦੇ ਨੇ। ਮਾਨ ਸਾਹਿਬ 7:30 ਵਜੇ ਨਿਆਣੇ ਵੀ ਤਿਆਰ ਕਰਕੇ ਖੜਨੇ ਹੁੰਦੇ ਆ, ਉੱਥੇ ਵਿਚਾਰਾ ਜਿਹੜਾ ਕੋਈ ਸਰਕਾਰੀ ਮੁਲਾਜ਼ਮ ਆ ਉਹ ਨਿਆਣੇ ਛੱਡੇ ਕਿ ਜਾਂ ਆਪਣੇ ਆਪ ਉੱਥੇ ਦਫ਼ਤਰ ਪਹੁੰਚੇ, ਇੱਦਾਂ ਥੋੜ੍ਹਾ ਚਾਹੀਦਾ। ਪਹਿਲਾਂ ਸਗੋਂ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਾਂ 'ਚ ਅਗਲਾ ਨਿਆਣੇ ਛੱਡ ਆਉਂਦਾ, ਫਿਰ ਆਪ ਦਫ਼ਤਰ ਚਲੇ ਜਾਂਦਾ। ਸੋ ਉਹ ਤਰੀਕਾ ਵਧੀਆ ਸੀ। ਪਰ ਜਿੱਦਾਂ ਹੁਣ ਮਾਨ ਸਾਹਿਬ ਨੇ ਕਿਹਾ ਕਿ ਵੀ ਇਹ ਫੀਡਬੈਕ ਆਈ ਹੈ ਜਾਂ ਸਾਡੇ ਤੱਕ ਜੋ ਅੰਕੜੇ ਆਏ ਨੇ ਉਹਨਾਂ ਦੇ ਅਕੋਰਡਿੰਗਲੀ ਇਹ ਚੀਜ਼ ਵਧੀਆ ਹੋ ਗਈ, ਕਾਮਯਾਬ ਹੋ ਗਈ। ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਜੇ ਇਸ ਤਰ੍ਹਾਂ ਦੇ ਵਾਕਈ ਅੰਕੜੇ ਉਹਨਾਂ ਤੱਕ ਪਹੁੰਚੇ ਨੇ। ਪਰ ਗੱਲ ਇਹ ਆ ਵੀ ਜੇ ਉਹਨਾਂ ਨੂੰ ਜਾਪਿਆ ਹੋਊਗਾ ਤਾਂ ਹੀ ਅਗਲੇ ਨੇ 4 ਮਹੀਨੇ ਫਿਕਸ ਕੀਤੇ ਨੇ, ਕਿਉਂਕਿ ਐਤਕੀ ਤਾਂ ਜੇ ਕੰਮ ਬੜਾ ਥੋੜ੍ਹਾ ਸੀਗਾ, ਬੜੇ ਥੋੜ੍ਹੇ ਟਾਈਮ ਦੇ ਲਈ ਜਿਹੜਾ ਤਜਰਬਾ ਕੀਤਾ ਗਿਆ। ਤੇ ਜੇ ਸਾਲ ਦੇ ਵਿੱਚ ਆਪਾਂ 4 ਮਹੀਨਿਆਂ ਦੀ ਗੱਲ ਕਰਦੇ ਹਾਂ ਤਾਂ ਮੋਟਾ-ਮੋਟਾ 33% ਹੋ ਗਿਆ। ਫਿਰ 33% ਜਿਹੜਾ ਸਮਾਂ ਸਾਲ ਦਾ ਉਹ ਸਰਕਾਰੀ ਦਫ਼ਤਰ 7:30 ਵਜੇ ਲੱਗਿਆ ਕਰਨਗੇ, ਬਾਕੀ ਸਮਾਂ ਜੀ ਉਹ ਲੇਟ ਲੱਗਿਆ ਕਰਨਗੇ। ਪਰ ਮੈਂ ਇੱਕ ਗੱਲ ਸੋਚਦਾ ਵੀ ਦਫ਼ਤਰ ਭਾਵੇਂ 7:30 ਲਾ ਲਓ, ਭਾਵੇਂ 9 ਵਜੇ ਲਾ ਲਓ, ਜਿਹੜੇ ਬਾਬੂ ਜੀ ਨੇ ਉਹ ਉੱਥੇ 19 ਵਜੇ ਸੀਟ 'ਤੇ ਬੈਠੇ ਹੋਣ, ਅਤੇ ਜਿਹੜਾ ਬੰਦਾ ਵਿਚਾਰਾ ਪਿੰਡੋਂ ਜਾਂ ਸ਼ਹਿਰੋਂ ਆਪਣਾ ਕੰਮ ਛੱਡ ਕੇ ਉੱਥੇ ਕੰਮ ਕਰਾਉਣ ਜਾਂਦਾ ਨਾ, ਉਹਦਾ ਕੰਮ ਇੱਕ ਅੱਧੇ ਗੇੜੇ 'ਚ ਹੋ ਜਾਵੇ। ਜਦੋਂ ਉਹਨੂੰ ਗੇੜੇ 'ਤੇ ਗੇੜਾ ਮਾਰਨਾ ਪੈਂਦਾ ਜਾਂ ਗਾਂਹ ਬਾਬੂ ਜੀ ਨਹੀਂ ਮਿਲਦੇ, ਉਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ 7:30 ਵਜੇ ਦਫ਼ਤਰ ਲਾਉਨੇ, ਤੁਸੀਂ 9 ਵਜੇ ਲਾਉਨੇ ਹੋ। ਉਦੋਂ ਬਾਅਦ 3 ਵਜੇ ਰਜਿਸਟਰੀ ਹੁੰਦੀ ਹੈ ਕਿ ਸ਼ਾਮ ਨੂੰ 7 ਵਜੇ ਤਹਿਸੀਲਦਾਰ ਸਾਹਿਬ ਉੱਥੇ ਬੈਠੇ ਹੁੰਦੇ ਨੇ। ਇਸ ਕਰਕੇ ਆਪਣੀ ਬੇਨਤੀ ਇਹ ਹੈ ਵੀ ਜੇ ਸਮਾਂ ਉਹਨਾਂ ਨੇ ਆਖਿਆ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਹੋਊਗਾ, ਉਹਦੇ ਨਾਲ ਬਾਕੀ ਸਾਰੇ ਫਾਇਦੇ ਹੋਣਗੇ। ਜਿਹੜੇ ਕੰਮ ਲਈ ਉਹ ਦਫ਼ਤਰ ਲਾਉਣਾ ਉਹ ਜ਼ਰੂਰ ਟਾਈਮ 'ਤੇ ਹੋ ਜਾਇਆ ਕਰਨ। ਉਹ ਜ਼ਰੂਰੀ ਹੈ ਜੀ, ਲੋਕਾਂ ਦਾ ਫਾਇਦਾ ਤਾਂ ਫੇਰ ਹੀ ਹੈ। ਜੇ ਲੋਕਾਂ ਨੇ ਜਾ ਕੇ ਕਤਾਰਾਂ 'ਚ ਹੀ ਲੱਗਣਾ, ਖੱਜਲ ਹੀ ਹੋਣਾ, ਫਿਰ ਭਾਵੇਂ ਉਹਨੂੰ 9 ਵਜੇ ਖੱਜਲ ਕਰ ਲਓ, ਭਾਵੇਂ 7:30 ਵਜੇ ਕਰ ਲਓ, ਫਿਰ ਫਰਕ ਨਹੀਂ ਪੈਂਦਾ। ਫਿਰ ਦਿਹਾੜੀ ਭੱਜਣੀਆਂ, ਫਿਰ ਰਿਸ਼ਵਤਾਂ ਚੱਲਣੀਆਂ। ਸੰਧਾਲੀਆ ਸਾਹਿਬ, ਹੜ੍ਹ ਦੀ ਗੱਲ ਕਰੀਏ, ਮੀਂਹ ਦੀ ਗੱਲ ਕਰੀਏ, ਹਾਲਾਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਪਾਣੀ ਨਿਕਲ ਗਿਆ, ਪਰ ਇਹਦੇ ਬਾਵਜੂਦ ਵੀ ਆਪਾਂ BSF ਦੇ ਜਵਾਨਾਂ ਦੀਆਂ ਫੋਟੋ ਵੀਡੀਓ ਦੇਖੀਆਂ, ਕਿਉਂਕਿ ਫਿਰੋਜ਼ਪੁਰ ਵਾਲੀ ਸਰਹੱਦ ਦੇ ਨੇੜੇ ਹੜ੍ਹ ਬੜੇ ਆਏ ਆ। ਲੱਖ ਪਾਣੀਆਂ ਤੇ ਬੰਦੂਕਾਂ ਹੱਥ ਦੇ ਵਿੱਚ ਫੜ ਕੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਜਵਾਨ, ਸਲੂਟ ਹੈ ਉਹਨਾਂ ਨੂੰ। ਦੂਸਰਾ, ਹੁਣ ਮਾਝੇ ਵਾਲੇ ਪਾਸੇ ਵੀ ਦਰਿਆ ਟੁੱਟਿਆ, ਬੰਨ੍ਹ ਟੁੱਟਿਆ, ਉੱਥੇ ਵੀ ਕੁਝ ਇਲਾਕਿਆਂ ਦੇ ਵਿੱਚ ਪਾਣੀ ਆਇਆ। ਲੋਕ ਬੰਨ੍ਹ ਦੇ ਪਾੜ ਨੂੰ ਪੂਰਨ ਦਾ ਯਤਨ ਕਰ ਰਹੇ ਆ। ਘੱਗਰ ਦਰਿਆ ਸਰਦੂਲਗੜ੍ਹ ਨੇੜਿਓਂ ਟੁੱਟਣ ਨੂੰ ਫਿਰਦੀ ਹੈ। ਮਾਨਸਾ ਇਲਾਕੇ ਦੇ ਵਿੱਚ ਅਜੇ ਵੀ ਹੜ੍ਹਾਂ ਦਾ ਕਹਿਰ ਹੈਗਾ। ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਮੁੱਕ ਗਿਆ, ਕਿਉਂਕਿ 3 ਦਿਨ ਹੋਰ ਅਜੇ ਸਤਲੁਜ ਦੇ ਵਿੱਚ ਪਾਣੀ ਨਹੀਂ ਛੱਡਿਆ ਜਾਣਾ ਭਾਖੜਾ ਡੈਮ ਤੋਂ। ਉਹਦੇ ਤੋਂ ਬਾਅਦ ਅਗਲਿਆਂ ਨੂੰ ਪਾਣੀ ਛੱਡਣਾ ਪੈਣਾ, ਤੇ ਜਦੋਂ ਪਾਣੀ ਛੱਡਿਆ ਜਾਊਗਾ ਤਾਂ ਫਿਰ ਹਾਲਾਤ ਕੀ ਹੋਣਗੇ, ਸਾਨੂੰ ਉਧਰਲੇ ਪਾਸੇ ਥੋੜ੍ਹਾ ਜਿਹਾ ਧਿਆਨ ਰੱਖਣਾ ਪਊਗਾ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ, ਕਿ ਹੁਣ ਜਿਹੜੇ ਖੇਤਾਂ ਦਾ ਨੁਕਸਾਨ ਹੋ ਗਿਆ, ਖੇਤੀਬਾੜੀ ਦਾ, ਫਸਲਬਾੜੀ ਦਾ, ਉਹਦਾ ਹੋਏਗਾ ਕੀ? 23 ਕਰੋੜ ਰੁਪਈਆ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ, ਉਹ ਕਹਿੰਦੇ ਜੀ ਉਹਨਾਂ ਸਕੂਲਾਂ ਦੀ ਮੁਰੰਮਤ ਦੇ ਲਈ ਜਿਨ੍ਹਾਂ ਸਰਕਾਰੀ ਸਕੂਲਾਂ ਦੇ ਵਿੱਚ ਪਾਣੀ ਆ ਵੜਿਆ, ਜਿਹੜੇ ਸਰਕਾਰੀ ਸਕੂਲਾਂ ਦਾ ਨੁਕਸਾਨ ਹੋ ਗਿਆ, ਬੱਚਿਆਂ ਨੇ ਹੁਣ ਪੜ੍ਹਨ ਜਾਣਾ, ਅਸੀਂ ਤੁਰੰਤ 23 ਕਰੋੜ ਰੁਪਈਆ ਉਹਨਾਂ ਦੇ ਲਈ ਜਾਰੀ ਕਰਤਾ। ਵਧੀਆ। ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ, ਖਾਸ ਤੌਰ ਤੇ ਬਾਜਵਾ ਸਾਹਿਬ, ਉਹ ਕਹਿੰਦੇ ਭਗਵੰਤ ਮਾਨ ਸਾਹਿਬ ਦਿੱਲੀ ਵਾਲਿਆਂ ਦਾ ਹੁਕਮ ਉਡੀਕਦੇ ਹੋ, ਖੇਤੀਬਾੜੀ ਵਾਲਿਆਂ ਨੂੰ ਦਿਓ ਮੁਆਵਜ਼ਾ, ਰਾਹਤ ਪੈਕੇਜ ਦਾ ਕਰੋ ਐਲਾਨ, ਦਿੱਲੀ ਵਾਲੇ ਦੇ ਦਸਖਤ ਨਾ ਉਡੀਕੋ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ, ਲੋਕਾਂ ਦਾ ਨੁਕਸਾਨ ਬੜਾ ਹੋਇਆ,
ਇਹਨਾਂ ਨੂੰ ਰੁਪਈਆ ਟਕਾ ਦਿਓ, ਅਗਲੀ ਫਸਲ ਬੀਜ ਸਕਣ। ਤੇ ਪੰਜਾਬ ਸਰਕਾਰ ਵਾਲੇ ਕਹਿੰਦੇ ਝੋਨੇ ਤਬਾਹ ਹੋਇਆ ਤਾਂ ਪਨੀਰੀ ਅਸੀਂ ਦੇਵਾਂਗੇ। ਨਹੀਂ, ਇਹ ਵੈਸੇ ਐਲਾਨ ਤਾਂ ਕੀਤਾ। ਹੁਣ ਦੇਖੋ, ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਵੀ ਕਿਹਾ, ਮਾਨ ਸਾਹਿਬ ਨੇ ਵੀ ਕਿਹਾ ਕਿ ਵੀ ਇੱਕ ਹੈਲਪਲਾਈਨ ਨੰਬਰ ਜਿਹੜਾ ਜੀ ਉਹ ਵੀ ਜਾਰੀ ਕਰਤਾ। ਮੇਰਾ ਖਿਆਲ ਉਹ ਸਵੇਰੇ ਤੜਕੇ ਸ਼ਾਇਦ 8 ਵਜੇ ਤੋਂ ਹਨੇਰੇ ਤੱਕ ਚੱਲਿਆ ਕਰਨਾ, ਤੇ ਉਹਦੇ ਤੇ ਜਿਹੜੇ ਵੀ ਕਿਸਾਨ ਵੀਰ ਨੂੰ ਪਨੀਰੀ ਚਾਹੀਦੀ ਆ ਜਾਂ ਨੂੰ ਲੱਗਦਾ ਵੀ ਮੇਰਾ ਨੁਕਸਾਨ ਹੋ ਗਿਆ ਤੇ ਆਪਾਂ ਹੁਣ ਨੂੰ ਕਿਉਂਕਿ ਦੁਬਾਰਾ ਲਾਉਣਾ ਹੀ ਪੈਣਾ, ਕਿਉਂਕਿ ਕੋਈ ਪਛੇਤੀ ਜਿਹੜੀ ਕਹਿ ਲਓ ਕਿ ਵੀ ਉਹ ਕਿਸਮ ਲੱਗ ਜੂਗੀ, ਜਾਂ ਫਿਰ ਜੇ ਕੋਈ ਬਾਸਮਤੀ ਲਾ ਸਕਦਾ ਕਿਸੇ ਹਲਕੇ 'ਚ ਲੱਗ ਸਕਦੀ ਹੈ ਤੇ ਉਹ ਲਾਈ ਜਾ ਸਕਦੀ ਹੈ। ਹੁਣ ਗੱਲ ਇਹ ਆ ਵੀ ਜੇ ਤੇ ਇੱਦਾਂ ਕੀਤਾ ਜਾਂਦਾ ਤੇ ਵਧੀਆ ਗੱਲ ਆ। ਨਾਲ ਆਪਾਂ ਇੱਕ ਬੇਨਤੀ ਇਹ ਵੀ ਕਰ ਦਈਏ ਵੀ ਇਹ ਤੇ ਹੋ ਗਿਆ ਸਰਕਾਰ ਵਾਲੇ ਪਾਸਿਓਂ। ਕੁਛ ਇੱਕ ਥਾਵਾਂ ਤੋਂ ਖਬਰਾਂ ਇਹ ਵੀ ਆਈਆਂ ਸੀ ਕਿ ਵੀ ਪਿੰਡਾਂ ਥਾਵਾਂ ਤੇ ਕਈ ਲੋਕ ਆਪਣੇ ਕੋਲ ਜਿਹੜੀ ਉਹਨਾਂ ਦੇ ਕੋਲ ਜ਼ਮੀਨ ਪਈ ਆ ਖਾਲੀ, ਤੇ ਜੇ ਉਹਨਾਂ ਕੋਲ ਬੀਜ ਵੀ ਹੈਗਾ ਤੇ ਉਹ ਪਨੀਰੀਆਂ ਬੀਜ ਵੀ ਰਹੇ ਨੇ। ਉਹਨਾਂ ਨੇ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਉੱਪਰ ਇਸ ਚੀਜ਼ ਦਾ ਪ੍ਰਚਾਰ ਵੀ ਕਰਨਾ ਸ਼ੁਰੂ ਕਰਤਾ। ਅਸੀਂ ਜ਼ਰੂਰ ਬੇਨਤੀ ਕਰਾਂਗੇ ਕਿ ਜੇ ਕੋਈ ਇਸ ਤਰ੍ਹਾਂ ਦਾ ਉਪਰਾਲਾ ਹੋਰ ਪਿੰਡ ਵੀ ਕਰ ਰਿਹਾ ਤੇ ਜ਼ਰੂਰ ਸਾਡੇ ਤੱਕ ਵੀ ਪਹੁੰਚਾ ਦਿਓ ਟਿੱਪਣੀਆਂ, ਜਾਂ ਆਪਣਾ ਕੰਟੈਕਟ ਨੰਬਰ ਵੀ ਦੇ ਦਿਓ, ਤਾਂ ਜੋ ਇੱਕ ਦੂਸਰੇ ਦੀ ਇੱਦਾਂ ਮੌਕੇ 'ਤੇ ਬਾਂਹ ਫੜੀ ਜਾ ਸਕੇ। ਹੁਣ ਫਰਕ ਤਾਂ ਕੋਈ ਨਹੀਂ ਪੈਣਾ। ਦੇਖੋ, ਪਨੀਰੀ ਆ, ਜੇ ਮੰਨ ਲਓ ਵੀ ਹੁਣ ਜੇ ਕਿਸੇ ਕੋਲ ਜਗ੍ਹਾ ਹੈਗੀ ਆ, ਉਹ ਹੁਣ ਬੀਜ ਲਵੇ। ਜਿੱਥੇ ਕਿਤੇ ਪਾਣੀ ਖਲੋਤਾ, ਇਹ ਪਾਣੀ ਨਿਕਲਦਾ ਜੇ 10 ਦਿਨ ਲੱਗਦੇ ਨੇ, 15 ਕੁ ਦਿਨਾਂ ਨੂੰ ਜਾਂ ਗਾਂਹ ਜਾ ਕੇ ਜ਼ਮੀਨ ਜਿਹੜੀ ਉਹ ਸਹੀ ਬਣਦੀ ਆ, ਉਨੇ ਦਿਨਾਂ ਨੂੰ ਉਹ ਜਾਣੇ ਪਨੀਰੀ ਜਿਹੜੀ ਹੈ ਜੀ ਉਹ ਲਾਉਣ ਦੇ ਲਾਗੇ ਬੰਨੇ ਚਲੇ ਜਾਊਗੀ। ਤੇ ਜੇ ਉਧਰੋਂ ਜੇ ਮੰਨ ਲਓ ਜ਼ਮੀਨ ਦੁਬਾਰਾ ਨੰਗੀ ਹੁੰਦੀ ਆ, ਪਾਣੀ ਨਿਕਲਦਾ, ਇੱਦਾਂ ਚਾਹੇ ਸਰਕਾਰ ਵਾਲੇ ਪਾਸਿਓਂ ਜਾਂ ਜਿੱਦਾਂ ਜੇ ਮੰਨ ਲਓ ਪਿੰਡਾਂ ਥਾਵਾਂ 'ਤੇ ਲੋਕ ਬਾਂਹ ਫੜਦੇ ਆ, ਪਨੀਰੀ ਦੁਬਾਰਾ ਲੱਗ ਜੇ ਤੇ ਸ਼ਾਇਦ ਸੀਜ਼ਨ ਬਚ ਜਾਵੇ। ਕਿਉਂਕਿ ਜੇ ਇਸ ਮੌਕੇ ਦੇ ਉੱਪਰ ਬਾਂਹ ਨਾ ਫੜੀ ਗਈ ਤੇ ਫਿਰ ਇਹ ਨਹੀਂ ਹੈ ਕਿ ਵੀ ਹੁਣ ਪਨੀਰੀ ਖੜੋਂ ਕੰਮ ਰਹਿ ਜਾਣਾ ਜਾਂ ਕਿੱਦਾਂ। ਇਹ ਪੂਰੀ ਦੇ ਪੂਰੇ ਜਿਹੜੀ ਛਮਾਈ ਆ ਉਹ ਖਤਮ ਹੋ ਜਾਣੀ, ਅਗਲੇ ਦਾ ਪੂਰਾ ਸੀਜ਼ਨ ਖਤਮ ਹੋ ਜਾਣਾ। ਸੋ ਚੰਗੀ ਗੱਲ ਹੈ ਜੇ ਪੰਜਾਬ ਸਰਕਾਰ ਵੀ ਕਰ ਰਹੀ ਹੈ, ਲੋਕ ਵੀ ਕਰ ਰਹੇ ਨੇ। ਨਹੀਂ, ਬਹੁਤ ਜ਼ਰੂਰੀ ਹੈ। ਸੰਧਾਲੀਆ ਸਾਹਿਬ, ਪਿਛਲੇ ਸਾਲ ਕੁ ਤੋਂ ਲਗਾਤਾਰ ਖਬਰਾਂ ਆ ਰਹੀਆਂ ਸੀ ਨਸ਼ੇ ਦੀ ਓਵਰਡੋਜ਼ ਦੇ ਕਰਕੇ ਇੱਕ ਹੋਰ ਦੀ ਮੌਤ। ਅੱਜ ਇੱਥੋਂ ਲੁੱਟ ਫੁੱਟ ਲਿਆ। ਰੋਜ਼ CCTV ਕੈਮਰਿਆਂ ਦੀ ਫੁਟੇਜ ਆ ਰਹੀ ਸੀ। ਆਹ ਦੇਖੋ ਜੀ, ਚੇਨੀਆਂ ਲਾ ਲਈਆਂ। ਆਹ ਦੇਖੋ ਜੀ, ਸੁੰਨਸਾਨ ਗਲੀ ਦੇ ਵਿੱਚੋਂ ਐਕਟਿਵਾ ਤੇ ਜਾਂਦੀ ਬੀਬੀ ਨੂੰ ਰੋਕ ਕੇ ਉਹਦੇ ਕੋਲੋਂ ਪਰਸ ਖੋਲਿਆ। ਇਹ ਲੱਗਦਾ ਸੀ ਪੰਜਾਬ ਦਾ ਬਣ ਕੇ ਰਿਹਾ। ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਕੋਈ ਚੰਗਾ ਬੰਦਾ ਹੈਗਾ ਵੀ ਹੈ। ਪ੍ਰਦੇਸ਼ਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਸੀ ਕਿ ਬਾਬਾ ਪੰਜਾਬ ਨੂੰ ਨਜ਼ਰ ਕਿਹਦੀ ਲੱਗ ਗਈ। ਹੜ੍ਹ ਆਏ ਆ, ਚੁਣੌਤੀ ਹੈ, ਨਹੀਂ ਸੀ ਹੋਣੇ ਚਾਹੀਦੇ, ਤੰਗੀ ਬਹੁਤ ਹੈ, ਨੁਕਸਾਨ ਵੱਡਾ ਹੋਇਆ। ਪਰ ਆ ਪਿਛਲੇ ਇੱਕ ਹਫ਼ਤੇ ਤੋਂ ਸੰਧਾਲੀਆ ਸਾਹਿਬ ਕਿਸੇ ਪਿੰਡ ਤੋਂ ਵੀਡੀਓ ਆ ਰਹੀ ਹੈ ਜੀ ਕਿ ਚੱਕੀ ਦੇ ਉੱਤੇ ਦਾਣੇ ਲੋਕ ਆਪੋ ਆਪਣੇ ਲਿਆ ਕੇ ਢੇਰੀ ਕਰ ਗਿਆ ਕਿ ਪਾਈਆ ਇੱਕ ਪੀਪਾ ਮੇਰਾ, 2 ਇਹਦੇ, 4 ਇਹਦੇ। ਚੱਕੀ ਵਾਲਾ ਕਹਿੰਦਾ ਘਬਰਾਓ ਨਾ, ਮੈਂ ਰਾਤ ਲਾ ਕੇ ਪੀ ਦੇਣਾ ਆਟਾ। ਫਿਰ 10-10 ਕਿਲੋ ਦੀਆਂ ਨੌਜਵਾਨ ਬੈਠੇ ਥੈਲੀਆਂ ਬਣਾ ਰਹੇ ਆ, ਬਜ਼ੁਰਗ ਬਾਬੇ ਨਾਲ ਨੇ। ਆਟੇ ਦੇ ਨਾਲ ਆਪਾਂ ਨੂੰ ਪਤਾ ਸਾਰੇ ਕੱਪੜੇ ਲਿਬੜਦੇ ਆ, ਮੂੰਹ ਵੀ ਲਿਬੜਦਾ ਆਟੇ ਦੇ ਨਾਲ। 10-10 ਕਿਲੋ ਦੀਆਂ ਇੱਕ ਬੰਦਾ ਥੈਲੀਆਂ ਬਣਾਈ ਜਾਂਦਾ, ਦੂਜਾ ਤੋਲੀ ਜਾਂਦਾ, ਤੀਜਾ ਉਹਨਾਂ ਨੂੰ ਸਿਉਈ ਜਾਂਦਾ, ਚੌਥਾ ਉਹਨਾਂ ਨੂੰ ਟਰਾਲੀਆਂ 'ਚ ਲੱਦੀ ਜਾਂਦਾ, ਪੰਜਵਾਂ ਉੱਪਰ ਤਰਪਾਲ ਪਾਈ ਜਾਂਦਾ। ਫਿਰ 5-7 ਨੌਜਵਾਨ ਉਸੇ ਵੇਲੇ ਥੋੜ੍ਹਾ ਜਿਹਾ ਪਾਣੀ ਵਿੱਚ ਰੱਖ ਕੇ, ਪੀਣ ਵਾਲਾ ਪਾਣੀ, ਤੇ ਟਰਾਲੀ ਤੋਰ ਲੈਂਦੇ ਆ। ਕਹਿੰਦੇ ਗੱਲ ਕਿਹੜੀ ਹੈ, 4 ਘੰਟਿਆਂ ਨੂੰ ਆਪਾਂ ਆਪਣੇ ਲਾਓ ਜਿੱਥੇ ਹੜ੍ਹ ਆਇਆ। ਇੱਥੋਂ ਤੱਕ ਕਿ ਕਈ ਪਿੰਡਾਂ ਦੇ ਵਿੱਚ ਸਵੇਰ ਸ਼ਾਮ ਅਨਾਉਂਸਮੈਂਟਾਂ ਹੁੰਦੀਆਂ ਕਿ ਸਵੇਰੇ ਜੀ 5 ਵਜੇ ਟਰਾਲੀ ਜਾਣੀ ਹੈ, ਆਪੋ ਆਪਣੇ ਦੁਧਾਰੂ ਪਸ਼ੂਆਂ ਦਾ ਦੁੱਧ ਚੋ ਕੇ ਜਿੰਨਾ ਵੀ ਕੋਈ ਦੇਣਾ ਚਾਹੁੰਦਾ ਫਲਾਣੀ ਜਗ੍ਹਾ ਦੇ ਉੱਤੇ ਡਰਮ ਪਏ ਉਹਦੇ ਵਿੱਚ ਜਾ ਕੇ ਪਾਓ। ਲੋਕਾਂ ਨੇ ਡੇਅਰੀਆਂ ਦੇ ਵਿੱਚ ਦੁੱਧ ਪਾਉਣਾ ਬੰਦ ਕਰਤਾ। ਲੋਕਾਂ ਨੇ ਘਰਾਂ ਦੇ ਵਿੱਚ ਦਹੀਂ ਜਮਾਉਣਾ ਬੰਦ ਕਰ ਦਿੱਤਾ। ਲੋਕਾਂ ਨੇ ਜਿਹੜਾ ਆਪਣੇ ਪੀਣ ਦੇ ਲਈ ਦੁੱਧ ਰੱਖਿਆ ਹੁੰਦਾ ਸੀ ਉਹਦੇ ਵਿੱਚ ਕਟੌਤੀ ਕਰ ਦਿੱਤੀ। ਰੋਜ਼ ਡਰਮਾਂ ਦੇ ਡਰਮ ਭਰ ਕੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਲਿਜਾ ਰਹੇ ਨੇ ਹੜ੍ਹ ਪੀੜਤਾਂ ਲਈ, ਕਿਉਂਕਿ ਉੱਥੇ ਲੋੜ ਹੈ ਭਾਈ। ਕੋਈ ਪੱਠਿਆਂ ਦੀਆਂ 2 ਪੰਡਾ ਵੱਢੀ ਜਾਂਦਾ, ਕੋਈ 4 ਵੱਢੀ ਜਾਂਦਾ। ਸੰਧਾਲੀਆ ਸਾਹਿਬ, ਕੋਈ ਪਾਣੀ ਦੇ 2 ਪੇਟੀਆਂ, ਕੋਈ 4 ਪੇਟੀਆਂ ਲੈ ਕੇ ਦੇਈ ਜਾਂਦਾ। ਕੋਈ ਬੰਦਾ ਕੱਪੜੇ ਵਿੱਚ ਰੱਖੀ ਜਾਂਦਾ ਕਿ ਭਾਈ ਉੱਥੇ ਕੱਪੜਿਆਂ ਦੀ ਲੋੜ ਹੋਣੀ ਹੈ। ਇੱਕ ਪਿੰਡ ਦੇ ਵਿੱਚੋਂ ਸੁੱਕੀਆਂ ਪਾਥੀਆਂ ਦੀਆਂ ਟਰਾਲੀਆਂ ਗਈਆਂ ਕਿ ਭਾਈ ਉਹਨਾਂ ਦੇ ਕੋਲੇ ਬਾਲਣ ਨਹੀਂ। ਸੋ ਪੰਜਾਬ ਹੈ ਭਾਈ, ਗੁਰੂਆਂ ਦੀ ਧਰਤੀ ਹੈ। ਇੱਥੇ ਠੀਕ ਹੈ, ਮਾੜੀਆਂ ਖਬਰਾਂ ਬਹੁਤ ਉੱਪਰ ਤੱਕ ਚਲੇ ਜਾਂਦੀਆਂ, ਪਰ ਚੰਗੇ ਬੰਦਿਆਂ ਦੀ ਕਮੀ ਕੋਈ ਨਹੀਂ। ਇੱਕ ਵਾਰ ਫਿਰ ਪੰਜਾਬ ਨੂੰ ਹਲੂਣਾ ਵੱਜਿਆ ਤੇ ਚੰਗੇ ਬੰਦਿਆਂ ਦੀ ਇੱਕ ਠੋਕਵੀਂ ਜਮਾਤ ਜਿਹੜੀ ਹੈ ਉਹ ਪੰਜਾਬ ਦੇ ਵਿੱਚੋਂ ਫਿਰ ਸੁਰਖੀਆਂ ਚਾਹੀ ਹੈ। ਮੈਨੂੰ ਲੱਗਦਾ WhatsApp ਇੱਕੋ ਪਤਾ ਨਹੀਂ ਲਾਈਨ ਕਈ ਵਾਰ ਆਪਾਂ ਪੜ੍ਹਦੇ ਸੁਣਦੇ ਹੁੰਦੇ ਆ ਨਾ ਵੀ ਪੰਜਾਬ ਦੇ ਜੰਮਿਆਂ ਨੂੰ ਕੋਈ ਨਿੱਤ ਮੁਹਿੰਮ ਵਾਲੀ ਗੱਲਬਾਤ ਆ ਵੀ ਇੱਥੇ ਕੋਈ ਨਾ ਕੋਈ ਰੇੜਕਾ ਪਿਆ ਹੀ ਰਹਿੰਦਾ ਕਿਸੇ ਨਾ ਕਿਸੇ ਪਾਸਿਓਂ। ਜੇ ਆਪਾਂ ਪੁਰਾਣੇ ਸਮੇਂ ਦੇ ਹਿਸਾਬ ਨਾਲ ਦੇਖੀਏ ਵੀ ਕਦੀ ਕੋਈ ਧਾੜਵੀ ਚੜ੍ਹ ਕੇ ਆ ਗਿਆ, ਕਦੀ ਕਿਤੇ ਪੰਗਾ ਪੈ ਗਿਆ, ਕਦੀ ਕਿਤੇ ਪੇਚਾ ਪੈ ਗਿਆ। ਮੈਨੂੰ ਲੱਗਦਾ ਵੀ ਉਹ ਚਾਹੇ ਸਦੀਆਂ ਬੱਧੀ ਇਹ ਸਾਰਾ ਕੁਝ ਚੱਲਦਾ ਰਿਹਾ, ਹੌਲੀ ਹੌਲੀ ਉਹਨੇ ਆਪਣੇ ਜੀਨਸ ਦੇ ਵਿੱਚ, ਸਾਡੇ ਸੁਭਾਅ ਦੇ ਵਿੱਚ ਇਹ ਚੀਜ਼ ਲਿਆਤੀ ਵੀ ਜਦੋਂ ਇਹੋ ਜਿਹਾ ਕੁਝ ਹੋਵੇ ਤੇ ਉਦੋਂ ਇੱਕ ਦੂਜੇ ਦੇ ਨਾਲ ਖਲੋਣਾ, ਇੱਕ ਦੂਜੇ ਦੀ ਬਾਂਹ ਫੜਨੀ ਆ। ਹੁਣ ਮੈਨੂੰ ਜਾਪਦਾ ਵੀ ਇਹ ਸੁਭਾਅ ਆਪਣਾ ਦੋਹਰਾ ਹੋ ਗਿਆ। ਹੁਣ ਜਦੋਂ ਤੇ ਇਹੋ ਜਿਹਾ ਕੁਝ ਹੁੰਦਾ ਉਦੋਂ ਤੇ ਆਪਾਂ ਨਾਲ ਖੜ ਜਾਂਦੇ ਹਾਂ। ਆਪਾਂ ਨੇ ਵੀ ਕੋਈ ਗੱਲ ਨਹੀਂ, ਵੇਖੀ ਜਾਓ, ਜੇ ਆਪਣਾ ਘਰ ਉੱਜੜਦਾ ਵੀ ਤੇ ਉੱਜੜ ਜੇ ਯਾਰ, ਅਗਲਾ ਬਚਾਉਣਾ ਹੀ, ਅਗਲੇ ਨੂੰ ਤੱਤੀ ਵਾਰ ਨਹੀਂ ਲੱਗਣ ਦੇਣੀ, ਮੇਰਾ ਕੋਈ ਗੱਲ ਨਹੀਂ, ਕੁਛ ਹੁੰਦਾ ਨਾ ਹੁੰਦਾ ਵੇਖੀ ਜਾਓ। ਹੁਣ ਇਹਦੀ ਉਦਾਹਰਨ ਆਪਾਂ ਜਦੋਂ ਖੇਤੀ ਅੰਦੋਲਨ ਹੋਇਆ ਸੀ, ਸਾਰਿਆਂ ਨੂੰ ਯਾਦ ਆ। ਹੁਣ
ਉਹ ਕਿਉਂਕਿ ਆਪਾਂ ਨੂੰ ਇੱਕ ਜਾਂਚ ਆ ਗਈ। ਸ਼ਾਇਦ ਇਹੀ ਕਾਰਨ ਸੀਗਾ ਵੀ ਹੁਣ ਸਾਰਿਆਂ ਨੂੰ ਪਤਾ ਲੱਗਣ ਲੱਗ ਪਿਆ ਵੀ ਇਹ ਟਰੈਕਟਰ ਟਰਾਲੀ ਜ਼ਰੂਰੀ ਨਹੀਂ ਵੀ ਆਪਾਂ ਇੱਕ ਵਾਰ ਸੀਜ਼ਨ ਦਾ ਕੰਮ ਨਿਬੇੜ ਕੇ ਤੇ ਮੁੜ ਕੇ ਧੋ ਬਣਾ ਕੇ ਤੇ ਟਰਾਲੀ ਜਿਹੜੀ ਅੱਗੋਂ ਥੋੜ੍ਹੀਆਂ 4 ਇੱਟਾਂ ਦੇ ਕੇ ਤੇ ਲਾਰਜੀ ਕਰਕੇ ਡੱਕ ਦੇਣੀ ਆ ਵੀ ਕੋਈ ਨਹੀਂ ਜਦੋਂ ਲੋੜ ਹੋਊ ਫਿਰ ਵੇਖਾਂਗੇ। ਆਪਾਂ ਨੂੰ ਵਰਤਿਆ ਕਰੀਏ ਇਹੋ ਜਿਹੇ ਮੌਕਿਆਂ ਦੇ ਉੱਪਰ। ਹੁਣ ਉਹ ਵਰਤਣ ਦੇ ਨਾਲ ਫਾਇਦਾ ਆਪਾਂ ਨੂੰ ਇਹ ਹੋ ਗਿਆ ਵੀ ਜਿੱਥੇ ਕਿਤੇ ਵੀ ਕੋਈ ਕਮੀ ਪੇਸ਼ੀ ਹੁੰਦੀ ਸੀ ਉੱਥੇ ਸਰਕਾਰਾਂ ਪਹੁੰਚਣ ਨਾ ਪਹੁੰਚਣ, ਉਹ ਮਦਦ ਕਰਨ ਵਾਲੇ ਪਹੁੰਚਣ ਚਾਹੇ ਨਾ ਪਹੁੰਚਣ, ਲੋਕ ਹੀ ਆਪਸ ਦੇ ਵਿੱਚ ਇੱਕ ਦੂਸਰੇ ਦੀ ਬਾਂਹ ਫੜਨ ਲੱਗ ਪੈਂਦੇ ਆ। ਪਰ ਮੈਨੂੰ ਜਾਪਦਾ ਵੀ ਇਹ ਉਦੋਂ ਹੁੰਦਾ ਜਦੋਂ ਕਿਤੇ ਆਪਣੇ ਤੇ ਕੁਛ ਨਾ ਕੁਛ ਇੱਦਾਂ ਦੀ ਸਮੱਸਿਆ ਆ ਜਾਂਦੀ ਆ, ਕੁਛ ਨਾ ਕੁਛ ਆਪਣੇ ਤੇ ਗੱਲ ਹੋ ਜਾਂਦੀ ਆ, ਉਦੋਂ ਤੇ ਆਪਾਂ ਇੱਕ ਦੂਜੇ ਦੇ ਬਣ ਜਾਂਦੇ ਹਾਂ ਸਕੇ, ਤੇ ਇੰਨੇ ਸਕੇ ਬਣਦੇ ਆ ਵੀ ਸ਼ਾਇਦ ਹੋਰ ਕੋਈ ਉਹਨਾਂ ਸਕਾ ਹੋਵੇ ਵੀ ਨਾ। ਪਰ ਜਦੋਂ ਕਿਤੇ ਆਪਣੇ ਕੋਲੇ ਵੇਲ ਹੁੰਦਾ, ਜਦੋਂ ਆਪਾਂ ਨੂੰ ਜਾਪਦਾ ਵੀ ਹਾਂ ਯਾਰ ਹੁਣ ਤੇ ਕੋਈ ਮੁਸ਼ਕਿਲ ਨਹੀਂ ਹੈਗੀ, ਮੁਹਿੰਮ ਹੀ ਕੋਈ ਨਹੀਂ ਹੈਗੀ, ਹੁਣ ਕਹਿੰਦੇ ਵੀ ਗੱਲ ਕੋਈ ਨਹੀਂ, ਹੁਣ ਫਿਰ ਆਪਾਂ ਵੱਟ ਲੈਂਦੇ ਹਾਂ, ਫਿਰ ਆਪਾਂ ਵੇਖਾਂਗੇ ਮੁੜ ਕੇ ਜੇ ਉੱਥੇ ਚੱਲਦਾ ਕਚਹਿਰੀ ਕੰਮ, ਜਾਂ ਫਿਰ ਕਹਿੰਦੇ ਵੀ ਹੋਰ ਕੁਝ ਹੋਵੇ ਨਾ ਹੋਵੇ, ਫਲਾਣੇ ਦਾ ਰਾਹ ਦਾ ਰੌਲਾ ਪਾ ਲੈਂਦੇ ਹਾਂ, ਨਹੀਂ ਕਿਤੇ ਗੱਲ ਬਣਦੀ ਤੇ ਫਿਰ ਉਨੀ ਦੇ ਵਿਆਹ ਦੇ ਡੀਜੇ ਤੇ ਹੀ ਲੜ ਪੈਂਦੇ ਆਪਾਂ, ਫਿਰ ਚਲਾ ਦਿੰਦੇ ਗੋਲੀਆਂ। ਮੈਨੂੰ ਜਾਪਦਾ ਹੁੰਦਾ ਕਿਤੇ ਇੱਦਾਂ ਦੇ ਨਹੀਂ ਵੀ ਆਪਣਾ ਕੰਮ ਵੀ ਉਸ ਬਲਦ ਵਰਗਾ ਜਿਹੜਾ ਤੇ ਜੇ ਜੁਪਾ ਹੋਵੇ ਤੇ ਫਿਰ ਤੇ ਪੂਰਾ ਵਗਦਾ, ਭਾਵੇਂ ਜਿੰਨਾ ਮਰਜ਼ੀ ਹਲ ਵਾਈ ਜਾਓ, ਜਿੰਨਾ ਮਰਜ਼ੀ ਮਗਰ ਭਾਰ ਪਾ ਕੇ ਖਿੱਚੀ ਜਾਓ, ਤੇ ਜਦੋਂ ਕਿਤੇ ਉਹ ਵਿਹਲਾ ਹੋਵੇ ਤੇ ਖੁਰਲੀ ਤੇ ਵੱਜਾ ਹੋਵੇ ਤੇ ਉਦੋਂ ਹੋਰ ਕੁਛ ਨਹੀਂ, ਤੇ ਐਵੇਂ ਕਦੀ ਕਿੱਲਾ ਪਟਾਲਾ, ਕਦੀ ਮੈਂ ਉਹ ਤੋੜ ਲਾ। ਇਹ ਮੈਨੂੰ ਲੱਗਦਾ ਵੀ ਕਿਤੇ ਇੱਦਾਂ ਤਾਂ ਨਹੀਂ ਆਪਣੇ ਪੰਜਾਬੀਆਂ ਦਾ ਸੁਭਾਅ ਹੋ ਗਿਆ ਵੀ ਜੇ ਤੇ ਲੱਦੇ ਰਹਿਣ ਤੇ ਫਿਰ ਥੋੜ੍ਹੇ ਠੀਕ ਚੱਲਦੇ ਆ, ਜਦੋਂ ਕਿਤੇ ਵਿਹਲੇ ਹੋਣ ਤੇ ਉਦੋਂ ਆਪਸ 'ਚ ਹੀ ਸਿੰਘ ਫਸਾ ਲੈਂਦੇ ਆ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਹੁਣ ਪੰਜਾਬ ਦੇ 1400 ਤੋਂ ਵੱਧ ਪਿੰਡ ਹੜ੍ਹਾਂ 'ਚ ਘਿਰੇ ਆ। 1400 ਬਹੁਤ ਵੱਡੀ ਗਿਣਤੀ ਹੁੰਦੀ ਹੈ। ਹੁਣ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪਾਣੀ ਨੂੰ ਵੀ ਤਰਸੇ ਪਏ ਆ, ਦੁੱਧ ਨੂੰ ਵੀ, ਰੋਟੀ ਨੂੰ ਵੀ, ਬਾਲਣ ਨੂੰ ਵੀ, ਦਵਾਈਆਂ ਨੂੰ, ਸਾਰੀ ਚੀਜ਼ ਨੂੰ। ਤੇ ਇਲੈਕਸ਼ਨ ਦੇ ਲਾਗੇ ਜਾ ਕੇ ਆਪਾਂ ਪਿੰਡਾਂ 'ਚ ਸ਼ਰਾਬ ਨਹੀਂ ਵੜਨ ਦੇਣੀ, ਆਪਾਂ ਪਿੰਡਾਂ 'ਚ ਨਸ਼ਾ ਨਹੀਂ ਵੜਨ ਦੇਣਾ, ਆਪਾਂ 500 ਜਾਂ 2000 ਰੁਪਈਏ ਦੇ ਨੋਟ ਦੇ ਬਦਲੇ ਦੇ ਵਿੱਚ ਵੋਟਾਂ ਨਹੀਂ ਪਾਉਣੀਆਂ। ਤੁਸੀਂ ਮੁੱਦੇ ਉਭਾਰੋ ਕਿ ਭਾਈ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਆਪਾਂ ਅਗਾਊਂ ਬਚਾਅ ਕਰਨਾ ਹੈ। ਸਾਨੂੰ ਹੜ੍ਹ ਆਏ ਤੋਂ ਬਾਅਦ ਮੁਆਵਜ਼ੇ ਦੀ ਉਨੀ ਲੋੜ ਨਹੀਂ ਜਿੰਨੀ ਹੜ੍ਹਾਂ ਤੋਂ ਬਚਾਅ ਕਰਨ ਦੀ ਲੋੜ ਹੈ। ਇਸ ਕਰਕੇ ਸਾਨੂੰ ਮੁੱਦੇ ਕਲੀਅਰ ਕਰਨੇ ਪੈਣਗੇ। ਅਸੀਂ ਇਸ ਮੁੱਦੇ ਦੇ ਉੱਤੇ ਸਪਸ਼ਟ ਹੋਈਏ ਕਿ ਆ ਇਸ਼ੂ ਨੇ, ਤੇ ਪੰਜਾਬ ਦੀ ਰਾਜਨੀਤੀ ਹੁਣ ਅਸੀਂ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨਹੀਂ ਰਹਿਣ ਦੇਣੀ। ਸਾਨੂੰ ਕੋਈ ਇੱਕ ਬੰਦਾ ਪੋਸਟਰ ਦੇ ਉੱਤੇ ਵੱਡੀ ਫੋਟੋ ਲਾ ਕੇ ਨਹੀਂ ਖਿੱਚ ਸਕਦਾ ਕਿ ਆਹ ਤੁਹਾਡਾ ਪਾਰ ਉਤਾਰਾ ਕਰਨਗੇ। ਨਹੀਂ, ਕਿਵੇਂ ਕਰਨਗੇ? ਕੀ ਹੜ੍ਹਾਂ ਤੋਂ ਰੋਕਥਾਮ ਦੇ ਲਈ ਕੀ ਹੋਣਾ ਚਾਹੀਦਾ? ਅਣਅਧਿਕਾਰਤ ਕਲੋਨੀਆਂ ਕਿਉਂ ਬਣੀਆਂ? ਅਸੀਂ ਨਹੀਂ ਕਹਿੰਦੇ ਕਿਸੇ ਦਾ ਘਰ ਢਾਓ, ਪਰ ਜਿਨ੍ਹਾਂ ਦੇ ਨੱਕ ਥੱਲੇ ਬਣੀਆਂ, ਜਿਨ੍ਹਾਂ ਨੇ ਠੋਕਵੇਂ ਰੁਪਈਏ ਖਾਦੇ, ਟੋਕਰਿਆਂ ਦੇ ਟੋਕਰੇ, ਘੱਟੋ ਘੱਟ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਤਾਂ ਹੋਵੇ ਜਿਨ੍ਹਾਂ ਨੇ ਪਾਣੀ ਦਾ ਕੁਦਰਤੀ ਵਹਾਅ ਰੋਕਿਆ। ਜੇ ਨਹਿਰਾਂ ਦੀ, ਦਰਿਆਵਾਂ ਦੀ ਸਫਾਈ ਨਹੀਂ ਹੋਈ, ਜੇ ਕਿਸੇ ਨੇ ਗੈਰ ਕਾਨੂੰਨੀ ਮਾਈਨਿੰਗ ਕਰਨ ਲੱਗੇ ਨੇ, ਦਰਿਆਵਾਂ ਤੇ ਨਹਿਰਾਂ ਦੇ ਕੰਢੇ ਭੋਰ ਦਿੱਤੇ, ਘੱਟ ਘੱਟ ਉਹ ਬੰਦੇ ਪਤਾ ਤਾਂ ਲੱਗੇ ਨਾ ਕੋਈ ਕਿਹੜੇ ਸ਼ਖਸ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਸਰ ਕੋਈ ਨਹੀਂ ਛੱਡੀ। ਸੋ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਵੇਲੇ ਜਿੰਨੀ ਸਮੱਸਿਆ ਦੇ ਵਿੱਚ ਆਪਾਂ, ਉਸ ਸਮੱਸਿਆ ਦੇ ਵਿੱਚੋਂ ਇੱਕ ਅਹਿਦ ਲੈ ਕੇ ਬਾਹਰ ਨਿਕਲੀਏ ਕਿ ਭਾਈ ਵੋਟਾਂ ਪਾਉਣ ਲੱਗਿਆਂ ਚਾਚਾ ਭਤੀਜਾ ਨਹੀਂ ਦੇਖਣਾ, ਵੋਟਾਂ ਪਾਉਣ ਲੱਗਿਆਂ ਆਪਾਂ ਭਾਈਚਾਰਾ ਨਹੀਂ ਦੇਖਣਾ, ਵੋਟਾਂ ਪਾਉਣ ਲੱਗਿਆਂ ਆਪਾਂ ਇਹ ਨਹੀਂ ਦੇਖਣਾ ਕਿ ਭਾਈ ਕੌਣ ਸਾਨੂੰ ਨੋਟ ਦਿੰਦਾ, ਕੌਣ ਸਾਨੂੰ ਸ਼ਰਾਬ ਦਿੰਦਾ, ਕੌਣ ਸਾਡਾ ਹੈਲਮਟ ਤੋਂ ਚਲਾਨ ਛਡਾਊਗਾ। ਅਸੀਂ ਇਹ ਦੇਖਣਾ ਕਿ ਪੰਜਾਬ ਦੇ ਲਈ ਕਾਬਲ ਬੰਦਾ ਕਿਹੜਾ ਹੈ। ਨਹੀਂ, ਜੇ ਤਾਂ ਕਰ ਲਈਏ ਤੇ ਫਿਰ ਤੇ ਇਹਦੇ ਨਾਲ ਦੀ ਰੀਸ ਨਹੀਂ ਹੈਗੀ। ਬਾਕੀ ਇੱਦਾਂ ਕਿ ਵੀ ਇੱਕ ਬੇਨਤੀ ਹੋਰ ਕਰੀਏ, ਜਿੱਥੇ ਆਪਾਂ ਅੱਜ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਪਤਾ ਕਿ 2024 ਦੇ ਵਿੱਚ ਜਾ ਕੇ ਕਹਿ ਲਓ ਫਰਵਰੀ ਤੋਂ ਬਾਅਦ ਹੌਲੀ ਹੌਲੀ ਇਲੈਕਸ਼ਨ ਵਾਲਾ ਕੰਮ ਸ਼ੁਰੂ ਹੋ ਜਾਣਾ, ਉਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਪੋਲੀਟੀਕਲ ਪਾਰਟੀਆਂ ਹੁਣ ਤੋਂ ਹੀ ਉਹਨਾਂ ਨੂੰ ਸਿਰਫ ਤੇ ਸਿਰਫ ਕੁਰਸੀ ਦਾ ਫਿਕਰ ਆ। ਇੱਕ ਧਿਰ ਨੂੰ ਅਗਲੇ ਇਹ ਆ ਵੀ ਅਸੀਂ ਕੁਰਸੀ ਖੋਣੀ ਆ, ਦੂਜੀ ਧਿਰ ਨੂੰ ਇਹ ਆ ਵੀ ਅਸੀਂ ਕੁਰਸੀ ਬਚਾ ਕੇ ਰੱਖਣੀ ਆ। ਉਹ ਹੁਣ ਤੋਂ ਆਪਣਾ ਸਿਰ ਜੋੜ ਕੇ ਤੇ ਉਸ ਪਾਸੇ ਲੱਗ ਪਏ ਨੇ। ਤੇ ਫਿਰ ਜਦੋਂ ਆਪਾਂ ਆਮ ਲੋਕਾਂ ਦੀ ਗੱਲ ਕਰਦੇ ਹਾਂ, ਆਪਾਂ ਨੂੰ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਇੰਨਾ ਕੁ ਦਿਨਾਂ ਦੇ ਵਿੱਚ ਇਸ ਟਾਈਮ ਤੇ ਜਾ ਕੇ ਲੀਡਰਾਂ ਨੇ ਸਾਡੇ ਕੋਲੇ ਫੇਰ ਆਉਣਾ, ਹੱਥ ਜੋੜ ਕੇ ਫੋਟੋਆਂ ਲੱਗਣੀਆਂ ਨੇ, ਰਿਕਸ਼ੇ ਘੁੰਮਣੇ ਆ, ਜੀਪਾਂ ਗੱਡੀਆਂ ਘੁੰਮਣੀਆਂ ਨੇ, ਇੱਧਰ ਉੱਧਰ ਆ ਕੇ ਸਾਡੇ ਘਰਾਂ 'ਚ ਰੋਟੀਆਂ ਵੀ ਖਾਣੀਆਂ ਇਹਨਾਂ ਨੇ, ਨਿਆਣਿਆਂ ਨੂੰ ਚੁੱਕ ਕੇ ਵੀ ਖਿਡਾਉਣਾ, ਬਜ਼ੁਰਗਾਂ ਦੇ ਪੈਰੀਂ ਹੱਥ ਵੀ ਲਾਉਣਾ। ਇਸ ਕਰਕੇ ਉਹਦੇ ਲਈ ਆਪਾਂ ਵੀ ਤਿਆਰ ਹੋ ਜਾਈਏ ਵੀ ਆਹ ਸਾਡੇ ਸਵਾਲ ਨੇ, ਆਹ ਚੀਜ਼ਾਂ ਨੇ, ਤੇ ਆਹ ਗੱਲਾਂ ਆਪਾਂ ਇਹਨਾਂ ਨੂੰ ਪੁੱਛਣੀਆਂ ਨੇ ਵੀ ਹਾਂ ਵੀਰ ਮੇਰੇ ਉਹ ਇਸ ਗੱਲ ਦਾ ਕਿਤੇ ਚੇਤਾ ਤਾਂ ਨਹੀਂ ਭੁਲਾ ਲਿਆ। ਕਿਉਂਕਿ ਕਈ ਵਾਰ ਇਹ ਹੁੰਦਾ ਵੀ 5 ਸਾਲ ਲੰਘ ਜਾਂਦੇ ਆ, 5 ਸਾਲਾਂ ਦੇ ਵਿੱਚ ਮਗਰਲੇ 5 ਦਿਨਾਂ ਤੱਕ ਜਾਂਦਾ ਜਦੋਂ ਤੱਕ ਆਪਾਂ ਨੂੰ ਚੇਤਾ ਆਉਂਦਾ ਯਾਰ ਆਹ ਵੀ ਗੱਲ ਹੋਈ ਸੀ, ਆਹ ਵੀ ਗੱਲ ਹੋਈ ਸੀ, ਉਹਨੇ ਜਿਹਨੂੰ ਗੇਮ ਜਿਹੜੀ ਉੱਥੋਂ ਨਿਕਲ ਜਾਂਦੀ, ਜਾਂ ਫਿਰ ਪ੍ਰਚਾਰ ਹੀ ਕੁਛ ਹੋਰ ਹੋਣ ਲੱਗ ਪੈਂਦਾ। ਸੋ ਹੁਣ ਤੋਂ ਉਹ ਗੱਲਾਂ ਤੁਸੀਂ ਵੀ ਨੋਟ ਕਰਕੇ ਰੱਖ ਲਓ ਵੀ ਜਦੋਂ ਕਿਤੇ ਆਏ ਉਦੋਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਸਵਾਲ ਪੁੱਛ ਲੈਣਾ ਵੀ ਹਾਂਜੀ ਤੁਸੀਂ ਆਹ ਕਿਹਾ ਸੀ ਕਿ ਇਹਦਾ ਕੀ ਬਣਿਆ। ਇਹ ਜਾਣੇ ਜਦੋਂ ਇਹ ਇਕੱਠੇ ਹੋ ਕੇ ਆਪਣੀ ਕੁਰਸੀ ਦੇ ਲਈ, ਕੋਈ ਬਚਾਉਣ ਦੇ ਲਈ, ਕੋਈ ਅਗਲੇ ਨੂੰ ਲਾਉਣ ਦੇ ਲਈ ਕੋਸ਼ਿਸ਼ ਕਰਦਾ, ਉਦੋਂ ਨਾਲ ਦੀ ਨਾਲ ਉੱਥੋਂ ਕੋਈ 2-4 ਬੰਦੇ ਉੱਠ ਕੇ ਕਹਿਣ ਵੀ ਵੀਰ ਮੇਰੇ ਉਹ ਕੁਰਸੀ ਦੀ ਤਾਂ ਗੱਲ ਠੀਕ ਹੈ, ਪਰ ਜਿਨ੍ਹਾਂ ਕੋਲੋਂ ਵੋਟਾਂ ਲੈਣੀਆਂ ਨੇ ਉਹਨਾਂ ਨੂੰ ਜਾ ਕੀ ਜਵਾਬ ਦੇਣਾ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਸਮਾਂ ਹੋ ਗਿਆ, ਬਸ ਵੋਟਾਂ ਲੱਗੇ ਇੱਕੋ ਗੱਲ ਦਾ ਖਿਆਲ ਰੱਖਣਾ ਕਿ ਭਰਿਆ ਕਰੇਲਾ ਧਾਗਾ ਲਾ ਕੇ ਖਾਣਾ, ਆਪੇ ਚੇਤਾ ਆਜੂ ਕਰਨਾ ਕੀ ਹੈ ਤੇ ਕਰਨਾ ਨਹੀਂ। ਬਹੁਤ ਸ਼ੁਕਰੀਆ ਜੀ। ਲਓ ਜੀ, ਇਹਦੇ ਨਾਲ ਹੀ ਫਿਰ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।